जी सारिਆਂ ਨੂੰ ਉਹ ਆਪਾਂ ਜਿਹੜੀ ਅੱਗੇ ਤੋਂ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ 5-7 ਮਿੰਟ ਆਪਾਂ ਪਹਿਲੇ ਰੱਖਿਆ ਕਰਾਂਗੇ। ਆਪਣੇ ਸਵਾਲ ਨੋਟ ਕਰਕੇ ਲਿਆਉਣੇ ਆ ਕਿ ਤੁਹਾਡੇ ਮਨ 'ਚ ਕੀ ਸਵਾਲ ਨੇ ਪਿਛਲੇ ਸੈਸ਼ਨ ਸੰਬੰਧੀ, ਖਾਸ ਕਰਕੇ। ਅੱਜ ਆਪਾਂ ਪਹਿਲੀ ਵਾਰੀ ਇਸ ਕਰਕੇ ਅੱਜ ਆਪਾਂ ਸਵਾਲਾਂ ਵਾਲੀ ਗੱਲ ਨਹੀਂ ਕਰਾਂਗੇ। ਅੱਜ ਆਪਾਂ ਜ਼ਿਆਦਾ ਜਨਰਲ ਗੱਲਾਂ ਤੋਂ ਸ਼ੁਰੂ ਕਰਾਂਗੇ ਕਿ ਲੋੜ ਕੀ ਹੈ, ਕਿਉਂ ਆਪਾਂ ਨੂੰ ਇੱਦਾਂ ਕਰਨਾ ਪੈ ਰਿਹਾ ਕਿ ਜਿਹੜਾ ਮਤਲਬ ਬੰਦੇ ਡਾਕਟਰ ਪ੍ਰੋਫੈਸ਼ਨ 'ਚ ਨਹੀਂ ਹੈਗੇ, ਆਪਾਂ ਚਾਹੁੰਦੇ ਹਾਂ ਕਿ ਉਹ ਟ੍ਰੇਨਡ ਹੋ ਜਾਣ ਇਸ ਢੰਗ ਨਾਲ ਡਾਈਟ ਦੀ ਐਡਵਾਈਸ ਦੇਣ ਲਈ, ਕਿਉਂਕਿ ਡਾਕਟਰੀ ਪੇਸ਼ੇ ਦੇ ਅੰਦਰ ਜਿਹੜੀ ਡਾਕਟਰੀ ਵਾਲੀ ਖੁਰਾਕ ਵਾਲੀ ਐਡਵਾਈਸ ਹੈ ਦੇਣ ਵਾਲੇ ਬੰਦੇ ਜਿਹੜੇ ਨੇ ਉਹ ਨਹੀਂ ਹੈਗੇ। ਆਪਣਾ ਕੋਈ ਆਸ ਨਹੀਂ ਕਰ ਸਕਦੇ ਆਪਾਂ ਕਿ ਵੀ ਡਾਕਟਰਾਂ 'ਚ ਕੋਈ ਖੁਰਾਕ ਬਾਰੇ ਦੇ ਕੇ ਐਡਵਾਈਸ ਤੇ ਬਿਮਾਰੀਆਂ ਤੋਂ ਮੁਕਤ ਹੋਣ ਦਾ ਜਿਹੜਾ ਸਾਧਨ ਦੱਸਣਗੇ। ਵਿਰਲੇ ਵਿਰਲੇ ਡਾਕਟਰ ਹੈਗੇ ਆ, ਜੇ ਇਹੋ ਜਿਹੇ ਡਾਕਟਰ ਹੋਣਗੇ ਤਾਂ ਬਹੁਤ ਹੀ ਸੋਨੇ ਦੇ ਸੁਹਾਗਾ ਨੇ, ਕਿਉਂਕਿ ਡਾਕਟਰੀ ਬੈਕਗਰਾਊਂਡ ਹੈ ਉਹਨਾਂ ਦੀ। ਕੋਈ ਵੀ ਦੋਸਤ ਜਿਹਦੀ ਮੈਡੀਕਲ ਬੈਕਗਰਾਊਂਡ ਹੈ ਉਹ ਬਿਹਤਰ ਸਾਰੀ ਗੱਲ ਨੂੰ ਸਮਝ ਸਕੇਗਾ। ਜਿਹਦੀ ਨਹੀਂ ਮੈਡੀਕਲ ਬੈਕਗਰਾਊਂਡ ਤਾਂ ਵੀ ਆਪਾਂ ਕੋਸ਼ਿਸ਼ ਕਰਨੀ ਉਸ ਹਿਸਾਬ ਨਾਲ ਸਾਰਾ ਜਿਹੜਾ ਹੈ ਲਾਗੂ ਕਰੀਏ। ਦੂਜੀ ਗੱਲ ਹੈ ਕਿ ਜ਼ਰੂਰੀ ਨਹੀਂ ਹੈ ਕਿ ਕੋਈ ਬੰਦਾ ਬਿਮਾਰ ਹੋਵੇ ਉਸੇ ਨੂੰ ਡਾਈਟ ਜਿਹੜੀ ਹੈ ਇਹ ਡਾਈਟ ਜਨਰਲ ਸਿਹਤ ਦੀ ਡਾਈਟ ਹੈ, ਕਿਉਂਕਿ ਜੋ ਵੀ ਗੱਲ ਕਰਨੀ ਹੈ ਉਹ ਸਿਹਤ ਪੱਖੀ ਹੈ। ਸਿਹਤ ਪੱਖੀ ਹੈ, ਕੋਈ ਬਿਮਾਰੀਆਂ ਦੀ ਡਾਈਟ ਨਹੀਂ ਹੈ। ਉਹ ਬਿਮਾਰੀਆਂ ਦੀ ਟ੍ਰੀਟਮੈਂਟ ਕਰਨ ਵਾਸਤੇ ਨਹੀਂ ਹੈ, ਉਹ ਸਿਹਤ ਪੱਖੀ ਹੈ। ਕੁਦਰਤ ਦੇ ਨਿਯਮ ਜਿਹੜੇ ਨੇ ਉਹ ਇੱਦਾਂ ਦੇ ਨੇ ਕਿ ਜੇ ਅਸੀਂ ਸਿਹਤ ਪੱਖੀ ਡਾਈਟ ਖਾਈਏ ਤਾਂ ਆਪਾਂ ਸਿਹਤਮੰਦ ਰਹਾਂਗੇ। ਉਹਦੀ ਉਸੇ ਦੀ ਬੈਕਗਰਾਊਂਡ ਤੋਂ ਆਪਾਂ ਸ਼ੁਰੂ ਕਰਾਂਗੇ ਅੱਜ ਕੱਲ੍ਹ। ਇਹ ਗੱਲ ਆਪਾਂ ਕਿਸ ਆਧਾਰ ਤੇ ਕਹਿ ਰਹੇ ਹਾਂ, ਕਿਉਂਕਿ ਜਿਹੜੀ ਆਮ ਹੁਣ ਤੱਕ ਆਪਾਂ ਸੁਣਿਆ ਕਿ ਵੀ ਜੇ ਬਿਮਾਰ ਹੋ ਜਾਓ ਦਵਾਈਆਂ ਖਾਣੀਆਂ ਨੇ, ਵੱਡੇ ਵੱਡੇ ਹਸਪਤਾਲਾਂ 'ਚੋਂ ਟੈਸਟ ਕਰਵਾਉਣੇ ਆ, ਫਿਰ ਉਹਦੀ ਲੋੜ ਨਹੀਂ ਕੋਈ ਦਵਾਈਆਂ ਠੀਕ ਹੋਣ ਦੀ ਸਰਜਰੀ ਕਰਵਾਉਣੀ ਹੈ, ਜਾਂ ਜੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਤੇ ਉਹਦੇ ਅੰਦਰ ਫਿਰ ਟੀਕੀਆਂ ਲਗਵਾਉਣੀਆਂ ਨੇ, ਰੇਡੀਓਥੈਰੇਪੀ ਕਰਵਾਉਣੀ ਹੈ, ਕੋਈ ਦੇਖਾਂ ਕਿਸਮ ਦੇ ਜਿਹੜੇ ਇਲਾਜ ਨੇ ਉਹ ਕੀਤੇ ਜਾਂਦੇ ਆ। ਲੇਕਿਨ ਅਸੀਂ ਜਿਹੜਾ ਕਹਿ ਰਹੇ ਹਾਂ ਕਿ ਡਾਈਟ ਅਗਰ ਖਾਓਗੇ ਤਾਂ ਤੁਹਾਨੂੰ 90% ਚਾਂਸ ਇਹ ਹੈ ਕਿ ਇਹ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਪਏਗੀ। ਉਹ ਕਿਸ ਆਧਾਰ ਤੇ ਆਧਾਰ ਕਿਉਂ ਕਹਿੰਦੇ ਆ, ਉਹਦੀ ਬੜੀ ਲੰਬੀ ਥੋੜੀ ਇਤਿਹਾਸ ਹੈ ਉਹਦਾ। ਜਿਹੜੀ 150 ਸਾਲ ਦੀ ਆਪਾਂ ਜੀ ਲਾਈਏ, 150 ਸਾਲ ਤੋਂ ਡਾਈਟ ਬਾਰੇ ਇੱਕ ਅਜੀਬ ਕਿਸਮ ਦਾ ਕਨਫਿਊਜ਼ਨ ਹੈ ਕਿ ਕੀ ਖਾਈਏ ਕੀ ਨਾ ਖਾਈਏ। ਬੜੇ ਤਰਕ ਜਿਹੜੇ ਨੇ ਉਹ ਬਹੁਤ ਹੀ ਟੁੱਟਵੇਂ, ਬਹੁਤ ਹੀ ਆਪਾ ਵਿਰੋਧੀ, ਬਹੁਤ ਹੀ ਨਾ ਮੰਨੇ ਜਾਣ ਵਾਲੇ, ਜਾਂ ਬਹੁਤ ਹੀ ਇਹੋ ਜਿਹੇ ਜਿਹੜੇ ਕੋਈ ਸਿੱਟਾ ਨਹੀਂ ਦਿੰਦੇ, ਇਹੋ ਜਿਹੀਆਂ ਗੱਲਾਂ ਨਾਲ ਸਾਰਾ ਭਰਪੂਰ ਇਤਿਹਾਸ ਪਿਆ 150 ਸਾਲ ਦਾ ਹੈ। ਉਹਦੇ ਅੰਦਰ ਕੱਲੇ ਵਾਈਟਾਮਿਨਾਂ ਦੀ ਗੱਲ ਤੋੜ ਕੇ ਕੀਤੀ ਗਈ ਵੀ ਫਲਾਣਾ ਵਾਈਟਾਮਿਨ ਫਲਾਣੀ ਬਿਮਾਰੀ ਲਈ ਤੇ ਫਲਾਣਾ ਵਾਈਟਾਮਿਨ ਫਲਾਣੀ ਬਿਮਾਰੀ ਲਈ। ਇਹ ਗੱਲਾਂ ਵੀ ਕੀਤੀਆਂ ਗਈਆਂ। ਇਹ ਵੀ ਕਹਿੰਦੇ ਵੀ ਇੰਨੀਆਂ ਕੈਲੋਰੀ ਕੈਲਕੂਲੇਟ ਕਰੋ, ਲੋਕ ਬੜੀ ਗੱਡ ਪਏ ਹੋਏ ਆ ਵੀ ਉਹ ਇੰਨੀ 100 ਕੈਲੋਰੀ ਤੇ ਇੰਨੇ 1000 ਕੈਲੋਰੀ ਤੇ ਫਿਰ ਆਪਣਾ ਆਹ ਵਾਈਟਾਮਿਨ ਇਹ ਉਹਦੇ ਤੋਂ ਆਉਂਦਾ ਅਲਟੀਮੇਟਲੀ ਜਿਹੜੀ ਹੈ ਉਹ ਗੱਲ ਡਿਟੀਰੀਓਰੇਟ ਕਰਕੇ ਫਿਰ ਉਹ ਦਵਾਈਆਂ ਟੌਨਿਕਸ ਤੇ ਆ ਜਾਂਦੀ ਹੈ, ਫੂਡ ਸਪਲੀਮੈਂਟਸ ਤੇ ਵੀ ਕਹਿੰਦੇ ਉਹ ਕਹਿੰਦੇ ਵੀ ਵਾਈਟਾਮਿਨ ਏ ਨਾਲ ਠੀਕ ਹੋਣਾ, ਫਿਰ ਕੀ ਲੋੜ ਹੈ ਫਲ ਸਬਜ਼ੀਆਂ ਖਾਣ ਦੀ, ਕੀ ਲੋੜ ਹੈ ਚੰਗੀ ਡਾਈਟ ਖਾਣ ਦੀ, ਵਾਈਟਾਮਿਨ ਏ ਦੇ ਖਾ ਲਓ, ਖਾ ਲਓ। ਇਹ ਵੀ ਗੱਲਾਂ ਜਿਹੜੀਆਂ ਇਹੋ ਜਿਹੀਆਂ ਹੁੰਦੀਆਂ ਨੇ ਉਸ ਜਿਹੜਾ ਹੈ ਆਪਾਂ ਇਸ ਗੱਲ ਨੂੰ ਰਿਜੈਕਟ ਕਰ ਰਹੇ ਹਾਂ ਕਿ ਦਵਾਈਆਂ ਨਾਲ ਸਿਹਤਮੰਦ ਨਹੀਂ ਰਿਹਾ ਜਾ ਸਕਦਾ, ਕਿਉਂਕਿ ਦਵਾਈਆਂ ਜਿਸ ਸਮਝ ਦੇ ਆਧਾਰ ਤੇ ਬਣੀਆਂ ਹੋਈਆਂ ਨੇ ਉਹ ਸਮਝ ਹੀ ਜਿਹੜੀ ਹੈ ਉਹ ਵਿਗਿਆਨ ਨੇ ਆਉਂਦੇ ਪਿਛਲੇ 15-20 ਸਾਲਾਂ ਤੋਂ ਉਹ ਸਮਝ ਹੀ ਰਿਜੈਕਟ ਕਰਤੀ ਹੋਈ ਹੈ। ਉਹ ਸਮਝ ਹੀ ਠੀਕ ਨਹੀਂ ਹੈ। ਉਹ ਆਪਾਂ ਸਭ ਨੂੰ ਦੇਖਾਂਗੇ ਕਿ ਉਹ ਸਮਝ ਕਿਹੜੀ ਹੈ ਜਿਹੜੀ ਸਮਝ ਦੇ ਆਧਾਰ ਤੇ ਇਹ ਦਵਾਈਆਂ ਦੇਣ ਦੀਆਂ ਗੱਲਾਂ ਹੁੰਦੀਆਂ ਨੇ ਕਿ ਸ਼ੂਗਰ ਹੈ ਤਾਂ ਸ਼ੂਗਰ ਦੀ ਦਵਾਈ ਖਾਓ, ਜੇ ਬੀਪੀ ਹੈ ਤਾਂ ਬੀਪੀ ਦੀ ਦਵਾਈ ਖਾਓ, ਜੇ ਕੋਈ ਹੋਰ ਬਿਮਾਰੀ ਹੈ ਤਾਂ ਉਸ ਬਿਮਾਰੀ ਦੀ ਦਵਾਈ ਖਾਓ। ਉਹ ਦਵਾਈਆਂ ਵੀ ਜਿਹੜੀਆਂ ਨੇ ਉਹ ਨੇ ਜਿਹਦੇ ਅੰਦਰ ਕਿ ਉਹ ਉਸ ਅਲਾਮਤ ਨੂੰ ਦਬਾਤਾ ਜਾਂਦਾ, ਉਹਦੀ ਜੜ ਦੇ ਉੱਪਰ ਕੋਈ ਨਾ ਤਾਂ ਕੋਈ ਜੜ ਦੀ ਸਮਝ ਢੰਗ ਸਿਰ ਰੱਖੀ ਜਾਂਦੀ ਹੈ ਤੇ ਨਾ ਹੀ ਜੜ ਦੇ ਉੱਪਰ ਕੋਈ ਕੰਮ ਕੀਤਾ ਜਾਂਦਾ ਵੀ ਜੜੋਂ ਠੀਕ ਹੋ ਜਾਏ ਗੂਗਲ।
तो ਉਹਦੇ ਚੋਂ ਨਿਕਲ ਕੇ ਬਹੁਤ ਸਾਰੇ ਲੋਕਾਂ ਨੇ ਅੱਗੇ ਨਿਊਟਰਾਸਿਊਟੀਕਲ 'ਚ ਵਾੜਤਾ ਕਿ ਫਲਾਣਾ ਦੀ ਡਾਇਟ ਖੁਰਾਕੀ ਤੱਤਾਂ ਦੀ ਕਮੀ ਹੁੰਦੀ ਹੈ ਤੇ ਤੱਤ ਖਾ ਲਓ ਦਵਾਈ ਦੀ ਸ਼ਕਲ 'ਚ, ਕੈਪਸੂਲ ਗੋਲੀਆਂ ਦੀ ਸ਼ਕਲ 'ਚ, ਤੇ ਲੋਕਾਂ ਨੇ ਭਾਂਤ ਭਾਂਤ ਦੇ ਤੁਸੀਂ ਦੇਖਿਆ ਹੋਣਾ ਉਹ ਕੰਪਨੀਆਂ ਆ ਗਈਆਂ ਨੇ ਘਰਾਂ ਦੇ ਵਿੱਚ ਹੀ ਉਹ ਕਰਦੀਆਂ ਨੇ ਮਾਰਕੀਟਿੰਗ, ਚੇਨ ਮਾਰਕੀਟਿੰਗ, ਤੁਹਾਨੂੰ ਵੀ ਲਾਲਚ ਸਿਖਾਉਂਦੀਆਂ ਨੇ ਬਈ ਤੁਸੀਂ ਆਪ ਵੀ ਖਾਓ ਤੇ ਨਾਲ ਲੋਕਾਂ ਨੂੰ ਗਾਹਕ ਬਣਾਓ, ਜੇ ਤੁਸੀਂ ਗਾਹਕ ਬਣਾਓਗੇ ਤਾਂ ਇੰਨੇ ਗਾਹਕ ਬਣਾ ਲਓਗੇ ਤਾਂ ਤੁਹਾਨੂੰ ਇੰਨਾ ਫਾਇਦਾ ਹੀ ਜਾਏਗਾ ਤੇ ਅੱਗੇ ਚੇਨ ਮਾਰਕੀਟਿੰਗ ਕਰੋ। ਉਹ ਤੁਸੀਂ ਐਸੇ ਗਦੀ ਗੜੀ 'ਚ ਫਸਦੇ ਹੋ ਕਿ ਤੁਸੀਂ ਆਪ ਤਾਂ ਝੂਠ 'ਚ ਫਸੇ ਦੂਜਿਆਂ ਨੂੰ ਝੂਠ ਸਿਖਾ ਲਿਆ। ਉਹ ਵੀ ਇੱਕ ਬਹੁਤ ਬੜਾ ਝੂਠ ਹੈ ਕਿ ਨਿਊਟਰਾਸਿਊਟੀਕਲਸ ਆਪਣੇ ਆਪ 'ਚ ਹੀ ਪ੍ਰੂਵ ਹੋ ਚੁੱਕਿਆ ਕਿ ਨਿਊਟਰਾਸਿਊਟੀਕਲਸ ਵੀ ਓਡਾ ਹੀ ਵੱਡਾ ਝੂਠ ਨੇ ਜਿੱਡਾ ਵੱਡਾ ਝੂਠ ਜਿਹੜੀ ਫਾਰਮਾਸਿਊਟੀਕਲਸ ਹੈ। ਅਲਟੀਮੇਟਲੀ ਜਿਹੜਾ ਹੁਣ ਵਿਗਿਆਨ ਆ ਗਿਆ ਕਿ ਜੇ ਤੰਦਰੁਸਤ ਰਹਿਣਾ ਹੈ ਤਾਂ ਵਧੀਆ ਸਿਹਤਮੰਦ ਡਾਈਟ ਖਾਓ। ਉਹ ਡਾਈਟ ਸਿਹਤਮੰਦ ਹੈ, ਉਹ ਕਿਸੇ ਬਿਮਾਰੀ ਦੀ ਡਾਈਟ ਨਹੀਂ ਹੈ ਵੀ ਸ਼ੂਗਰ ਦੀ ਡਾਈਟ ਅਲੱਗ ਹੈ ਤੇ ਬੀਪੀ ਦੀ ਅਲੱਗ ਹੈ। ਥੋੜਾ ਥੋੜਾ ਮਾੜਾ ਮਾੜਾ ਫਰਕ ਹੈਗਾ ਲੇਕਿਨ ਬਹੁਤ ਜ਼ਿਆਦਾ ਕੋਈ ਵੱਡਾ ਫਰਕ ਨਹੀਂ ਹੈ। ਜਿਹੜੀ ਡਾਈਟ ਮੋਟੇ ਮੋਟੇ ਪ੍ਰਿੰਸੀਪਲਸ ਨੇ ਡਾਈਟ ਦੇ, ਪ੍ਰਿੰਸੀਪਲ ਜਿਹੜੇ ਡਾਈਟ ਨੇ ਉਹ ਜਿਹੜੇ ਉਹੀ ਨੇ ਜਿਹੜੇ ਆਪਾਂ ਕਹਿੰਦੇ ਹਾਂ ਸਿਹਤਮੰਦ ਡਾਈਟ ਤੇ ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਪ੍ਰਿੰਸੀਪਲਸ ਜਿਹੜੇ ਨੇ ਸਾਂਝੇ ਨੇ ਤੇ ਉਹ ਸਾਂਝੇ ਪ੍ਰਿੰਸੀਪਲ ਨੂੰ ਆਪਾਂ ਫੋਲੋ ਕਰਾਂਗੇ ਅਗਰ ਤਾਂ ਉਹ ਜਿਹੜਾ ਆਪਾਂ ਉਧਰ ਹੋ ਜਾਵੇ। ਹੁਣ ਆਪਾਂ ਗੱਲ ਜਿਹੜੀ ਸ਼ੁਰੂ ਕਰਦੇ ਹਾਂ ਉਹ ਗੱਲ ਤੋਂ ਸ਼ੁਰੂ ਕਰਦੇ ਹਾਂ ਕਿ ਕਿਹੜਾ ਵਿਗਿਆਨ ਹੈ ਜਿਹੜਾ ਆਪਾਂ ਨੂੰ ਸਮਝ ਆਇਆ ਤੇ ਜਿਹੜਾ ਵਿਗਿਆਨ ਉਹਨਾਂ ਨੂੰ ਸਮਝ ਨਹੀਂ ਆਇਆ ਜਿਨ੍ਹਾਂ ਨੇ ਦਵਾਈਆਂ ਰਿਕਮੈਂਡ ਕੀਤੀਆਂ ਨੇ, ਜੋ ਸਿਲੇਬਸ 'ਚ ਪੜ੍ਹਾਇਆ ਜਾ ਰਿਹਾ। ਉੱਥੇ ਫਰਕ ਕਿੱਥੇ ਕਿੱਥੇ ਹੈ, ਕਿਹੜੀ ਚੀਜ਼ ਦਾ ਫਰਕ ਹੈ ਕਿ ਸਾਨੂੰ ਇਹ ਗੱਲ ਸਮਝ ਆ ਗਈ ਕਿ ਉਹਨਾਂ ਨੂੰ ਨਹੀਂ ਆਈ। ਉਹਦੇ 'ਚ ਜਿਹੜੀ ਸਮਝ ਹੈ ਉਹ ਹੈਗੀ ਹੈ ਕਿ ਉਹ ਇਹ ਗੱਲ ਨੂੰ ਸਮਝਦੇ ਹਾਂ ਜਿਸ ਢੰਗ ਦੇ ਨਾਲ, ਉਹਨੂੰ ਅਸੀਂ ਕਹਿੰਦੇ ਹਾਂ ਰਿਡਕਸ਼ਨਿਸਟ ਸਾਇੰਸ। ਰਿਡਕਸ਼ਨਿਸਟ ਸਾਇੰਸ ਅੰਗਰੇਜ਼ੀ 'ਚ ਕਹਿੰਦੇ ਰਿਡਕਸ਼ਨਿਸਟ ਸਾਇੰਸ, ਯਾਨੀ ਜਦੋਂ ਪੰਜਾਬੀ 'ਚ ਆਪਾਂ ਕਰਾਂਗੇ ਤੁਹਾਨੂੰ ਕਹਾਂ ਚੀਜ਼ਾਂ ਨੂੰ ਤੋੜ ਤੋੜ ਕੇ ਸਮਝਣਾ। ਵੀ ਸ਼ੂਗਰ ਨੂੰ ਵੱਖਰੀ ਜਿਹੀ ਬਿਮਾਰੀ ਦੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਨਾ, ਬਿਮਾਰੀ ਸਰੀਰ ਨਾਲੋਂ ਤੋੜ ਕੇ। ਬੀਪੀ ਨੂੰ ਵੱਖਰੀ ਜਿਹੀ ਬਿਮਾਰੀ ਦੇ ਤੌਰ ਤੇ ਸਮਝ ਕਰਨਾ, ਇਹ ਕਹਿਣਾ ਕਿ ਬੀਪੀ ਜਿਹੜਾ ਹੈ ਉਹ ਫਲਾਂ ਜਿਹੜੀ ਹੈ ਕੋਲੈਸਟਰੋਲ ਵਧਣ ਨਾਲ ਹੁੰਦਾ ਹੈ, ਜਾਂ ਕਿਸੇ ਇੱਕ ਬਿਮਾਰੀ ਦਾ ਇੱਕ ਵੱਖਰਾ ਵੱਖਰਾ ਕਾਰਨ ਲੱਭਣ ਦੀ ਕੋਸ਼ਿਸ਼ ਕਰਨਾ ਔਰ ਕਿਤੇ ਨਾ ਕਿਤੇ ਉਹਨੂੰ ਕਰਕੇ ਤੇ ਫਿਰ ਉਹੋ ਜਿਹਾ ਦਵਾਈ ਦਾ ਹੱਲ ਕਰਨਾ ਕਿ ਦਵਾਈ ਨਾਲ ਉਸ ਸਲਾਮਤ ਨੂੰ ਦਬਾਉਣਾ ਹੈ ਜਾਂ ਉਸ ਸ਼ੂਗਰ ਨੂੰ ਉਹਨੂੰ ਦਬਾਉਣਾ ਹੈ। ਉਹ ਕਿਤੇ ਨਾ ਕਿਤੇ ਜਿਹੜਾ ਇਹ ਵਰਤਾਰਾ ਹੈ ਉਹ ਰਿਡਕਸ਼ਨਿਜ਼ਮ ਉਹਦਾ ਬਿਲਕੁਲ ਆਪੋਜ਼ਿਟ ਹੈ ਹੋਲਿਜ਼ਮ। ਹੋਲ ਹੁੰਦਾ ਜਿਹੜਾ WHOLE, ਹੋਲ ਦਾ ਮਤਲਬ ਸੰਪੂਰਨ, ਪੂਰਨ। ਕਿ ਪੂਰਾ ਜਿਹੜੀਆਂ ਚੀਜ਼ਾਂ ਨੇ ਟੁੱਟਵੀਆਂ ਨਹੀਂ ਹੁੰਦੀਆਂ, ਚੀਜ਼ਾਂ ਹੁੰਦੀਆਂ ਨੇ ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਇੱਕ ਦੂਜੇ ਨਾਲ ਲਿੰਕ ਹੁੰਦੀਆਂ ਨੇ। ਟੁੱਟਵਾਂ ਆਪਾਂ ਕੋਸ਼ਿਸ਼ ਕਰਾਂਗੇ ਅਗਰ ਜਾਣਨ ਦੀ ਤਾਂ ਟੁੱਟਵਾਂ ਸਾਨੂੰ ਸਮਝ ਨਹੀਂ ਆਏਗਾ। ਸਾਨੂੰ ਸਮਝ ਨਹੀਂ ਆਏਗਾ ਹੋਲ ਦੇ ਤੌਰ ਤੇ ਸਮਝਣਾ ਕਿ ਹੋਲ ਕਿੱਦਾਂ, ਪੂਰਨ ਕਿੱਦਾਂ, ਪੂਰਨਤਾ ਕੀ ਹੈ। ਉਹ ਪੂਰਨਤਾ ਦੀ ਗੱਲ ਆਪਾਂ ਨੇ ਜਦੋਂ ਆਪਣੇ ਸ਼ੁਰੂ ਕੀਤਾ ਸੀਗਾ ਉਦੋਂ ਵੀ ਕੀਤੀ ਸੀਗੀ ਸ਼ੁਰੂ 'ਚ, ਤੇ ਉਸ ਤੋਂ ਬਾਅਦ ਫਿਰ ਦੁਬਾਰਾ ਆਪਾਂ ਵੀ ਕਰ ਲੈਂਦੇ ਹਾਂ ਦੁਬਾਰਾ ਵੀ। ਉਹ ਪੂਰਨਤਾ ਕੀ ਹੈ ਕਿ ਜਿਹੜਾ ਟਰੁੱਥ ਹੈ, ਸੱਚ ਹੈ, ਉਹ ਪੂਰਨ ਹੈ। ਪੂਰਨ ਦਾ ਮਤਲਬ ਕੀ ਹੈ, ਆਪਾਂ ਜੇ ਉੱਪਰੋਂ ਸ਼ੁਰੂ ਕਰ ਲਈਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਰੇ ਦਾ ਸਾਰਾ ਜਿਹੜਾ ਬ੍ਰਹਿਮੰਡ ਹੈ ਉਹ ਇੱਕ ਇਕਾਈ ਹੈ। ਸਾਡੀ ਗੁਰਬਾਣੀ, ਸਾਡੇ ਉਪਨਿਸ਼ਦ, ਬੁੱਧ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਸਾਰੀਆਂ ਇੱਥੇ ਇਹਦੇ ਉੱਪਰ ਖੜੀਆਂ ਨੇ ਕਿ ਸੱਚ, ਪੂਰਨ ਸੱਚ ਜਿਹੜਾ ਹੈ, ਜਦ ਤੱਕ ਉਹ ਸਮਝ ਨਹੀਂ ਆਉਂਦਾ ਤਾਂ ਸੱਚ ਦਾ ਕੋਈ ਹਿੱਸਾ ਸਮਝ ਨਹੀਂ ਆ ਸਕਦਾ। ਕਿਉਂਕਿ ਸੱਚ ਜਦੋਂ ਤੁਸੀਂ ਤੋੜ ਕੇ ਦੇਖ ਲਓਗੇ ਉਹ ਸੱਚ ਤੁਹਾਨੂੰ ਸਮਝ ਨਹੀਂ ਆਏਗਾ। ਜੇ ਮੈਂ ਇਕੱਲਾ ਆਪਣੇ ਹੱਥ ਨੂੰ ਦੇਖਾਂ
ਤਾਂ ਮੈਂ ਜੇ ਹੱਥ ਨੂੰ ਸਮਝਣਾ ਹੋਵੇ ਤਾਂ ਮੈਨੂੰ ਹੱਥ ਸਮਝਣ ਵਾਸਤੇ ਆਪਣੇ ਸਰੀਰ ਨੂੰ ਸਮਝਣਾ ਪੈਂਦਾ। ਜੇ ਮੈਂ ਹੱਥ ਨੂੰ ਸਰੀਰ ਨਾਲ ਤੋੜ ਕੇ ਦੇਖਾਂਗਾ ਤਾਂ ਮੈਨੂੰ ਹੱਥ ਦੀ ਸਮਝ ਨਹੀਂ ਆਉਣੀ। ਇਹ ਉਪਨਿਸ਼ਦ ਵੀ ਕਹਿੰਦੇ ਆ, ਗੁਰਬਾਣੀ ਵੀ ਕਹਿੰਦੀ ਹੈ, ਬੁੱਧ ਵੀ ਕਹਿੰਦਾ ਹੈ। ਇਹ ਸਾਡੇ ਜਿਹੜੇ ਜਿੰਨੇ ਸ਼ਾਸਤਰ ਨੇ ਉਹ ਇੱਥੇ ਇਹ ਕਹਿੰਦੇ ਆ ਕਿ ਸੱਚ ਨੂੰ ਸਮਝਣਾ ਤਾਂ ਪੂਰਨ ਸੱਚ ਆਏਗਾ। ਤਾਂ ਹੀ ਬਾਬਾ ਨਾਨਕ ਸੱਚ ਦੀ ਬਾਰ-ਬਾਰ ਸੱਚ ਦੇ ਉੱਪਰ ਜ਼ੋਰ ਦਿੰਦੇ ਆ ਕਿ ਸੱਚ ਨੂੰ ਸਮਝਣਾ ਕਿਉਂ ਜ਼ਰੂਰੀ ਹੈ। ਹੁਣ ਪੂਰਾ ਬ੍ਰਹਿਮੰਡ ਇੱਕ ਇਕਾਈ ਹੈ। ਪੂਰੇ ਬ੍ਰਹਿਮੰਡ ਦੇ ਅੰਦਰ ਕਰੋੜਾਂ ਕਰੋੜ ਰਹੇ ਹੈ, ਕਰੋੜਾਂ ਕਰੋੜ ਗਲੈਕਸੀਆਂ ਨੇ। ਗਲੈਕਸੀ ਸਮਝਦੇ ਆਪਾਂ, ਗਲੈਕਸੀ ਦਾ ਮਤਲਬ ਹੁੰਦਾ ਇੱਕ ਤਾਰਿਆਂ ਦਾ ਸਮੂਹ। ਜਿਹੜੀ ਸਾਡੀ ਤਾਰਿਆਂ ਦਾ ਸਮੂਹ ਜਿਹਦਾ ਅਸੀਂ ਹਿੱਸਾ ਹਾਂ, ਆਕਾਸ਼ ਗੰਗਾ। ਉਹ ਆਕਾਸ਼ ਗੰਗਾ ਦਾ ਇੱਕ ਤਾਰਾ ਸੂਰਜ ਹੈ। ਉਹ ਸੂਰਜ ਵਰਗੇ ਕਰੋੜਾਂ ਤਾਰੇ ਹੋਰ ਨੇ ਉਹਦੇ ਚ। ਕਰੋੜਾਂ ਤਾਰਿਆਂ ਦੀ ਇੱਕ ਗਲੈਕਸੀ ਹੈ, ਤੇ ਕਰੋੜਾਂ ਗਲੈਕਸੀਆਂ ਨੇ। ਗਲੈਕਸੀਆਂ ਦੇ ਆਲੇ ਦੁਆਲੇ ਬਿਖਰਿਆ ਅੰਤਹੀਨ ਅਥਾਹ ਜਿਹੜਾ ਆਕਾਸ਼ ਹੈ। ਤੋ ਜਿਹੜੀ ਟੋਟਲ ਬ੍ਰਹਿਮੰਡ ਹੈ, ਉਸ ਆਕਾਸ਼ ਸੂਰਜ ਨਾਮੀ ਤਾਰੇ ਦੀ ਅਸੀਂ ਧਰਤੀਆਂ ਹੋਰ ਨੇ। ਉਹ ਧਰਤੀਆਂ ਸੂਰਜ ਦੀ ਸਿਰਫ 9 ਧਰਤੀਆਂ ਚੋਂ ਇੱਕੋ ਧਰਤੀ ਤੇ ਹੀ ਜੀਵਨ ਹੈ, ਬਾਕੀ ਧਰਤੀਆਂ ਦੇ ਜੀਵਨ ਨਹੀਂ ਹੈਗਾ। ਬਾਕੀ ਤਾਰਿਆਂ ਦੀ ਧਰਤੀਆਂ ਦੇ ਜੀਵਨ ਹੈ ਜਾਂ ਨਹੀਂ, ਉਹਦੇ ਬਾਰੇ ਵਿਗਿਆਨ ਨੂੰ ਕੁਝ ਨਹੀਂ ਪਤਾ, ਕਿਉਂਕਿ ਦੂਰ ਦੇਖਣ ਦੀ ਸਮਰੱਥਾ ਵਿਗਿਆਨ ਦੀ ਨਹੀਂ ਬਣੀ। ਤਾਂ ਇਸ ਕਰਕੇ ਸਾਡੇ ਤਾਰੇ ਦੀ ਸਾਡੇ ਤਾਰੇ ਦੀ ਸਾਡੀ ਧਰਤੀ ਹੈ ਕਹਿੰਦੇ ਆ, ਉਹ ਉਹਦੇ ਉੱਪਰ ਜੀਵਨ ਨੇਚਰ ਹੈ, ਕੁਦਰਤ ਬਸੀ ਹੋਈ ਹੈ। ਉਹ ਕੁਦਰਤ ਦੇ ਅੰਦਰ ਉਹ ਫਿਰ ਇਕਾਈ ਦੇ ਤੌਰ ਤੇ ਕਰ ਰਹੀ ਹੈ। ਜੇ ਮੈਂ ਆਪਣੇ ਆਪ ਨੂੰ ਸਮਝਣਾ ਹੈ ਤਾਂ ਦੂਜੇ ਮਨੁੱਖਾਂ ਦਾ ਸਮਝਣਾ ਹੈ ਕਿ ਦੂਜੇ ਮਨੁੱਖਾਂ ਦੇ ਨਾਲ ਹੋਰ ਜਾਨਵਰ ਨੇ ਕਈ ਕਿਸਮ ਦੇ, ਉਹਨਾਂ ਨਾਲ ਲਾ ਕੇ ਸਮਝਣਾ ਪਿਆ। ਹੋਰ ਪ੍ਰਾਣੀ ਨੇ, ਕੀੜੇ ਮਕੌੜੇ ਨੇ, ਸੂਖਮ ਜੀਵ ਨੇ, ਉਹਨਾਂ ਨਾਲ ਲਾ ਕੇ ਸਮਝਣਾ ਪਏਗਾ। ਫਿਰ ਉਹਨੂੰ ਹਵਾ ਪਾਣੀ ਮਿੱਟੀ ਦਾ ਕੀ ਖੇਲ ਹੈ ਉਹ ਸਮਝਣਾ ਪਏਗਾ। ਸੋ ਸਾਰਾ ਜਿਵੇਂ ਸਮਝਣਾ ਹੈ, ਕਿਸੇ ਇੱਕ ਬੰਦੇ ਨੂੰ ਆਪਣੇ ਆਪ ਨੂੰ ਸਮਝਣਾ ਹੈ ਵੀ ਮੈਂ ਕੀ ਹਾਂ। ਤਾਂ ਮੈਂ ਜੇ ਆਪਣੇ ਆਪ ਨੂੰ ਦੂਜਿਆਂ ਨੂੰ ਲੱਡ ਕਰਕੇ ਸਮਝਾਂਗਾ ਤਾਂ ਮੈਨੂੰ ਕਦੀ ਸਮਝ ਨਹੀਂ ਆ ਸਕਦੀ। ਅਸੀਂ ਬਹੁਤ ਵਾਰੀ ਜਿਹੜੇ ਇਨਸਾਨ ਨੂੰ ਇਹ ਸਮਝ ਨਹੀਂ ਆਈ ਕਿ ਜੇ ਮੈਂ ਆਪਣੇ ਆਪ ਨੂੰ ਸਮਝਣਾ ਹੈ, ਮੈਂ ਆਪਣੇ ਬਾਪ ਨੂੰ ਬਾਰੇ ਜਾਣਨਾ ਹੈ ਕਿ ਮੈਂ ਕੀ ਹਾਂ, ਤਾਂ ਮੈਨੂੰ ਸਾਰੀ ਕੁਦਰਤ ਨਾਲ ਮੂੰਹ ਨਾਲ ਪੂਰੇ ਪਹਿਲਾਂ ਆਪਣੇ ਆਲੇ ਦੁਆਲੇ ਨਾਲ, ਆਪਣੇ ਆਲੇ ਦੁਆਲੇ ਵਸੀ ਕੁਦਰਤ ਨਾਲ, ਇਸ ਧਰਤੀ ਤੇ ਵਸੀ ਸਾਰੀ ਕੁਦਰਤ ਨਾਲ, ਇਸ ਧਰਤੀ ਦਾ ਸੂਰਜ ਨਾਲ ਕੀ ਰਿਸ਼ਤਾ ਉਹਦੇ ਨਾਲ, ਤੇ ਸੂਰਜ ਦਾ ਗਾਂ ਦੂਜੇ ਸੂਰਜਾਂ ਨਾਲ ਕੀ ਰਿਸ਼ਤਾ ਉਹਦੇ ਨਾਲ, ਤੇ ਦੂਜੀਆਂ ਗਲੈਕਸੀਆਂ ਦਾ ਦੂਜੀਆਂ ਗਲੈਕਸੀਆਂ ਨਾਲ ਕੀ ਰਿਸ਼ਤਾ ਉਹਦਾ। ਹਰ ਚੀਜ਼ ਸਮਝਣੀ ਪਏਗੀ, ਨਹੀਂ ਤਾਂ ਉਹਦੇ ਚੋਂ ਪੁੱਠੀਆਂ ਗੱਲਾਂ ਨਿਕਲ ਆਉਂਦੀਆਂ ਨੇ ਵੀ ਧਰਤੀ ਬਲਦ ਦੇ ਸਿੰਘਾਂ ਤੇ ਖੜੀ ਹੈ। ਉਹ ਫਿਰ ਕਹਿੰਦੇ ਵੀ ਬਲਦ ਕਾਹਦੇ ਤੇ ਖੜਾ, ਜੇ ਇਹ ਆਪਾਂ ਨਹੀਂ ਸੋਚਾਂਗੇ ਵੀ ਬਲਦ ਕਾਹਦੇ ਤੇ ਖੜਾ ਹੈ ਤਾਂ ਫਿਰ ਇਹੀ ਮੰਨ ਲਾਂਗੇ ਨਾ ਵੀ ਧਰਤੀ ਬਲਦ ਦੇ ਸਿੰਘਾਂ ਤੇ ਖੜੀ ਹੈ। ਤਾਂ ਇਹ ਜੋੜ ਕੇ ਸਮਝਾਉਂਦੀ ਗੱਲ ਨੂੰ, ਤੋੜ ਕੇ ਨਹੀਂ ਸਮਝਾਉਂਦੀ। ਲੇਕਿਨ ਇੱਥੇ ਇੱਕ ਗੱਲ ਖਿਆਲ ਰੱਖਣੀ ਬਹੁਤ ਜ਼ਰੂਰੀ ਹੈ, ਤੋੜ ਕੇ ਸਮਝਣ ਵਾਲਾ ਵਿਗਿਆਨ ਜਿਹੜਾ ਹੈਗਾ ਇਹ ਕੋਈ ਮਾੜਾ ਵਿਗਿਆਨ ਨਹੀਂ ਹੈ, ਇਸ ਨੂੰ ਕੰਡੈਮ ਨਹੀਂ ਕਰ ਰਹੇ। ਅਸੀਂ ਸਿਰਫ ਕਹਿ ਰਹੇ ਹਾਂ ਕਿ ਤੋੜ ਕੇ ਦੇਖਣ ਵਾਲਾ ਵਿਗਿਆਨ ਅਧੂਰਾ ਵਿਗਿਆਨ ਹੈ। ਉਹ ਵਿਗਿਆਨ ਉਹ ਵੀ ਅੱਛਾ ਹੈ ਕਿਉਂਕਿ ਉਹਦੇ ਨਾਲ ਵੀ ਕੁਝ ਫਾਇਦੇ ਹੁੰਦੇ ਆ ਤੇ ਹੋਏ ਆ, ਕਿਉਂਕਿ ਕਿਸੇ ਪਾਰਟ ਨੂੰ, ਕਿਸੇ ਹਿੱਸੇ ਨੂੰ ਵਿਸਥਾਰ ਨਾਲ ਸਮਝਣਾ ਵੀ ਆਪਣੇ ਆਪ 'ਚ ਇੱਕ ਜ਼ਰੂਰਤ ਹੈ। ਉਹਦੇ ਸਮਝ ਤੋਂ ਵੀ ਬਹੁਤ ਅੱਛੀਆਂ ਗੱਲਾਂ ਨਿਕਲਦੀਆਂ ਨੇ, ਕਿੰਨਾ ਕੁਝ ਵਿਕਾਸ ਨਿਕਲਿਆ ਉਸ ਸਾਇੰਸ ਤੋਂ। ਇਹ ਨਹੀਂ ਹੈ ਆਪਾਂ ਇਸ ਗੱਲ ਨੂੰ ਬਿਲਕੁਲ ਚੇਤਨ ਰਹਿਣਾ ਗੱਲ ਕਰਦੇ ਹੋਏ, ਉਸ ਵਿਗਿਆਨ ਨੂੰ ਅਸੀਂ ਕੰਡੈਮ ਨਹੀਂ ਕਰ ਰਹੇ, ਕਾਂਟੀ ਨਹੀਂ ਫੇਰ ਰਹੇ ਉਹਦੇ। ਕਾਂਟੀ ਫੇਰਾਂਗੇ ਤੇ ਸਾਡੀ ਇਹ ਘਮੰਡ ਹੋਏਗਾ, ਸਾਡੇ ਪਾੜ ਤੇ ਮੂਰਖਤਾ ਹੋਏਗੀ ਜੇ ਅਸੀਂ ਕਹਾਂਗੇ ਵੀ ਜਿਹੜਾ ਤੋੜ ਕੇ ਦੇਖਣ ਵਾਲਾ ਵਿਗਿਆਨ ਹੈ ਟੋਟਲੀ ਗਲਤ ਹੈ। ਨਾ, ਉਹ ਕਾਫੀ ਨਹੀਂ ਹੈ, ਉਹ ਅਧੂਰਾ ਹੈ।
वो पूरे समझ ते नहीं लैके जा सकता। ये एतराज है। ਉਹਦੇ ਵਾਸਤੇ ਸਾਨੂੰ ਕਿਹੜਾ ਗਿਆਨ ਚਾਹੀਦਾ, ਹੋਲਿਜ਼ਮ, ਜਿਹੜਾ ਜੋੜ ਜੋੜ ਕੇ ਸਾਰੀ ਚੀਜ਼ਾਂ ਨੂੰ ਆਪਸ ਵਿੱਚ ਉਹਦੇ ਜਿਹੜੇ ਆਪਸੀ ਕਨੈਕਸ਼ਨਸ ਨੇ, ਆਪਸੀ ਰਿਸ਼ਤੇ ਨੇ ਉਹਦੇ, ਉਹਨੂੰ ਜੋੜ ਦੇਖੇ, ਉਹਨੂੰ ਦੇਖ ਕੇ ਫਿਰ ਜਿਵੇਂ ਕਿ ਹੋਲ ਨੂੰ ਸਮਝ ਕੇ ਫਿਰ ਹਿੱਸੇ ਨੂੰ ਸਮਝੇ, ਉਹਦੇ ਹਿੱਸੇ ਨੂੰ, ਪੁਰਜੇ ਨੂੰ, ਇੱਕ ਪਾਰਟ ਨੂੰ। ਫਿਰ ਇੱਕ ਪਾਰਟ ਦਾ ਵਿਸਥਾਰ ਸਮਝਣਾ ਜਿਹੜਾ ਉਹਦੀ ਬਹੁਤ ਅੱਛੀ ਸਾਇੰਸ ਹੈ। ਤੇ ਉਹਨੂੰ ਵੀ ਆਪਾਂ ਕੰਡੈਮ ਨਹੀਂ ਕਰਦੇ, ਸਿਰਫ ਉਹਨੂੰ ਇਹ ਇਤਰਾਜ਼ ਕਰਦੇ ਆ ਉੱਤੇ ਕਿ ਇਹ ਅਧੂਰੀ ਸਾਇੰਸ ਹੈ, ਪੂਰਨ ਸਾਇੰਸ ਨਹੀਂ ਹੈ। ਤੇ ਉਸੇ ਕਰਕੇ ਅਧੂਰੀ ਸਾਇੰਸ ਨੂੰ ਕਰਕੇ ਇਹਨੂੰ ਗੱਲ ਪੂਰੀ ਸਮਝ ਨਹੀਂ ਆਉਂਦੀ। ਸਮਝ ਜਦੋਂ ਨਹੀਂ ਆਉਂਦੀ ਤਾਂ ਨਾਲ ਫਿਰ ਕਮਰਸ਼ੀਅਲਿਸਟ ਆ ਗਏ, ਉਹ ਧੰਦੇਬਾਜ਼ ਲੋਕ ਆ ਗਏ। ਧੰਦੇਬਾਜ਼ ਲੋਕਾਂ ਨੇ ਉਸ ਵਿਗਿਆਨ ਨੂੰ ਹਾਈਜੈਕ ਕਰਕੇ, ਉਸ ਵਿਗਿਆਨ ਨੂੰ ਆਪਣੇ ਕਬਜ਼ਾ ਕਰਕੇ ਉਹਦੇ ਉੱਪਰ ਉਹ ਆਪਣੇ ਧੰਦੇ ਲਈ ਵਰਤਿਆ ਉਹਨਾਂ ਨੇ। ਤੇ ਜਿਹੜੀ ਮਨੁੱਖਤਾ ਦੀ ਭਲਾਈ ਲਈ ਵਰਤਣ ਦੀ ਬਜਾਏ ਮਨੁੱਖਤਾ ਦੇ ਸਿਰਫ ਧੰਦਾ ਕਰਨ ਲਈ ਵਰਤ ਲਿਆ। तो पहली गल तो विज्ञान च ऊणता ही सी कि विज्ञान ने उन्होंने पूर्णता च नहीं समझा, पूर्णता च नहीं समझा। दूजा ਉਹਦੇ नुक्स आ गया कि ਉਹ विज्ञान ਨੂੰ ਉਹਨਾਂ ਹਿੱਤਾਂ ਨੇ ਉਧਾੜਾ ਕਰ ਲਿਆ, ਉਹਦਾ ਹਾਈਜੈਕ ਕਰ ਲਿਆ, ਜਿਨ੍ਹਾਂ ਲੋਕਾਂ ਨੇ ਉਸ ਵਿਗਿਆਨ ਦੇ ਸਿਰ ਤੇ ਧੰਦੇਬਾਜ਼ੀ ਕਰਨੀ ਸੀ। ਇਹ ਇਸ ਕਰਨ ਉੱਪਰ ਸਮਝੀ ਹੈ। ਹੁਣ ਇਹਦੀ ਮੋਟੀ ਥੋੜੀ ਦੋ ਤਿੰਨ ਉਦਾਹਰਨ ਆਪਾਂ ਲੈ ਕੇ ਸਮਝੀਏ ਕਿ ਇਹ ਗੱਲ ਜਿਹੜੀ ਫਿਰ ਹੋਰ ਕਲੀਅਰ ਹੋ ਜਾਈਏ ਕਿ ਕਿਉਂ ਮੈਂ ਕਹਿ ਰਿਹਾ ਇਹ। ਆਪਾਂ ਇੱਕ ਉਦਾਹਰਨ ਲੈਣੇ ਸਾਹ ਦੀ। ਆਪਾਂ ਸਾਹ ਲੈਂਦੇ ਹਾਂ, ਸਾਹ ਆਏ ਤਾਂ ਅਸੀਂ ਆ, ਫਿਰ ਸਾਹ ਰੁਕ ਗਿਆ ਤਾਂ ਬੰਦਾ ਗਿਆ। ਸਾਹ ਚੱਲਦਾ ਤਾਂ ਤੁਸੀਂ ਹੈਗੇ ਹੋ, ਜੇ ਸਾਹ ਨਹੀਂ ਰੁਕ ਗਿਆ ਤਾਂ ਗਏ। ਇਹਦਾ ਮਤਲਬ ਹੋਇਆ ਕਿ ਸਾਹ ਸਾਡੀ ਹੋਂਦ ਦਾ ਆਧਾਰ ਹੈ, ਸਾਹ ਮੇਰੇ ਹੋਣ ਦਾ ਆਧਾਰ ਹੈ। ਜੇ ਸਾਹ ਮੇਰੇ ਹੋਣ ਦਾ ਆਧਾਰ ਹੈ ਤਾਂ ਸਾਹ ਹੈ ਕੀ ਹੈ? ਸਾਹ ਕੀ ਹੈ? ਸਾਹ ਇੱਕ ਤਾਂ ਹਵਾ ਹੈ, ਉਹਦੇ 'ਚ ਆਕਸੀਜਨ ਹੈ, ਕਾਰਬਨ ਡਾਈਆਕਸਾਈਡ ਹੈ, ਹੋਰ ਗੈਸਾਂ ਨੇ, ਹਵਾ ਹੈ। ਖਾਸ ਕਰਕੇ ਆਕਸੀਜਨ ਹੈ ਜਿਹੜੀ ਸਾਨੂੰ ਚਾਹੀਦੀ ਹੈ। ਨਾਈਟ੍ਰੋਜਨ ਹੈ, 79% ਨਾਈਟ੍ਰੋਜਨ ਹੈ, 20% ਆਕਸੀਜਨ ਹੈ, ਬਾਕੀ 1% ਬਾਕੀ ਗੈਸਾਂ। ਪਰ ਕੱਲੀ ਆਕਸੀਜਨ ਹੋਣ ਨਾਲ ਜਾਂ ਹਵਾ ਹੋਣ ਨਾਲ ਸਾਹ ਨਹੀਂ ਨਾ ਆਉਂਦਾ। ਸਾਹ ਲੈਣ ਲਈ ਸਰੀਰ 'ਚ ਇੱਕ ਖਾਸ ਕਿਸਮ ਦਾ ਮੈਕੈਨਿਜ਼ਮ ਚਾਹੀਦਾ, ਜਿਹਨੂੰ ਪੱਠੇ ਕਹਿੰਦੇ ਹਾਂ ਅਸੀਂ। ਕਿ ਮੇਰੇ ਸਾਹ ਦੇ ਪੱਠੇ ਹਿੱਲਣਗੇ ਤਾਂ ਹੀ ਉਹ ਹਵਾ ਅੰਦਰ ਜਾਣਗੇ ਨਾ। ਇਹਦਾ ਮਤਲਬ ਸਾਹ ਦੇ ਦੋ ਹਿੱਸੇ ਹੋ ਗਏ, ਇੱਕ ਤਾਂ ਸਾਹ ਦਾ ਹਿੱਸਾ ਹਵਾ, ਇੱਕ ਹਿੱਸਾ ਹੈ ਕਿ ਮੈਂ ਸਾਹ ਲੈ ਵੀ ਸਕਾਂ, ਅੰਦਰ ਵੀ ਲਿਜਾ ਸਕਾਂ ਆਕਸੀਜਨ ਨੂੰ, ਹਵਾ ਨੂੰ। ਹੁਣ ਆਪਾਂ ਦੇਖੀਏ ਜਿਹੜੀ ਆਕਸੀਜਨ ਹੈ, ਹਵਾ ਕਿੱਥੋਂ ਆਉਂਦੀ ਹੈ? ਕੌਣ ਬਣਾਉਂਦਾ ਇਹਨੂੰ? ਹਵਾ ਨੂੰ। ਹਵਾ ਨੂੰ ਕੌਣ ਬਣਾਉਂਦਾ? ਬੂਟੇ ਬਣਾਉਂਦੇ ਆ, ਪਲਾਂਟਸ 'ਚ ਬਣਦੀ। ਆਪਾਂ ਨੂੰ ਪਤਾ ਕਿ ਹਵਾ ਜਿਹੜੀ ਆ ਉਹ ਪੌਦੇ ਉਹਨਾਂ ਨੂੰ ਬਣਾਉਂਦੇ ਆ। ਪੌਦੇ ਸਾਡੀ ਛੱਡੀ ਹੋਈ ਕਾਰਬਨ ਡਾਈਆਕਸਾਈਡ ਨੂੰ ਲੈ ਲੈਂਦੇ ਆ, ਉਹ ਪੌਦੇ ਆਕਸੀਜਨ 'ਚ ਕਨਵਰਟ ਕਰ ਦਿੰਦੇ ਆ। ਤੇ ਉਹ ਆਕਸੀਜਨ 'ਚ ਕਨਵਰਟ ਕਰਦੇ ਆ ਜਦੋਂ ਤੁਹਾਨੂੰ ਕੀ ਚਾਹੀਦਾ ਆਕਸੀਜਨ ਕਨਵਰਟ ਕਰਨ ਲਈ? ਸੂਰਜ ਦੀ ਧੁੱਪ ਚਾਹੀਦੀ ਹੈ। ਇਹਦਾ ਮਤਲਬ ਸੂਰਜ ਦੀ ਧੁੱਪ ਤੋਂ ਵੀ ਹਵਾ ਆ ਰਹੀ ਹੈ। ਤਾਂ ਸੂਰਜ ਦੀ ਰੋਸ਼ਨੀ ਦੀ ਪ੍ਰੈਜ਼ੈਂਸ ਦੇ ਵਿੱਚ ਪੌਦੇ ਜਿਹੜੇ ਨੇ ਉਹ ਕਾਰਬਨ ਡਾਈਆਕਸਾਈਡ ਲੈ ਕੇ ਇਹਨੂੰ ਆਕਸੀਜਨ ਬਦਲ ਦਿੰਦੇ ਆ ਤੇ ਸਾਡੀ ਵੀ ਹਵਾ ਤਿਆਰ ਕਰ ਦਿੰਦੇ ਆ। ਇਹਦਾ ਮਤਲਬ ਕੀ ਹੋਇਆ ਕਿ ਹਵਾ ਜਿਹੜੀ ਆ, ਹਵਾ ਦੇ ਰਾਹੀਂ ਮੇਰੀ ਹੋਂਦ ਪੌਦਿਆਂ ਤੇ ਨਿਰਭਰ ਹੈ ਤੇ ਪੌਦਿਆਂ ਰਾਹੀਂ ਮੇਰੀ ਹੋਂਦ ਸੂਰਜ ਨਾਲ ਨਿਰਭਰ ਹੈ, ਸੂਰਜ ਤੇ ਨਿਰਭਰ ਹੈ। ਜੇ ਸੂਰਜ ਨਹੀਂ ਹੈ ਤਾਂ ਮੈਂ ਨਹੀਂ ਹਾਂ, ਜੇ ਪੌਦੇ ਨਹੀਂ ਹਨ ਤਾਂ ਵੀ ਮੈਂ ਨਹੀਂ ਹਾਂ। ਤਾਂ ਮੈਂ ਕੁਦਰਤ ਦਾ ਵੀ ਇੱਕ ਛੋਟਾ ਜਿਹਾ ਹਿੱਸਾ ਤੇ ਪੂਰੇ ਬ੍ਰਹਿਮੰਡ ਦਾ ਵੀ ਹਿੱਸਾ। ਕਿਉਂਕਿ ਸਾਹ ਲੈਣ ਲਈ ਤਾਂ ਹਵਾ ਚਾਹੀਦੀ ਹੈ। ਹਵਾ ਜਿਹੜੀ ਆਉਣੀ ਪੌਦਿਆਂ ਤੋਂ ਆਉਣੀ ਹੈ, ਪੌਦਿਆਂ ਨੇ ਕਿੱਥੋਂ ਬਣਾਉਣੀ ਹੈ? ਸੂਰਜ ਤੋਂ ਬਣਾਉਣੀ ਹੈ, ਸੂਰਜ ਦੀ ਰੋਸ਼ਨੀ ਚਾਹੀਦੀ ਹੈ। ਸਪਸ਼ਟ ਹੋ ਗਿਆ ਨਾ ਕਿ ਕਿਵੇਂ ਹੋਲ ਜਿਹੜਾ ਹੈ ਇੰਪੋਰਟੈਂਟ ਹੈ, ਟੋਟੈਲਿਟੀ ਇੰਪੋਰਟੈਂਟ ਹੈ। ਉਹਦੇ ਬਿਨਾ ਇੱਕ ਦੀ ਹਿੱਸੇ ਦੀ ਹੋਂਦ ਨਹੀਂ ਹੈ ਕੋਈ। ਹੁਣ ਆਪਾਂ ਦੂਜੇ ਹਿੱਸੇ ਤੇ ਆ ਜਾਈਏ, ਸਾਹ ਦੇ ਤੇ ਕਿ ਮੇਰੀ ਛਾਤੀ ਮੂਵ ਕਰੇਗੀ, ਮੇਰਾ ਪੇਟ ਮੂਵ ਕਰੇਗਾ ਤਾਂ ਹੀ ਸਾਹ ਆਏਗਾ ਨਾ। ਇਹ ਤਾਂ ਲਾਸ਼ ਵੀ ਪਈ ਹੁੰਦੀ ਹੈ, ਉਹਨੂੰ ਉਹ ਹਵਾ ਵੀ ਹੁੰਦੀ ਹੈ, ਆਕਸੀਜਨ ਵੀ ਹੁੰਦੀ ਹੈ, ਉਹ ਤਾਂ ਲਾਸ਼ ਹੁੰਦੀ ਹੈ। ਮੈਂ ਜਿਉਂਦਾ ਤੇ ਮੇਰੇ ਸਰੀਰ ਦੇ ਵਿੱਚ ਉਹ ਸਮਰੱਥਾ ਹੈ ਕਿ ਮੇਰੇ ਪੱਠੇ ਜਿਹੜੇ ਨੇ
ਉਹ ਹਿਲਜੁਲ ਕਰਦੇ ਆ ਤੇ ਹਿਲਜੁਲ ਕਰਦੇ ਤੇ ਆਕਸੀਜਨ ਅੰਦਰ ਜਾਂਦੀ ਹੈ, ਫਿਰ ਮੇਰੇ ਆਕਸੀਜਨ ਮੇਰੇ ਅੰਦਰ ਉਹ ਖੂੰਜ ਜਾਂਦੀ ਹੈ ਤੇ ਫਿਰ ਮੇਰਾ ਸਰੀਰ ਕੰਮ ਕਰਦਾ। ਹੁਣ ਉਹ ਪੱਠੇ ਕਿਵੇਂ ਹਿੱਲਦੇ ਆ? ਜੋ ਪੱਠੇ ਨਾ ਹਿੱਲਣ ਤਾਂ ਫਿਰ ਤਾਂ ਮੈਂ ਜੇ ਮੈਂ ਮਰ ਗਿਆ, ਮਰਿਆ ਵਰਗਾ ਹੋ ਗਿਆ, ਪੱਠੇ ਨਹੀਂ ਹਿਲਦੇ ਤਾਂ ਵੀ ਨਹੀਂ ਮੇਰਾ ਸਾਹ ਚੱਲਦਾ। ਹੁਣ ਉਹ ਪੱਠੇ ਕਿਵੇਂ ਹਿਲਦੇ ਆ? ਪੱਠਿਆਂ ਨੂੰ ਹਿਲਾਉਣ ਲਈ ਕਿਹੜੀ ਸ਼ਕਤੀ ਹੈ? ਪੱਠਿਆਂ ਨੂੰ ਹਿਲਾਉਣ ਲਈ ਊਰਜਾ ਚਾਹੀਦੀ ਹੈ। ਊਰਜਾ ਕਿੱਥੋਂ ਆਉਂਦੀ ਹੈ? ਊਰਜਾ ਮੇਰੇ ਸੈੱਲਾਂ 'ਚ ਬਣਦੀ ਹੈ। ਸੈੱਲਾਂ 'ਚ ਕਿਵੇਂ ਬਣਦੀ ਹੈ? ਸੈੱਲ ਦੇ ਅੰਦਰ ਜਨਰੇਟਰ ਲੱਗੇ ਹੋਏ ਆ ਜਿਹਨਾਂ ਨੂੰ ਮਾਈਟੋਕੌਂਡਰੀਆ ਕਹਿੰਦੇ ਆ। ਉਹ ਜਨਰੇਟਰ ਕਿਵੇਂ ਕਿਵੇਂ ਊਰਜਾ ਪੈਦਾ ਕਰਦੇ ਆ? ਸੂਰਜ ਦੀ ਊਰਜਾ ਸਿੱਧੀ ਨਹੀਂ ਮੈਂ ਯੂਜ਼ ਕਰ ਸਕਦਾ। ਮੇਰੀ ਸਰੀਰ ਕੋਲੇ ਇਹੋ ਜਿਹੀ ਕੈਪੈਸਿਟੀ ਨਹੀਂ ਹੈ ਕਿ ਉਹ ਸੂਰਜ ਦੀ ਊਰਜਾ ਨੂੰ ਵਰਤ ਲੂਗੀ। ਪੌਦਿਆਂ 'ਚ ਕੈਪੈਸਿਟੀ ਹੈਗੀ ਹੈ ਕਿ ਸੂਰਜ ਦੀ ਊਰਜਾ ਨੂੰ ਵਰਤ ਕੇ ਉਹ ਭੋਜਨ ਵੀ ਬਣਾ ਸਕਦੇ ਆ ਤੇ ਆਕਸੀਜਨ ਵੀ ਬਣਾ ਸਕਦੇ ਆ, ਲੇਕਿਨ ਮੇਰੇ 'ਚ ਕੋਈ ਕੈਪੈਸਿਟੀ ਨਹੀਂ ਹੈਗੀ। ਤੇ ਜੇ ਮੇਰੇ 'ਚ ਕੈਪੈਸਿਟੀ ਨਹੀਂ ਹੈਗੀ ਤਾਂ ਊਰਜਾ ਫਿਰ ਕਿੱਥੋਂ ਆਊਗੀ? ਮੈਨੂੰ ਊਰਜਾ ਜਿਹੜੀ ਲੈਣ ਲਈ ਪੌਦਿਆਂ ਦਾ ਸਹਾਰਾ ਫਿਰ ਲੈਣਾ ਪਏਗਾ। ਪੌਦਿਆਂ ਤੋਂ ਦੋ ਚੀਜ਼ਾਂ ਆਉਣਗੀਆਂ, ਹਵਾ ਵੀ ਆਕਸੀਜਨ ਆਉਣੀ ਹੈ, ਹਵਾ ਚਾਹੀਦੀ ਮੈਨੂੰ ਅੰਦਰ ਊਰਜਾ ਪੈਦਾ ਕਰਨ ਲਈ। ਤਾਂ ਮੇਰੇ ਸੈੱਲਾਂ ਦੇ ਅੰਦਰ ਜਿਹੜੇ ਜਨਰੇਟਰ ਲੱਗੇ ਹੋਏ ਆ ਮਾਈਟੋਕੌਂਡਰੀਆ, ਉਹਨਾਂ ਨੂੰ ਐਨਰਜੀ ਬਣਾਉਣ ਲਈ ਗਲੂਕੋਜ਼ ਚਾਹੀਦੀ ਹੈ ਤੇ ਗਲੂਕੋਜ਼ ਆਕਸੀਜਨ ਦੀ ਹਾਜ਼ਰੀ ਚਾਹੀਦੀ ਹੈ। ਤਾਂ ਆਕਸੀਜਨ ਆਪਾਂ ਦੇਖ ਲਿਆ ਸੀ ਪੌਦਿਆਂ ਤੋਂ ਆਉਂਦੀ ਹੈ, ਸੂਰਜ ਤੋਂ ਆਉਂਦੀ ਹੈ। ਹੁਣ ਗਲੂਕੋਜ਼ ਕਿੱਥੋਂ ਆਉਂਦੀ ਹੈ? ਗਲੂਕੋਜ਼ ਵੀ ਪੌਦੇ ਬਣਾਉਂਦੇ ਆ, ਭੋਜਨ ਤਿਆਰ ਕਰਦੇ ਆ। ਉਹ ਕਿੱਥੋਂ ਕਰਦੇ ਆ? ਉਹ ਵੀ ਸੂਰਜ ਦੀ ਮਦਦ ਨਾਲ ਕਰਦੇ ਆ। ਸੂਰਜ ਦੀ ਮਦਦ 'ਚ ਹੀ ਭੋਜਨ ਬਣਦਾ। ਸੂਰਜ ਦੀ ਰੋਸ਼ਨੀ ਤੋਂ ਬਿਨਾਂ ਕੋਈ ਪੌਦਾ ਭੋਜਨ ਨਹੀਂ ਬਣਾ ਸਕਦਾ ਤੇ ਪੌਦਿਆਂ ਤੋਂ ਬਿਨਾਂ ਕੋਈ ਚੀਜ਼ ਹੋਰ ਭੋਜਨ ਨਹੀਂ ਬਣਾ ਸਕਦੀ। ਤਾਂ ਸੂਰਜ ਦੀ ਰੋਸ਼ਨੀ ਵਿੱਚ ਪੌਦੇ ਭੋਜਨ ਬਣਾਉਂਦੇ ਆ। ਉਹ ਪੌਦਿਆਂ ਦਾ ਭੋਜਨ ਮੈਂ ਖਾਣਾ, ਮੇਰੇ ਸਰੀਰ ਜਾ ਕੇ ਉਹ ਗਲੂਕੋਜ਼ ਬਣਦੀ ਹੈ। ਗਲੂਕੋਜ਼ ਮੇਰੇ ਸਰੀਰ ਦੇ ਅੰਦਰ ਖੂਨ 'ਚ ਜਾਂਦੀ ਹੈ, ਨਾਲ ਫੇਫੜਿਆਂ ਰਾਹੀਂ ਆਕਸੀਜਨ ਆਉਂਦੀ ਹੈ। ਦੋਨੋਂ ਰਲ ਕੇ ਮੇਰੇ ਸੈੱਲਾਂ ਦੇ ਵਿੱਚ ਜਾ ਕੇ ਮਾਈਟੋਕੌਂਡਰੀਆ 'ਚ ਉਹ ਊਰਜਾ ਬਣਾਉਂਦੇ ਆ ਤੇ ਉਹ ਊਰਜਾ ਰਾਹੀਂ ਮੇਰੇ ਪੱਠੇ ਹਿਲਦੇ ਆ। ਇਹਦਾ ਮਤਲਬ ਕੀ ਹੋਇਆ ਕਿ ਮੇਰਾ ਸਾਹ ਕਿਹਦੇ ਤੇ ਨਿਰਭਰ ਹੈ? ਫਿਰ ਪੌਦਿਆਂ ਤੇ ਨਿਰਭਰ ਹੈ, ਸੂਰਜ ਤੇ ਨਿਰਭਰ ਹੈ। ਤੋ ਇਹ ਦੇਖ ਲਓ ਮੇਰੀ ਇਕੱਲੇ ਦੀ ਕੀ ਹੋਂਦ ਹੈ? ਜਦ ਤੱਕ ਮੈਂ ਪੌਦਿਆਂ ਦੇ, ਮੇਰੀ ਹੋਂਦ ਪੌਦਿਆਂ ਨਾਲ ਹੈ ਤੇ ਪੌਦਿਆਂ ਦੀ ਹੋਂਦ ਤੇ ਮੇਰੀ ਹੋਂਦ ਸੂਰਜ ਨਾਲ ਹੈ। ਇਹ ਹੈ ਹੋਲਿਜ਼ਮ ਤੇ ਰਿਡਕਸ਼ਨਿਜ਼ਮ। ਜੇ ਮੈਂ ਆਪਣੇ ਆਪ ਨੂੰ ਅਲੱਗ ਕਰਕੇ ਸਮਝਾਂਗਾ ਤਾਂ ਮੈਂ ਹੱਦ ਦਰਜੇ ਦਾ ਉੱਲੂ ਹੋਊਂਗਾ, ਮੈਨੂੰ ਫਿਰ ਕੋਈ ਚੀਜ਼ ਸਮਝ ਨਹੀਂ ਆ ਸਕਦੀ। ਫਿਰ ਮੈਂ ਅਨਨੈਸੈਸਰੀ ਆਪਣੇ ਆਪ ਨੂੰ ਪੱਟੇ ਖਾਂ ਸਮਝੀ ਜਾਊਂਗਾ ਕਿ ਮੈਂ ਪਤਾ ਨਹੀਂ ਕੀ ਖਾਸ ਚੀਜ਼ ਆ ਤੇ ਮੇਰੇ ਆਲੇ ਦੁਆਲੇ ਤਾਂ ਸਾਰਾ ਕੁਝ ਘੁੰਮਣਾ ਚਾਹੀਦਾ। ਉਹ ਇਹ ਨਹੀਂ ਪਤਾ ਵੀ ਤੇਰੀ ਕੋਈ ਬਾਤ ਨਹੀਂ ਹੈ ਜਦ ਤੱਕ ਪੌਦੇ ਨਹੀਂ ਹੈ ਆਲੇ ਦੁਆਲੇ, ਔਰ ਤੇਰੀ ਕੋਈ ਵਾਦਾ ਨਹੀਂ ਜਦ ਤੱਕ ਸੂਰਜ ਦੀ ਰੋਸ਼ਨੀ ਨਹੀਂ ਹੈ। ਉਹਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ। ਇਹ ਹੈ ਹੋਲਿਜ਼ਮ ਤੇ ਰਿਡਕਸ਼ਨਿਜ਼ਮ। ਇਹ ਜਿਹੜੀ ਆਪਾਂ ਗੱਲ ਸਮਝਦੀ ਸੀ ਕਿ ਇਸ ਢੰਗ ਦੇ ਨਾਲ ਜਿਹੜਾ ਹੈ ਹੋਲਿਜ਼ਮ, ਜਿਹੜਾ ਹੈ ਹੋਲਿਸਟਿਕ ਅਪਰੋਚ ਜਿਹਨੂੰ ਆਪਾਂ ਕਹਿੰਦੇ ਆ, ਆਪਾਂ ਕਹਿੰਦੇ ਅਸੀਂ ਹੋਲਿਸਟਿਕ ਹੈਲਥ ਕੇਅਰ ਕਰਦੇ ਹਾਂ। ਉਹਦਾ ਮਤਲਬ ਇਹ ਹੈ ਕਿ ਚੀਜ਼ਾਂ ਨੂੰ ਜੋੜ ਕੇ ਦੇਖਣਾ ਤੇ ਫਿਰ ਉਹਦੇ ਹਿਸਾਬ ਨਾਲ ਹੀ ਉਹਦੀ ਸਮਝ ਕੱਢਣੀ ਤੇ ਉਹਦੇ ਚੋਂ ਹੱਲ ਕੱਢਣੇ, ਉਹਨੂੰ ਕਹਿੰਦੇ ਹੋਲਿਜ਼ਮ। ਤਾਂ ਇਹ ਜਿਹੜੀ ਪੁਰਾਣੀ ਸਾਇੰਸ ਸੀਗੀ, ਜਿਹੜੀ 150 ਸਾਲ ਤੋਂ ਚੱਲ ਰਹੀ ਸੀਗੀ, ਇਹ ਰਿਡਕਸ਼ਨਿਜ਼ਮ ਤੇ ਬੇਸਡ ਹੈ ਸਾਰੀ। ਇੱਕ ਗੱਲ। ਦੂਜੀ ਗੱਲ, ਰਿਡਕਸ਼ਨਿਜ਼ਮ ਤੇ ਬੇਸਡ ਹੁੰਦੀ ਹੋਈ ਵੀ ਇਹਦੇ ਅੰਦਰ ਜਿਹੜੇ ਹਿੱਤ ਸੀਗੇ, ਧੰਦੇ ਕਰਨ ਵਾਲੇ ਹਿੱਤ ਸੀਗੇ, ਉਹਨਾਂ ਨੇ ਇਹਨੂੰ ਹਾਈਜੈਕ ਕਰਕੇ ਆਪਣੇ ਮਕਸਦ ਲਈ ਵਰਤ ਲਿਆ। ਉਹਦੇ ਚੋਂ ਫਿਰ ਇਹ ਹੱਲ ਕੱਢੇ ਇਹੋ ਜਿਹੇ ਦਵਾਈਆਂ ਦੇ ਤੇ ਜਿਹਦੇ ਅੰਦਰ ਉਹ ਧੰਦਾ ਕਰ ਸਕਦੀ, ਫਾਰਮਾਸਿਊਟੀਕਲਸ ਕੱਢੇ, ਫਿਰ ਬਾਅਦ ਨਿਊਟਰਾਸਿਊਟੀਕਲਸ ਕੱਢੇ ਤੇ ਉਹ ਜਿਹੜੇ ਹੱਲ ਜਿਹੜੇ ਨੇ ਉਹਦੇ ਚੋਂ ਕੀ ਨਿਕਲਿਆ ਅਲਟੀਮੇਟਲੀ ਹੁਣ ਪਿਛਲੇ 150 ਸਾਲ ਤੋਂ ਆਉਂਦੀ ਗੱਲ ਸਮਝ ਆ ਗਈ ਸਾਨੂੰ ਕਿ ਇਹ ਜਿਹੜੀ 150 ਸਾਲ ਦੀ ਨਿਊਟ੍ਰੀਸ਼ਨ ਦੀ ਸਮਝ ਸੀ ਸਾਡੀ, ਉਹ ਸਾਰੀ ਸਮਝ ਕਿਤੇ ਨਾ ਕਿਤੇ ਰਿਡਕਸ਼ਨਿਸਟ ਸਾਇੰਸ ਤੇ ਬੇਸ ਸੀਗੀ ਕਿ ਵਿਟਾਮਿਨ ਏ ਕਰਕੇ ਆ ਹੁੰਦਾ, ਫਿਰ ਈ ਕਰਕੇ ਆ ਹੁੰਦਾ, ਫਿਰ ਬੀ ਕਰਕੇ ਆ ਹੁੰਦਾ। ਉਹ ਪਹਿਲਾਂ ਸਾਨੂੰ ਜਦੋਂ ਪੜਾਉਂਦੇ ਸੀ, ਜਦੋਂ ਮੈਂ MBBS ਕਰਦਾ ਸੀ, ਤਾਂ ਸਾਡੇ ਕੋਲ ਸਾਰੇ ਟੋਟਲ ਜਿਹੜੇ ਖੁਰਾਕੀ ਤੱਤ ਸੀ ਜਿਹਨਾਂ ਦੀ ਘਾਟਾਂ ਨਾਲ ਬਿਮਾਰੀਆਂ ਹੁੰਦੀਆਂ ਸੀ, ਉਹ ਲੈ ਦੇ ਕੇ ਸਾਰੇ 15-20 ਬਣਦੇ ਹੁੰਦੇ ਸੀਗੇ। ਅੱਜ ਆਉਂਦੇ ਵਿਗਿਆਨ ਨੂੰ ਇਹ ਸਮਝ ਆ ਗਈ ਕਿ ਇਹ 15-20 ਨਹੀਂ ਹੈਗੇ ਜੀ, ਇਹ ਤਾਂ ਹਜ਼ਾਰਾਂ ਨੇ। ਪਹਿਲਾਂ ਅਸੀਂ ਕਹਿੰਦੇ ਸੀ ਵਿਟਾਮਿਨ ਏ, ਉਹ ਕਹਿੰਦੇ ਵਿਟਾਮਿਨ ਏ ਹੀ ਗਾਂ ਸੈਂਕੜੇ ਤਰ੍ਹਾਂ ਦਾ। ਵਿਟਾਮਿਨ ਏ ਕਹਿੰਦੇ ਜੀ ਵਿਟਾਮਿਨ ਏ ਫੈਟ ਸੋਲੂਬਲ ਵਿਟਾਮਿਨ ਹੈ। ਜੋ ਕਿੱਡੇ ਫਨੀ ਚੀਜ਼ਾਂ ਨਿਕਲੀਆਂ। ਕਹਿੰਦੇ ਜੀ ਵਿਟਾਮਿਨ ਏ ਜਿਹੜਾ ਹੈ ਉਹ ਫੈਟ ਸੋਲੂਬਲ ਹੈ, ਤੇ ਫੈਟ ਸੋਲੂਬਲ ਹੈ ਤਾਂ ਫੈਟ ਵਾਲੇ ਫੂਡ ਤੋਂ ਹੀ ਆ ਸਕਦਾ, ਫਿਰ ਤਾਂ ਕਿਤੋਂ ਹੋਰ ਆ ਹੀ ਨਹੀਂ ਸਕਦਾ। ਇਹਨਾਂ ਨੇ ਕੀ ਕਿਹਾ, ਡਾਲਡੇ ਘਿਓ ਦੇ ਉੱਪਰ ਲਿਖਣਾ ਸ਼ੁਰੂ ਕਰਤਾ। ਮੈਨੂੰ ਅੱਜ ਵੀ ਯਾਦ ਹੈ, ਉਹਦੇ ਡੱਬੇ ਤੇ ਲਿਖਿਆ ਹੁੰਦਾ ਸੀਗਾ ਵਿਟਾਮਿਨ ਏ ਤਥਾ ਡੀ ਕੇ ਯੁਕਤ, ਜਾਨੀ ਕਿ ਉਹ 'ਚ ਐਡ ਕੀਤਾ ਹੋਇਆ ਵਿਟਾਮਿਨ ਏ ਤੇ ਵਿਟਾਮਿਨ ਡੀ।
ਉਹਨੂੰ ਸਪਲੀਮੈਂਟ ਪਾਇਆ ਹੋਇਆ ਉਹਦੇ 'ਚ। ਬਾਅਦ ਸਮਝ ਇਹ ਆਈ ਕਿ ਵੀ ਇਹ ਤਾਂ ਕੁਛ ਨਹੀਂ, ਤਾਂ ਬੀਟਾ ਕੈਰੋਟੀਨ ਹੁੰਦੀ ਹੈ। ਬੀਟਾ ਕੈਰੋਟੀਨ ਜਾ ਕੇ ਸਰੀਰ ਆਪਣੇ ਆਪ ਵਿਟਾਮਿਨ ਏ ਬਣਾ ਲੈਂਦਾ, ਕੋਈ ਗੱਲ ਹੀ ਨਹੀਂ ਖਾਸ। ਬੀਟਾ ਕੈਰੋਟੀਨ ਤਾਂ ਸਾਰੇ ਫਰੂਟ 'ਚ ਹੈਗੀ ਹੈ। ਤੇ ਉਹ ਬਾਅਦ 'ਚ ਉਸ ਤੋਂ ਅੱਗੇ ਸਮਝ ਆਈ ਕਿ ਵੀ ਕੈਰਾਟੋਨ ਕੱਲੀ ਬੀਟਾ ਨਹੀਂ ਹੁੰਦੀ, ਉਹ ਸੈਂਕੜੇ ਕਿਸਮ ਦੀਆਂ ਕੈਰੋਟੀਨਸ ਨੇ ਜਿਹੜੀਆਂ ਅੰਦਰ ਜਾ ਕੇ ਬਾਡੀ ਦੇ ਅੰਦਰ ਵਿਟਾਮਿਨ ਏ ਤੇ ਹੋਰ ਚੀਜ਼ਾਂ 'ਚ ਬਦਲ ਜਾਂਦੀਆਂ ਨੇ। ਤੋ ਹਜ਼ਾਰਾਂ ਕਿਸਮ ਦੇ ਨਿਊਟ੍ਰੀਐਂਟਸ ਨੇ। ਹੁਣ ਫਾਈਟੋਕੈਮੀਕਲ ਜਾਂ ਫਾਈਟੋ ਨਿਊਟ੍ਰੀਐਂਟਸ ਕਹਿਣ ਲੱਗੇ ਕਿ ਪੌਦਿਆਂ ਦੇ ਵਿੱਚ ਪੌਦੇ ਭਰੇ ਪਏ ਆ ਹਜ਼ਾਰਾਂ ਕਿਸਮ ਦੇ ਨਿਊਟ੍ਰੀਸ਼ਨ ਨਾਲ। ਇਸੇ ਤਰ੍ਹਾਂ ਜਿਹੜੇ ਸਰੀਰ ਦਾ ਮੈਟਾਬੋਲਿਜ਼ਮ, ਆਪਾਂ ਜਿਹਨੂੰ ਕਹਿੰਦੇ ਹਾਂ ਮੈਟਾਬੋਲਿਜ਼ਮ ਹੁੰਦਾ ਕਿ ਸਰੀਰ ਦੇ ਅੰਦਰ ਜੋ ਵੀ ਗਤੀਵਿਧੀਆਂ ਹੋ ਰਹੀਆਂ ਨੇ, ਉਹ ਗਤੀਵਿਧੀਆਂ ਕੀ ਹੋ ਰਹੀਆਂ ਨੇ ਕਿ ਸਾਡੇ ਸੈੱਲ ਜਿਹੜੇ ਨੇ, ਕਰੋੜਾਂ ਕਰੋੜ ਸੈੱਲ ਨੇ ਸਾਡੇ ਨਾਲ, 1 ਕਰੋੜ ਕਰੋੜ ਸੈੱਲ ਨੇ। 1 ਕਰੋੜ ਕਰੋੜ ਸੈੱਲ ਨੇ, ਉਹ 10 ਕਰੋੜ ਕਰੋੜ ਬੈਕਟੀਰੀਆ ਨਾਲ ਉਹਨਾਂ ਦਾ ਤਾਲਮੇਲ ਹੈ। ਸਾਡੇ ਅੰਦਰ 10 ਕਰੋੜ ਕਰੋੜ ਬੈਕਟੀਰੀਆ ਨੇ, 1 ਕਰੋੜ ਕਰੋੜ ਸੈੱਲ ਨੇ ਸਾਡੇ, ਤੇ 100 ਕਰੋੜ ਕਰੋੜ ਵਾਇਰਸ ਵੀ ਉਹਨਾਂ 'ਚ ਰਹਿੰਦੀ ਹੈ। ਤਾਂ ਇਹ ਸਾਰੇ ਜਿਹੜੇ ਨੇ ਇੰਨੇ ਜ਼ਿਆਦਾ, ਜਿਹਨੂੰ ਕਹਿੰਦੇ ਦੁਨੀਆ ਦੀ ਪੂਰੀ ਦੀ ਆਬਾਦੀ ਜਿਹੜੀ ਹੈ ਸਾਡੇ ਅੰਦਰ ਹੈ, ਤਾਂ ਉਹ ਸਾਰੇ ਦੇ ਸਾਰੇ ਰਲ ਕੇ ਜੋ ਗਤੀਵਿਧੀਆਂ ਕਰ ਰਹੇ ਹੈ, ਜਿਹਦੇ ਸਿਰ ਤੇ ਮੈਂ ਜਿਉਂਦਾ ਹਾਂ, ਉਹ ਗਤੀਵਿਧੀਆਂ ਜਿਹੜੀਆਂ ਨੇ ਉਹ ਸਾਰੇ ਨੂੰ ਰਲਾ ਕੇ ਅਸੀਂ ਕਹਿੰਦੇ ਮੈਟਾਬੋਲਿਜ਼ਮ। ਮੈਟਾਬੋਲਿਜ਼ਮ ਅੰਗਰੇਜ਼ੀ ਦਾ ਸ਼ਬਦ ਹੈ ਮੈਟਾਬੋਲਿਜ਼ਮ। ਪਹਿਲਾਂ ਜਦੋਂ ਮੈਟਾਬੋਲਿਜ਼ਮ ਪੜ੍ਹਾਉਂਦੇ ਹੁੰਦੇ ਸੀ ਤਾਂ ਅਸੀਂ ਬੜਾ ਔਖਾ ਹੋ ਕੇ ਸਮਝਦੇ ਹੁੰਦੇ ਸੀ, ਤੇ ਅਸੀਂ ਸਮਝਦੇ ਸੀ ਬੜਾ, ਜਿਹਨੂੰ ਮੈਟਾਬੋਲਿਜ਼ਮ ਸਮਝ ਆ ਗਿਆ, ਉਹਦੇ ਕੈਮੀਕਲ ਰਿਐਕਸ਼ਨ ਤਾਂ ਉਹਨੂੰ ਅਸੀਂ ਬੜਾ ਸਮਝਦੇ ਸੀ, ਬੜਾ ਇੰਟੈਲੀਜੈਂਟ ਬੱਚਾ। ਉਹ ਆਉਂਦੇ ਆਉਂਦੇ ਹੁਣ ਇਹ ਗੱਲ ਆ ਗਈ ਕਿ ਜੋ ਉਹ ਮੈਟਾਬੋਲਿਜ਼ਮ ਉਹ ਪੜ੍ਹਾਇਆ ਜਾਂਦਾ ਸੀਗਾ, ਉਹ ਤਾਂ ਇੱਕ ਨਵਾਂ ਪੈਸਾ ਵੀ ਨਹੀਂ ਸੀਗਾ ਰੁਪਈਏ ਦਾ। ਮੈਟਾਬੋਲਿਜ਼ਮ ਦੇ ਜਿਹੜੇ ਐਕਸ਼ਨ ਰਿਐਕਸ਼ਨ ਨੇ ਉਸ ਤੋਂ ਕਈ ਹਜ਼ਾਰ ਗੁਣਾ ਜ਼ਿਆਦਾ ਨੇ। ਤੇ ਜੇ ਹੁਣ ਸਾਰੇ ਐਕਸ਼ਨ ਰਿਐਕਸ਼ਨ ਲਿਖਦੀ ਹੈ ਨਾ, ਉਹ ਇੱਕ ਪੇਜ ਤੇ ਚਾਰਟ ਨਹੀਂ ਬਣਦਾ। ਉਹ ਚਾਰਟ ਜਸਟ ਦੱਸਣ ਲਈ ਕਿ ਉਹ ਪੜ੍ਹਿਆ ਨਹੀਂ ਜਾ ਸਕਦਾ, ਇੰਨਾ ਵੱਡਾ ਚਾਰਟ ਬਣ ਜਾਂਦਾ ਉਹ, ਕਿ ਜੇ ਬੁੱਕ ਤੇ ਉਹਨੂੰ ਲਿਆਉਣਾ ਹੋਵੇ ਚਾਰਟ ਨੂੰ, ਤਾਂ ਉਹ ਇੰਨਾ ਛੋਟਾ ਹੋ ਜਾਂਦਾ ਕਿ ਪੜ੍ਹਿਆ ਨਹੀਂ ਜਾ ਸਕਦਾ, ਇੰਨੇ ਜ਼ਿਆਦਾ ਐਕਸ਼ਨ ਰਿਐਕਸ਼ਨ ਹੋ ਗਏ। ਪਹਿਲਾਂ ਮੈਟਾਬੋਲਿਜ਼ਮ ਦਾ ਜਿਹੜਾ ਚਾਰਟ ਹੁੰਦਾ ਸੀਗਾ, ਇੱਕ ਪੇਜ ਤੇ ਪੂਰਾ ਆ ਜਾਂਦਾ ਹੁੰਦਾ ਸੀਗਾ, ਸਾਰਾ ਮੈਟਾਬੋਲਿਜ਼ਮ ਇੱਕ ਪੇਜ ਤੇ ਉਹ ਨਕਸ਼ਾ ਬਣਾ ਕੇ ਸਮਝਾ ਦਿੰਦੇ ਹੁੰਦੇ ਸੀ। ਤੇ ਅੱਜ ਜੇ ਤੁਸੀਂ ਉਹਨੂੰ ਕਰਨਾ ਹੋਵੇ ਤਾਂ ਉਹ 100 ਪੇਜ ਦਾ ਮੈਟੀਰੀਅਲ ਇੱਕ ਪੇਜ ਤੇ ਲਿਆਓਗੇ ਤਾਂ ਉਹ ਬਣੂਗਾ, ਤੇ ਉਹ ਮੈਟਾਬੋਲਿਜ਼ਮ ਹੈ। ਇੰਨੇ ਜ਼ਿਆਦਾ ਐਕਸ਼ਨ ਰਿਐਕਸ਼ਨ ਹੋ ਰਹੇ ਹੋ। तो ਕੀ ਸਾਡਾ ਮੈਟਾਬੋਲਿਜ਼ਮ ਕੀ ਹੈ ਕਿ 1 ਕਰੋੜ ਕਰੋੜ ਸੈੱਲ, 10 ਕਰੋੜ ਕਰੋੜ ਬੈਕਟੀਰੀਆ, 100 ਕਰੋੜ ਕਰੋੜ ਵਾਇਰਸ, ਸਾਰੇ ਆਪਸ ਵਿੱਚ ਐਕਸ਼ਨ ਰਿਐਕਸ਼ਨ ਕਰ ਰਹੇ ਹਨ। ਔਰ ਕੱਲੇ ਸੈੱਲ ਦੇ ਅੰਦਰ ਹਜ਼ਾਰਾਂ ਐਕਟੀਵਿਟੀਜ਼ ਹੋ ਰਹੀਆਂ ਨੇ। ਕਰੋੜਾਂ ਕਰੋੜ ਸੈੱਲ, ਕੱਲੇ ਸੈੱਲ ਦੇ ਅੰਦਰ ਹਜ਼ਾਰਾਂ ਐਕਟੀਵਿਟੀਜ਼ ਹੋ ਰਹੀਆਂ ਨੇ, ਤੇ ਫਿਰ ਉਹ ਆਪਸ ਤਾਲਮੇਲ 'ਚ ਨੇ। ਕਰੋੜਾਂ ਕਰੋੜ ਸੈੱਲ ਆਪਸ ਤਾਲਮੇਲ 'ਚ ਨੇ। ਇਹ ਹੈ ਲਾਈਫ, ਜੀਵਨ। ਤੇ ਉਹ ਇੱਕ ਕੈਮੀਕਲ ਦੂਜੇ 'ਚ ਬਦਲਦਾ, ਦੂਜਾ ਤੀਜੇ 'ਚ ਬਦਲਦਾ, ਤੀਜਾ ਚੌਥੇ 'ਚ ਬਦਲਦਾ। ਜਦੋਂ ਬਦਲਦੇ ਨੇ ਤਾਂ ਇੱਕ ਦੂਜੇ ਦੀ ਹੈਲਪ ਕਰਦੇ ਆ। ਯਾਨੀ ਇੱਕ ਵਾਈਟਾਮਿਨ ਹੈ, ਉਹਨੂੰ ਯੂਜ਼ ਕਰਨ ਲਈ ਦੂਜਾ ਵਾਈਟਾਮਿਨ ਚਾਹੀਦਾ, ਦੂਜੇ ਵਾਈਟਾਮਿਨ ਨੂੰ ਯੂਜ਼ ਕਰਨ ਲਈ ਤੀਜਾ ਵਾਈਟਾਮਿਨ ਚਾਹੀਦਾ। ਤੇ ਜੇ ਤੁਸੀਂ ਨਿਊਟਰਾਸਿਊਟੀਕਲ ਜਦੋਂ ਵਾਈਟਾਮਿਨ ਏ ਖਾਂਦੇ ਹੋ ਤਾਂ ਉਹ ਬਾਅਦ 'ਚ ਸਮਝ ਆਈ ਕਿ ਉਲਟਾ ਅਸਰ ਹੁੰਦਾ। ਜੇ ਵਾਈਟਾਮਿਨ ਏ ਕੈਂਸਰ ਰੋਕੂ ਹੈ ਤਾਂ ਜੇ ਗਾਜਰ ਦਾ ਵਾਈਟਾਮਿਨ ਏ ਕੈਂਸਰ ਰੋਕੂ ਹੈ, ਤਾਂ ਗੋਲੀ ਵਾਲਾ ਵਾਈਟਾਮਿਨ ਏ ਕੈਂਸਰ ਕਾਰਕ ਹੈ। ਇੱਥੋਂ ਤੱਕ ਆ ਗਿਆ। ਸੇਮ ਵਾਈਟਾਮਿਨ ਈ ਦਾ, ਸੇਮ ਵਾਈਟਾਮਿਨ ਸੀ ਦਾ। ਤਾਂ ਉਹ ਇੱਕ ਜਿਹੜੇ ਭੋਜਨ ਦੇ ਅੰਦਰ ਖੁਰਾਕੀ ਤੱਤ ਨੇ, ਉਹ ਇੱਕ ਦੂਜੇ ਨਾਲ ਇੰਟਰੈਕਸ਼ਨ ਕਰਦੇ ਆ। ਉਹ 15 20 ਐਕਸ਼ਨ ਇੱਕ ਦੂਜੇ ਨੂੰ ਸਪੋਰਟ ਕਰਦੇ ਆ, ਫਿਰ ਜਾ ਕੇ ਉਹ ਲੱਗਦੇ ਆ ਸਰੀਰ। ਜੇ ਉਹਨੂੰ ਤੁਸੀਂ ਐਜ਼ ਗੋਲੀ ਦੇ ਤੌਰ ਤੇ ਖਾਂਦੇ ਹੋ ਤਾਂ ਤੁਸੀਂ ਦੁੱਕੀ ਦੇ ਨਹੀਂ ਖਾਓ। ਹੁਣ ਆ ਕੇ ਸਮਝ ਇਹ ਬਣ ਗਈ ਕਿ ਕੈਪਸੂਲ ਗੋਲੀਆਂ ਦੇ ਤੌਰ ਤੇ ਟੌਨਿਕਾਂ ਖਾਣ ਦਾ ਕੋਈ ਤੁਕ ਨਹੀਂ ਹੈ। ਉਲਟਾ ਨੁਕਸਾਨ ਕਰਦੇ ਆ, ਉਲਟਾ ਬਿਮਾਰੀਆਂ ਕਰਦੇ ਆ। ਜੇ ਤੁਸੀਂ ਖਾਣ ਦੀ ਕੋਸ਼ਿਸ਼ ਕਰੋਗੇ ਵੀ ਤਾਂ ਇਸ ਕਰਕੇ ਤੁਸੀਂ ਉਹ ਖਾਣ ਦੀ ਕੋਸ਼ਿਸ਼ ਵੀ ਨਾ ਕਰੋ। ਉਹਦੇ ਨਾਲ ਕੋਈ ਲਾਭ ਤਾਂ ਹੋਣਾ ਹੀ ਹੋਣਾ ਨਹੀਂ, ਉਲਟਾ ਨੁਕਸਾਨ ਹੋਏਗਾ। ਉਹ ਹੋਲਿਸਟਿਕ ਸਾਇੰਸ ਹੈ, ਹੋਲਿਸਟਿਕ ਸਾਇੰਸ ਹੈ। ਤੋ ਡਾਈਟ ਜਿਹੜੀ ਹੈ ਉਹਦੇ ਅੰਦਰ ਹਜ਼ਾਰਾਂ ਖੁਰਾਕੀ ਤੱਤ ਨੇ, ਜਿਹੜੇ ਸਾਡੇ ਸਰੀਰ 'ਚ ਜਾ ਕੇ ਆਪਣੇ ਆਪ 'ਚ ਪੂਰਨ ਤੌਰ ਤੇ ਇੱਕ ਸਾਨੂੰ ਸਿਹਤ ਦਿੰਦੇ ਆ। ਇਸ ਕਰਕੇ ਅਸੀਂ ਜਿਹੜੀ ਉਹਦੇ 'ਚੋਂ ਕਹਿੰਦੇ ਹਾਂ ਕਿ ਖੁਰਾਕ ਖਾਣੀ ਜਿਹੜੀ ਹੈ ਉਹ ਹੀ ਹੱਲ ਹੈ। ਅੱਛੀ ਖੁਰਾਕ ਹੀ ਹੱਲ ਹੈ। ਅੱਛੀ ਖੁਰਾਕ ਹੀ ਅੱਛੀ ਸਿਹਤ ਦੇ ਸਕਦੀ ਹੈ। ਕੋਈ ਟੌਨਿਕਾਂ ਅੱਛੀ ਸਿਹਤ ਨਹੀਂ ਦੇ ਸਕਦੀਆਂ, ਕੋਈ ਦਵਾਈ ਅੱਛੀ ਸਿਹਤ ਨਹੀਂ ਦੇ ਸਕਦੀ। ਤੋ ਇਹ ਅਸੀਂ ਜਿਹੜੀ ਉਸ ਮਾਡਲ ਨੂੰ ਰਿਜੈਕਟ ਕਰਦੇ ਹਾਂ, ਜਿਹੜਾ ਉਹ ਇਸ ਰਿਜੈਕਟ ਲਫ਼ਜ਼ ਵੀ, ਜਿਹਦਾ ਮੈਂ ਕਿਹਾ ਵੀ ਰਿਜੈਕਟ ਲਫ਼ਜ਼ ਵੀ ਠੀਕ ਨਹੀਂ ਹੈ। ਉਹ ਅਧੂਰਾ ਵਿਗਿਆਨ ਹੈ। ਅਧੂਰੇ ਵਿਗਿਆਨ ਨਾਲ ਕੁਝ ਗੱਲਾਂ ਫਾਇਦਾ ਹੋ ਜਾਂਦਾ, ਕੁਝ ਚੀਜ਼ਾਂ ਉਹ ਤੋਂ ਅੱਛੀਆਂ ਨਿਕਲ ਆਉਂਦੀਆਂ ਨੇ,
लेकिन ਉਹਦੇ ਚੋਂ ਕੁਝ ਚੀਜ਼ਾਂ ਜਿਹੜੀਆਂ ਨੇ ਫਿਰ ਉਹ ਜਦੋਂ ਕਿਉਂਕਿ ਹੋਰ ਪਾਸੇ ਤੁਰ ਜਾਂਦੀਆਂ ਤੇ ਹੋਰ ਪਾਸੇ ਲਿਜਾਣ ਵਾਲੇ ਲੋਕ ਬੈਠੇ ਆ ਜਿਹਨੇ ਧੰਦਾ ਕਰਨਾ ਉਹ ਫਿਰ ਕੁਝ ਹੋਰ ਹੀ ਬਣ ਗਿਆ ਹੁਣ ਅਲਟੀਮੇਟਲੀ ਲੈ ਕੇ ਕਿਤੇ ਉੱਥੇ ਆ ਗਈ ਗੱਲ ਕਿ ਹੁਣ ਸਮਝ ਇੱਥੇ ਪਹੁੰਚ ਗਈ ਕਿ ਸ਼ੂਗਰ ਦੀਆਂ ਦਵਾਈਆਂ ਖਾ ਕੇ ਸ਼ੂਗਰ ਦਾ ਇਲਾਜ ਕਰਨਾ ਆਪਣੇ ਆਪ ਨੂੰ ਨੁਕਸਾਨ ਕਰਨਾ ਹੈ। ਮੈਂ ਨਹੀਂ ਕਹਿ ਰਿਹਾ ਜਾਂ ਡਾਈਟ ਵਾਲੇ ਬੰਦੇ ਨਹੀਂ ਕਹਿ ਰਹੇ, ਇਹਨਾਂ ਦੀ ਆਪਣੀਆਂ ਖੋਜਾਂ ਕਹਿ ਰਹੀਆਂ ਨੇ, ਰਿਸਰਚ ਚੱਲ ਗਈ ਸਾਰੀ ਕਿ ਸ਼ੂਗਰ ਦਾ ਇਲਾਜ ਸ਼ੂਗਰ ਦੀਆਂ ਗੋਲੀਆਂ ਖਾ ਕੇ ਕਰਨਾ ਆਪਣੇ ਆਪ ਨੂੰ ਖਤਰੇ 'ਚ ਪਾਉਣਾ। ਸੇਮ ਬੀਪੀ ਬਾਰੇ ਆ ਗਿਆ, ਸੇਮ ਸਟੈਂਟਾਂ ਬਾਰੇ ਤੇ ਇਹਦੇ ਬਾਈਪਾਸਾਂ ਬਾਰੇ ਆ ਗਿਆ, ਸੇਮ ਕੈਂਸਰ ਦੇ ਇਲਾਜ ਬਾਰੇ ਆ ਗਿਆ। ਕੈਂਸਰ ਦੇ ਇਲਾਜ ਦੇ ਅੰਦਰ ਤੁਸੀਂ ਹੈਰਾਨ ਹੋਵੋਗੇ ਕਿ ਕੈਂਸਰ ਦਾ ਸਾਰਾ ਐਡਾ ਵੱਡਾ ਜੁਗਾੜ ਕਰਕੇ, ਸਰਜਰੀ ਕਰਕੇ, ਰੇਡੀਓਥੈਰੇਪੀ ਕਰਕੇ, ਕੀਮੋਥੈਰੇਪੀ ਕਰਕੇ ਟੋਟਲ ਬੈਨੀਫਿਟ ਕਿੰਨਾ ਹੁੰਦਾ? ਉਹਦਾ ਐਵਰੇਜ ਕੱਢ ਕੇ ਉਹਨਾਂ ਦੱਸਦੀ 2% ਬੈਨੀਫਿਟ ਹੈ, 2%। 98% ਵੇਸਟ ਹੈ। ਉਹ 2% ਬੈਨੀਫਿਟ ਦਾ ਵੀ ਅਸਲ ਖੁਦਾਰ ਹੈਗਾ ਜਸਟ ਸਾਈਕੋਲੋਜੀਕਲ ਹੈ, ਸਿਰਫ 2% ਬੈਨੀਫਿਟ ਹੈ। ਖੋਜਾਂ ਕਹਿ ਰਹੀਆਂ 2% ਬੈਨੀਫਿਟ। ਔਰ ਸ਼ੂਗਰ ਦੇ ਤੇ ਬੀਪੀ ਵਰਗੀਆਂ ਬਿਮਾਰੀਆਂ ਤਾਂ ਇਹ ਆ ਰਿਹਾ ਕਿ ਤੁਸੀਂ ਦਵਾਈ ਖਾ ਕੇ ਆਪਣੇ ਆਪ ਨੂੰ ਨੁਕਸਾਨ ਕਰ ਰਹੇ ਹੋ, ਨਾਲੇ ਤਾਂ ਆਪਣੇ ਆਪ ਨੂੰ ਬਿਮਾਰ ਕਰ ਰਹੇ ਹੋ, ਆਪਣੇ ਆਪ ਨੂੰ ਧੋਖੇ 'ਚ ਰੱਖ ਰਹੇ ਹੋ, ਤੁਸੀਂ ਸਮਝੀ ਰਹੇ ਹੋ ਕਿ ਤੁਸੀਂ ਠੀਕ ਹੋ ਰਹੇ ਹੋ। ਦੂਜੀ ਗੱਲ ਇਹ ਕਿ ਤੁਸੀਂ ਆਪਣੀ ਉਮਰ ਵੀ ਘਟਾ ਰਹੇ ਹੋ। ਕੋਈ ਪ੍ਰੂਫ ਨਹੀਂ ਹੈ ਕਿ ਸ਼ੂਗਰ ਦਾ ਬੰਦਾ ਦਵਾਈਆਂ ਖਾ ਕੇ ਆਪਣੀ ਉਮਰ ਵਧਾ ਰਿਹਾ, ਕੋਈ ਪ੍ਰੂਫ ਨਹੀਂ ਹੈ ਕਿ ਬੀਪੀ ਦਾ ਬੰਦਾ ਬੀਪੀ ਦਵਾਈ ਖਾ ਕੇ ਉਮਰ ਵਧਾ ਰਿਹਾ, ਕੋਈ ਪ੍ਰੂਫ ਹੀ ਨਹੀਂ ਹੈ, ਬਿਨਾਂ ਪ੍ਰੂਫ ਦੇ ਸਾਇੰਸ ਚੱਲ ਰਹੀ ਹੈ। ਤੋ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਉਹਦੇ 'ਚ ਆਪਾਂ ਨੇ ਇਹ ਦੀ ਸਾਇੰਸ ਦੀ ਵਿਗਿਆਨ ਦੀ ਗੱਲ ਕਰਨੀ ਹੈ, ਨਿਊਟ੍ਰੀਸ਼ਨ ਦੇ ਵਿਗਿਆਨ ਦੀ, ਕਿ ਇਹਦਾ ਵਿਗਿਆਨ ਹੈ ਜਿਹਨੂੰ ਅਸੀਂ ਹੋਲਿਸਟਿਕ ਹੈਲਥ ਕੇਅਰ ਕਹਿੰਦੇ ਹਾਂ। ਉਹਦੇ ਮੋਟੇ-ਮੋਟੇ 5 ਹਿੱਸੇ ਨੇ। ਸਭ ਤੋਂ ਟੌਪ ਤੇ ਅਸੀਂ ਰੱਖਦੇ ਹਾਂ ਡਾਈਟ ਨੂੰ। ਡਾਈਟ ਇਜ਼ ਦ ਮੋਸਟ ਇੰਪੋਰਟੈਂਟ ਹੈਲਥ ਪ੍ਰਮੋਟਿੰਗ ਕੰਪੋਨੈਂਟ। ਕਿ ਅਗਰ ਹੈਲਥ ਅੱਛੀ ਚਾਹੀਦੀ ਹੈ ਤਾਂ ਅੱਛੀ ਡਾਈਟ ਖਾਣੀ ਹੀ ਪਏਗੀ। ਕੋਈ ਤੁਹਾਡੇ ਕੋਲ ਚॉइस ਨਹੀਂ ਹੈ, ਕੋਈ ਚਾਰਾ ਨਹੀਂ ਹੈ, ਕੋਈ ਸਾਡੀ ਚॉइस नहीं है कि मेरी मर्जी है मैं खावा ना खावा ना। ये नहीं खाओगे तो बीमार होंगे। तो असल बीमारी की है? गलत डाइट। शुगर बीमारी नहीं है, गलत डाइट बीमारी है। बीपी बीमारी नहीं है, गलत डाइट बीमारी है। कैंसर बीमारी नहीं है, गलत डाइट बीमारी है। कैंसर कारक भोजन खा रहे हैं ਅਸੀਂ ਤਾਂ ਕਰਕੇ कैंसर हो रहा है। कैंसर कारक खा रहे हैं ਤਾਂ शुगर कारक भोजन खा रहे हैं ਤਾਂ ਕਰਕੇ शुगर हो रही है। बीपी ਕਰਨ ਵਾਲੀ खुराक खा रहे हैं ਤਾਂ ਕਰਕੇ खुराक हो रही है। ਜੇ खुराक ठीक कर लो तो बीमारी ठीक हो जाती है। ਚਾਈਨਾ ਸਟੱਡੀ ਨੇ ਆ ਕੇ ਜਿਹੜਾ ਇਸ ਗੱਲ ਨੂੰ ਬਹੁਤ ਜਿਹਨੂੰ ਕਹਿੰਦੇ ਦੁਬਾਰਾ ਤੋਂ ਫਿਰ ਇਸ ਗੱਲ ਨੂੰ ਪ੍ਰੂਵ ਕਰਤਾ ਜੋ ਸਾਡਾ ਆਯੁਰਵੇਦ ਕਹਿ ਰਿਹਾ ਸੀਗਾ, ਜੋ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਡਾਈਟ ਹੈ ਸਭ ਤੋਂ ਇੰਪੋਰਟੈਂਟ ਹੈ। ਯੂਅਰ ਫੂਡ ਇਜ਼ ਯੂਅਰ ਮੈਡੀਸਨ। 2000 ਸਾਲ ਪਹਿਲਾਂ ਵੀ ਸਾਡੇ ਜਿਹੜੇ ਵਿਗਿਆਨੀਆਂ ਨੇ ਕਹਿਤਾ ਸੀਗਾ, ਜੇ ਸਾਡੇ ਆਯੁਰਵੇਦ ਦੇ ਵਿਗਿਆਨੀ ਸੀਗੇ, ਯੂਅਰ ਫੂਡ ਇਜ਼ ਯੂਅਰ ਮੈਡੀਸਨ। ਅੱਜ ਉਸੇ ਗੱਲ ਤੇ ਮੋਹਰ ਚਾਈਨਾ ਸਟੱਡੀ ਨੇ ਲਾਤੀ। ਚਾਈਨਾ ਸਟੱਡੀ ਤੋਂ ਬਾਅਦ ਫਿਰ ਸਬਸੀਕੁਐਂਟਲੀ ਤਾਂ ਬਹੁਤ ਲੋਕਾਂ ਨੇ ਹੁਣ ਇਸ ਗੱਲ ਨੂੰ ਸਿੱਧ ਕਰਤਾ ਕਿ ਅੱਛਾ ਭੋਜਨ ਖਾਓ, ਅੱਛੀ ਸਿਹਤਮੰਦ ਰਹੋ। ਤੇ ਭੋਜਨ ਨੰਬਰ 1 ਹੈ। ਨੰਬਰ 2 ਤੇ ਭੋਜਨ ਦੇ ਨਾਲ ਹੀ ਜੋੜੀ ਹੈ ਜਿਹੜੀ, ਉਹ ਹੈ ਦਵਾ ਪੌਦਿਆਂ ਦੀ। ਇਹ ਜੋੜੀ ਇਸ ਕਰਕੇ ਕਿਉਂਕਿ ਭੋਜਨ ਵੀ ਦੋ ਪੌਦਿਆਂ ਤੋਂ ਆਉਣਾ ਤੇ ਦਵਾ ਪੌਦੇ ਵੀ ਪੌਦੇ ਵੀ ਉਹ ਵੀ ਦਵਾ ਨੇ, ਇਹਨਾਂ ਨੂੰ ਆਪਾਂ ਇਕੱਠਾ ਹੀ ਰੱਖਦੇ ਹਾਂ, ਭੋਜਨ ਤੇ ਦਵਾ ਪੌਦੇ। तो 2 ਇਹ ਚੀਜ਼ਾਂ ਨੇ, ਭੋਜਨ ਤੇ ਦਵਾ ਪੌਦੇ। ਭੋਜਨ ਠੀਕ ਖਾਓ, ਦਵਾ ਪੌਦੇ ਠੀਕ ਲਓ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ। ਉਹ ਦਵਾ ਪੌਦਿਆਂ ਦੀ ਗੱਲ ਜਿਹੜੀ ਹੈ ਉਹ ਨਾਲ, ਕਿਉਂਕਿ ਉਹ ਦਵਾ ਪੌਦੇ ਤੇ ਭੋਜਨ ਦੇ ਪੌਦੇ 'ਚ ਕੀ ਫਰਕ ਹੈ? ਜਿਹੜਾ ਪੌਦਾ ਅਸੀਂ ਜ਼ਿਆਦਾ ਮਾਤਰਾ 'ਚ ਖਾਂਦੇ ਹਾਂ ਉਹ ਭੋਜਨ ਹੈ, ਭੋਜਨ ਵੀ ਦਵਾ ਹੈ। ਉਹ ਭੋਜਨ ਵੀ ਹੈ, ਉਹ ਦਵਾ ਵੀ ਹੈ। ਲੇਕਿਨ ਜਿਹੜਾ ਪੌਦਾ ਅਸੀਂ ਬਹੁਤ ਥੋੜੀ ਮਾਤਰਾ 'ਚ ਖਾਂਦੇ ਹਾਂ ਉਹ ਭੋਜਨ ਨਹੀਂ ਹੈ, ਸਿਰਫ ਦਵਾ ਹੈ। ਜਿਵੇਂ ਤੁਲसी है, ਭੋਜਨ नहीं है, दवा है। गलोय है, वो भोजन नहीं है, दवा है। मसाले ने, वो भोजन नहीं है, दवा ने। तो वैसे मात्रा बहुत थोड़ी खाने जो बहुत थोड़ी मात्रा खाए जाते हैं सेहत ਲਈ सेहत ਨੂੰ अच्छा रखते हैं वो दवा ने। ਜਿਹੜੇ ਵੱਧ ਮਾਤਰਾ 'ਚ ਖਾਏ ਜਾਂਦੇ ਆ ਭੋਜਨ ਤਾਂ ਹੈਗੇ ਆ ਉਹ ਵੀ ਦਵਾ ਨੇ। तो ਇਹ ਭੋਜਨ ਤੇ ਦਵਾ ਪੌਦੇ ਦੇ ਫਰਕ ਹੈ। ਸੋ ਇਹ ਜੋੜੀ ਹੈ ਦਵਾ ਪੌਦੇ ਤੇ ਭੋਜਨ। ਤੀਜਾ ਹੈ ਉਹਦੇ ਨਾਲ, ਉਹਨੂੰ ਆਪਾਂ ਕਹਿੰਦੇ ਆ ਫਿਜ਼ੀਕਲ ਸਰਗਰਮੀ। ਇਹ ਸਰੀਰ ਨੂੰ ਕੜਾਈ ਨਾਲ ਵਰਤਣਾ। ਸਰੀਰ ਮਨੁੱਖ ਦਾ ਸਰੀਰ ਬਣਿਆ ਕੜਾਈ ਨਾਲ ਵਰਤਣ ਲਈ।
सख्ती ਨਾਲ ਵਰਤਣ ਲਈ, ਤਾਂ ਹੀ ਉਸ ਮਜ਼ਬੂਤ ਰਹਿੰਦਾ, ਤਾਂ ਹੀ ਸਿਹਤਮੰਦ ਰਹਿੰਦਾ। ਤੁਸੀਂ ਇਹਨੂੰ ਢਿੱਲਾ ਛੱਡਿਆ ਨਹੀਂ, ਤੁਸੀਂ ਇਹਨੂੰ ਵਿਹਲਾ ਛੱਡਿਆ ਨਹੀਂ ਤੇ ਇਹ ਬਿਮਾਰ ਹੋਇਆ। ਤੋ ਵਿਹਲੜਪੁਣਾ ਬਿਮਾਰੀ ਦੀ ਜੜ ਹੈ। ਸਖਤ ਮਸ਼ੱਕਤ ਵਾਲਾ ਕੰਮ ਕਰਨਾ ਸਿਹਤ ਦੀ ਜੜ ਹੈ। ਜ਼ੋਰ ਵਾਲਾ ਕੰਮ ਕਰਨਾ, ਜੇ ਜ਼ੋਰ ਵਾਲਾ ਕੰਮ ਨਹੀਂ ਹੈਗਾ ਤਾਂ ਵਰਜਿਸ਼ ਕਰੋ, ਗੇਮ ਖੇਡੋ, ਯੋਗਾ ਕਰੋ। ਸਰੀਰ ਨੂੰ ਸਖਤੀ ਨਾਲ ਮਜ਼ਬੂਤ ਪੱਠੇ, ਹੱਡੀਆਂ ਤੇ ਜੋੜ। ਸਾਡਾ ਜਿਹੜਾ ਢਾਂਚਾ ਹੈ, ਜਿਹੜਾ ਸਰੀਰ ਦਾ ਢਾਂਚਾ ਹੈ, ਉਹ ਤਿੰਨ ਚੀਜ਼ਾਂ ਤੋਂ ਬਣਿਆ ਹੋਇਆ: ਪੱਠੇ, ਹੱਡੀਆਂ ਤੇ ਜੋੜ। ਇਹ ਤਿੰਨੇ ਜਿਹੜੇ ਨੇ, ਪੱਠੇ ਬਹੁਤ ਮਜ਼ਬੂਤ ਹੋਣੇ ਚਾਹੀਦੇ ਨੇ, ਸਟਰੋਂਗ ਹੋਣੇ ਚਾਹੀਦੇ ਨੇ, ਉਹਨਾਂ ਦੇ ਅੰਦਰ ਸਟੈਮਿਨਾ ਹੋਣਾ ਚਾਹੀਦਾ ਕਿ ਕਿੰਨੇ ਚਿਰ ਬਾਅਦ ਥੱਕਦੇ ਹੋ, ਤੇ ਮੈਂ ਕਿੰਨਾ ਚਿਰ ਕੰਮ ਕਰਕੇ ਥਕਾਵਟ ਹੁੰਦੀ ਮੈਨੂੰ, ਸਟੈਮਿਨਾ। ਇੱਕ ਉਹਦੇ ਤਾਕਤ ਕਿੰਨੀ ਹੈ, ਮੈਂ ਕਿੰਨਾ ਭਾਰ ਚੱਕ ਸਕਦਾ, ਤੇ ਉਹ ਭਾਰ ਚੱਕ ਕੇ ਮੈਂ ਕਿੰਨਾ ਲੰਬਾ ਤੁਰ ਸਕਦਾ। ਜਿਹੜਾ ਲੰਬਾ ਤੁਰਨਾ ਉਹ ਸਟੈਮਿਨਾ, ਜਿਹੜਾ ਕਿੰਨਾ ਭਾਰ ਚੱਕ ਕੇ ਤੁਰ ਰਿਹਾ ਮੈਂ, ਉਹਦੀ ਤਾਕਤ ਹੈ ਪੱਠਿਆਂ ਦੀ। ਫਿਰ ਹੱਡੀਆਂ, ਕਿ ਹੱਡੀਆਂ 'ਚ ਕਿੰਨੀ ਤਾਕਤ ਹੈ, ਕਿੰਨੀ ਜਰਕ ਚੱਲ ਸਕਦੀਆਂ ਨੇ। ਜੇ ਮਾੜਾ ਜਿਹਾ ਤੁਰੇ ਤੁਰੇ ਜਾਂਦੇ ਬੰਦੇ ਦੀ ਹੱਡੀ ਦਾ ਫ੍ਰੈਕਚਰ ਹੋ ਜਾਂਦਾ, ਇਹਦਾ ਮਤਲਬ ਉਹਦੀ ਹੱਡੀਆਂ ਦੇ ਅੰਦਰ ਜਾਨ ਪ੍ਰਾਣ ਨਹੀਂ ਹੈ। ਅੱਗੇ ਸੀਗਾ ਕਿ ਬੰਦੇ ਮਤਲਬ ਡਾਂਗਾਂ ਵੀ ਚੱਲਦੀਆਂ ਸੀਗੀਆਂ ਤਾਂ ਹੱਡੀਆਂ ਚੱਲ ਜਾਂਦੀਆਂ ਸੀਗੀਆਂ ਡਾਂਗਾਂ। ਹੱਡੀਆਂ 'ਚ ਤਾਕਤ ਚਾਹੀਦੀ ਹੈ, ਤੇ ਜੋੜਾਂ ਦੇ ਅੰਦਰ ਲਚਕ ਚਾਹੀਦੀ ਹੈ, ਲਚਕ ਚਾਹੀਦੀ ਹੈ, ਲਚਕੀਲੇ ਹੋਣੇ ਚਾਹੀਦੇ ਆ ਜੋੜ। ਇਹ ਜਿਹਨਾਂ ਸਰੀਰ ਦੇ ਕੁਦਰਤ ਨੇ ਜਿਸ ਕੰਮ ਲਈ ਬਣਾਏ ਉਹਨੇ ਮੁੜ ਸਕਣ ਉਹ। ਤੇ ਜੋੜਾਂ ਦੀ ਲਚਕ, ਹੱਡੀਆਂ ਦੀ ਮਜ਼ਬੂਤੀ, ਪੱਠਿਆਂ ਦੀ ਮਜ਼ਬੂਤੀ ਤੇ ਸਟੈਮਿਨਾ, ਇਹ ਕਾਹਦੇ ਨਾਲ ਰਹੇਗਾ ਮੇਨਟੇਨ, ਜੇ ਅਸੀਂ ਇਹਨੂੰ ਸਖਤੀ ਨਾਲ, ਕੜਿਆਈ ਨਾਲ ਵਰਤਾਂਗੇ। ਜਾਂ ਤਾਂ ਸਖਤ ਕੰਮ ਕਰੀਏ, ਔਰ ਸਖਤ ਕੰਮ ਕਰਦੇ ਹੋਏ ਵੀ ਇਹ ਖਿਆਲ ਰੱਖੀਏ ਕਿ ਸਾਡੇ ਜੋੜ ਜਿੰਨੀ ਦਿਸ਼ਾਵਾਂ 'ਚ ਮੁੜ ਸਕਦੇ ਉਨੀ ਦਿਸ਼ਾਵਾਂ 'ਚ ਮੁੜਨ ਵਾਲੇ ਕੰਮ ਹੋਣ ਸਾਡੇ। ਹੁਣ ਮੋਢਾ ਜਾਮ ਹੋਣ ਲੱਗਿਆ, ਇੱਕ ਮੋਢਾ ਜਾਮ ਹੋਏਗਾ, ਕਿਉਂ ਨਹੀਂ ਹੋਏਗਾ? ਹੁਣ ਸਭ ਤੋਂ ਜ਼ਿਆਦਾ ਮੋਢਾ ਜਾਮ ਹੋ ਰਿਹਾ ਲੋਕਾਂ ਦਾ, ਕਿਉਂ? ਕਿਉਂਕਿ ਮੋਢੇ ਨੂੰ ਤਾਂ ਚੱਕਣ ਵਾਲਾ ਉਹ ਕੰਮ ਕਿਹੜਾ ਛੱਡਿਆ ਸੀ, ਮੋਢੇ ਤੋਂ ਤਾਂ ਚੱਕਦੇ ਹੀ ਨਹੀਂ ਅਸੀਂ। ਮੋਢਾ ਕੁਦਰਤ ਨੇ ਬਣਾਇਆ ਸੀ ਉੱਪਰ ਚੱਕਣ ਵਾਸਤੇ, ਭਾਰ ਚੱਕਣ ਲਈ। ਭਾਰ ਚੱਕਣਾ ਬੰਦ ਕਰਤਾ ਸੀ, ਉੱਪਰ ਮੋਢਾ ਜਾਮ ਹੋਣਾ ਸ਼ੁਰੂ ਹੋ ਗਿਆ। ਹੱਡੀਆਂ ਦੁਖਦੀਆਂ ਨੇ, ਹੱਡੀਆਂ ਕਿਉਂ ਨਹੀਂ ਦੁਖਣਗੀਆਂ? ਕਿਉਂਕਿ ਅੱਡੀ ਨੂੰ ਚੱਲਦੀ ਰੱਖਣ ਲਈ ਸਾਨੂੰ ਭੱਜਣਾ ਬਹੁਤ ਜ਼ਰੂਰੀ ਸੀਗਾ। ਜੇ ਤੁਸੀਂ ਭੱਜਦੇ ਸੀ ਤਾਂ ਅੱਡੀਆਂ ਦੀ ਵਰਜਿਸ਼ ਹੁੰਦੀ ਸੀ। ਜੇ ਪਿਛਲਾ ਜਿਹੜਾ ਵੱਡਾ ਸਾ ਮੋਟੇ ਰੱਸਾ ਜਿਹਾ, ਇਹ ਰੱਸੇ ਦੀ ਪੂਰੀ ਵਰਜਿਸ਼ ਹੁੰਦੀ ਸੀ। ਹੁਣ ਕੀ ਹੈ, ਭੱਜਣਾ ਬੰਦ ਕਰਤਾ ਸੀ, ਉਹ ਅੱਡੀਆਂ ਦੁਖਣਗੀਆਂ। ਤਾਂ ਅਸੀਂ ਕੀ ਕਰ ਰਹੇ ਹਾਂ ਕਿ ਜਿੰਨੇ ਅਸੀਂ ਜਿਹੜੇ ਅੱਛਾ ਵਰਜਿਸ਼ ਕਰਦੇ, ਫੇਫੜਿਆਂ ਦੀ ਵਰਜਿਸ਼, ਛਾਤੀ ਦੇ ਪੱਠਿਆਂ ਦੀ ਵਰਜਿਸ਼ ਕਿੱਦਾਂ ਹੁੰਦੀ ਸੀ ਪੇਟ ਦੀ? ਉਹ ਹੱਸਣ ਨਾਲ ਹੁੰਦੀ ਸੀ, ਬਹੁਤ ਜ਼ਿਆਦਾ ਹੱਸਣ ਨਾਲ, ਕਲਕਾਰੀਆਂ ਮਾਰਨ ਨਾਲ, ਹੱਸਣ ਨਾਲ, ਜਾਂ ਲੰਬੇ ਲੰਬੇ ਜਦੋਂ ਭੱਜਦੇ ਸੀ ਤਾਂ ਲੰਬੇ ਲੰਬੇ ਸਾਹ ਲੈਣੇ ਪੈਂਦੇ ਸੀ, ਸਾਹੋਸਾਹੀ ਹੁੰਦੇ ਸੀ ਅਸੀਂ। ਨਾ ਤਾਂ ਅਸੀਂ ਸਾਹੋਸਾਹੀ ਹੁੰਦੇ ਹਾਂ, ਨਾ ਅਸੀਂ ਜ਼ੋਰ ਦੀ ਹੱਸਦੇ ਹਾਂ, ਨਾ ਕੋਈ ਕਲਕਾਰੀਆਂ ਮਾਰਦੇ ਹਾਂ। ਸਾਡੇ ਜਿਹੜੇ ਪੱਠੇ, ਛਾਤੀ ਦੇ ਪੱਠੇ ਨੇ, ਪੱਠਿਆਂ ਦੇ ਸਾਹ ਦੇ ਪੱਠੇ ਨੇ, ਉਹ ਵੀ ਬਹੁਤ ਕਮਜ਼ੋਰ ਹੋ ਜਾਂਦੇ। ਫਿਰ ਉਹ ਮਾੜੀ ਜਿਹੀ ਗੱਲ ਤੇ ਜਿਹੜੀ ਸਾਹ ਦੇ ਅੰਦਰ ਧਮਨੀਆਂ ਹੋਣਾ ਸ਼ੁਰੂ ਹੋ ਜਾਂਦਾ। ਤੋ ਮੇਰਾ ਮਤਲਬ ਹੈ ਕਿ ਤਾਕਤ ਜਿਹੜੀ ਪੱਠਿਆਂ ਦੀ ਹੈ, ਕੱਲਾ ਕੱਲਾ ਪੱਠਾ, ਨਿੱਕੇ ਜੋੜਾਂ ਤੋਂ ਲੈ ਕੇ ਵੱਡੇ ਜੋੜਾਂ ਤੱਕ ਕੱਲੇ ਕੱਲੇ ਪੱਠੇ ਨੂੰ ਅਸੀਂ ਵਰਤਣਾ। ਜਿਆਦਾ ਕੰਮ ਹੁੰਦਾ ਸਾਰੇ ਪੱਠੇ ਵਰਤੇ ਜਾਂਦੇ ਆ, ਜਦੋਂ ਭਾਂਤ ਦਾ ਵੈਰਾਇਟੀ ਹੁੰਦੀ ਕੰਮ ਦੀ, ਤੁਸੀਂ ਭਾਰ ਵੀ ਚੱਕਣਾ, ਬਾਲਟੀ ਵੀ ਚੱਕਣੀ ਹੈ, ਘੜਾ ਵੀ ਚੱਕਣਾ ਹੈ, ਪੱਠੇ ਵੀ ਚੱਕਣੇ ਹੈ, ਪੱਠੇ ਗੇੜਨਾ ਵੀ ਹੈ, ਸਾਈਕਲ ਵੀ ਚਲਾਉਣਾ, ਸਾਰਿਆਂ ਰਲ ਮਿਲ ਕੇ ਸਾਰੇ ਪੱਠੇ ਵਰਤੇ ਜਾਂਦੇ ਸੀ। ਹੱਸਣਾ ਵੀ ਉੱਚੀ ਉੱਚੀ ਹੱਸਣਾ ਹੈ, ਕੋਈ ਗੇਮਾਂ ਖੇਡਣੀਆਂ ਨੇ, ਕੋਈ ਕਬੱਡੀ ਖੇਡਣੀ ਹੈ, ਕੋਈ ਕੁਸ਼ਤੀ ਕਰਨੀ ਹੈ, ਕੋਈ ਨੱਚਣਾ ਹੈ। ਨੱਚਦੇ ਕਿੰਨਾ ਹੁੰਦੇ ਸੀ ਪਹਿਲਾਂ ਲੋਕ, ਨੱਚਣ 'ਚ ਬਹੁਤ ਕੁਛ ਹੁੰਦਾ ਸੀਗਾ। ਹੱਸਦੇ ਕਿੰਨੇ ਸੀ, ਉੱਚੀ ਉੱਚੀ ਹੱਸਦੇ ਸੀਗੇ, ਉਹ ਕਿਤੇ ਨਾ ਕਿਤੇ ਸੀਗਾ। ਕੁਝ ਬੱਚਿਆਂ ਨਾਲ ਕਲਕਾਰੀਆਂ ਮਾਰਦੇ ਸੀ, ਉਹ ਸਾਰਾ ਕੁਛ ਅਸੀਂ ਘਟਾਤਾ। ਉਹਦਾ ਨੈਟ ਰਿਜ਼ਲਟ ਕੀ ਹੋਇਆ ਕਿ ਸਾਡੇ ਪੱਠੇ ਜਿਹੜੇ ਨੇ ਉਹ ਮਜ਼ਬੂਤੀ ਉਹਦੀ ਘਟ ਗਈ। ਉਹ ਪੱਠਿਆਂ ਦੀ ਮਜ਼ਬੂਤੀ। ਤੀਜਾ ਨੰਬਰ ਆ ਗਿਆ, ਚੌਥਾ ਨੰਬਰ ਆ ਗਿਆ ਮਾਈਂਡ ਮੈਨੇਜਮੈਂਟ। ਇਹ ਮਨ ਸਾਡਾ ਜਿਹੜਾ ਹੈ ਉਹ ਕਿੱਥੇ ਸਥਿਤ ਹੈ? ਪਹਿਲਾਂ ਇੱਕ ਤਾਂ ਆਪਾਂ ਝੂਠ ਦੀ ਗੱਲ ਕਰ ਚੁੱਕੇ ਹਾਂ। ਜੇ ਤਾਂ ਝੂਠ 'ਚ ਸਥਿਤ ਮਨ ਹੈ ਤਾਂ ਉਹਦੇ ਅੰਦਰ ਘਮੰਡ ਆਏਗਾ, ਉਹਦੇ ਅੰਦਰ ਈਰਖਾ ਆਏਗੀ, ਉਹਦੇ ਅੰਦਰ ਜਿਹੜਾ ਸਾਰਾ ਕੁਛ ਆਏਗੀ, ਉਹਦੇ ਅੰਦਰ ਜਿਹੜੀ ਹੈ ਨਮਰਤਾ, ਹਲੀਮੀ, ਪ੍ਰੇਮ, ਪਿਆਰ, ਇੱਕ ਦੂਜੇ ਪ੍ਰਤੀ ਹੈਲਪਿੰਗ ਐਟੀਟਿਊਡ, ਅੱਗੇ ਕੁਦਰਤ ਪ੍ਰਤੀ ਪ੍ਰੇਮ ਦਾ ਐਟੀਟਿਊਡ। ਕੁਦਰਤ, ਜੇ ਮੈਂ ਕੁਦਰਤ ਦਾ ਬੱਚਾ ਆਪਣੇ ਆਪ ਸਮਝੂਗਾ ਤਾਂ ਮੈਂ ਕੁਦਰਤ ਪ੍ਰਤੀ ਪ੍ਰੇਮ ਕਰੂੰਗਾ ਨਾ। ਜੇ ਮੈਂ ਸਮਝਦਾ ਕਿ ਮੈਂ ਤਾਂ ਹਵਾ ਪਾਣੀ ਮਿੱਟੀ ਤੋਂ ਉੱਪਰ ਹਾਂ, ਤੇ ਹਵਾ ਪਾਣੀ ਮਿੱਟੀ ਪ੍ਰਦੂਸ਼ਿਤ ਕਰ ਰਹੇ ਅਸੀਂ, ਤੇ ਮੈਂ ਉੱਪਰ ਹੋ ਗਿਆ। ਫੈਸ਼ਨਦਾਰ ਕੱਪੜੇ ਪਾਉਣੇ ਜ਼ਿਆਦਾ ਜ਼ਰੂਰੀ ਨੇ, ਚੰਗੀ ਹਵਾ, ਚੰਗੀ ਪਾਣੀ ਜ਼ਰੂਰੀ ਨਹੀਂ ਹੈ। तो फैशनदार कपड़े पाते पाते ਅਸੀਂ ਸਾਰਾ ਪਾਣੀ ਤੇ ਗੰਦਾ ਕਰ ਲਿਆ। तो फैशनदार कपड़े ਤਾਂ बहुत ही पोल्यूटिंग ने। फैशनदार जुत्ते पाने ज़्यादा जरूरी ने,
ਉਹ ਵਾਸ਼ਿੰਗਟਨ ਜੁੱਤੇ ਪਾਉਂਦੇ ਪਾਉਂਦੇ ਸਾਰਾ ਜਲੰਧਰ ਦੀ ਡਰੇਨ ਦਾ ਪਾਣੀ ਤੇ ਬੁਰਾ ਹਾਲ ਹੋ ਗਿਆ ਫੈਸ਼ਨ ਦਾ ਜੁੱਤਿਆਂ ਨੇ। ਫੈਸ਼ਨ ਦਾ ਜੁੱਤੇ ਜ਼ਿਆਦਾ ਜ਼ਰੂਰੀ ਨੇ, ਪਾਣੀ ਜ਼ਿਆਦਾ ਜ਼ਰੂਰੀ ਨਹੀਂ ਹੈ। ਤੇ ਜੇ ਮੈਂ ਜ਼ਿਆਦਾ ਜ਼ਰੂਰੀ ਆਪਣੇ ਆਪ ਨੂੰ ਸਮਝੂਗਾ ਤਾਂ ਮੈਂ ਉਹ ਉਦੋਂ ਹੀ ਸਮਝੂਗਾ ਜਦੋਂ ਮੈਂ ਬੇਵਕੂਫਾਂ ਦੇ ਵਿੱਚ ਚ ਰਹਿ ਰਿਹਾ ਕਿ ਮੈਂ ਆਪਣੇ ਆਪ ਨੂੰ ਵੱਖਰੀ ਕੋਈ ਚੀਜ਼ ਸਮਝਦਾ। ਮੈਂ ਸਮਝਦਾ ਕਿ ਮੈਂ ਜੋ ਮਰਜ਼ੀ ਕਰਾਂ, ਮੈਂ ਫੈਸ਼ਨਦਾਰ ਕੱਪੜੇ ਵੀ ਪਾਊਂਗਾ, ਮੈਂ ਆਪਣਾ ਫੈਸ਼ਨਦਾਰ ਜੁੱਤੇ ਵੀ ਪਾਊਂਗਾ, ਮੈਂ ਹੋਰ ਵੀ ਕੋਲਡ ਡਰਿੰਕਾਂ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਪੀਊਂਗਾ ਜਿਹੜੀਆਂ ਕਿ ਬਹੁਤ ਪੋਲੂਟਿੰਗ ਨੇ, ਲੇਕਿਨ ਫਿਰ ਵੀ ਮੇਰੀ ਮਰਜ਼ੀ ਹੈ। ਤੇ ਮੇਰੀ ਮਰਜ਼ੀ ਤਾਂ ਫਿਰ ਮਰਜ਼ੀ ਚੱਲਣੀ ਨਹੀਂ ਹੈ। ਉਹ ਅਲਟੀਮੇਟਲੀ ਭਾਵੇਂ ਜੋ ਅਸੀਂ ਕਰਾਂਗੇ, ਸਾਡੇ ਜੋ ਜੋ ਦੁਰਕਰਮ ਹੋਣਗੇ, ਪਾਪ ਹੋਣਗੇ, ਉਹ ਅਲਟੀਮੇਟਲੀ ਗੇੜਾ ਦੇ ਕੇ ਸਾਡੇ ਕੋਲ ਵਾਪਸ ਆ ਜਾਂਦੇ। ਜਿੰਨਾ ਵੀ ਅਸੀਂ ਕੋਈ ਵੀ ਕਰਮ ਕਰਦੇ ਹਾਂ, ਕੋਈ ਵੀ ਪਾਪ ਕਰਦੇ ਹਾਂ, ਉਹ ਗੇੜਾ ਦੇ ਕੇ ਵਾਪਸ ਆ ਜਾਂਦਾ। ਤਾਂ ਉਹ ਸਾਰੇ ਦੇ ਸਾਰੇ ਕੁਦਰਤ ਦਾ ਇੱਕ ਨਿਯਮ ਹੈ, ਕਿਉਂਕਿ ਕੁਦਰਤ ਦੇ ਅੰਦਰ ਜਿਹੜੀ ਹੈ ਉਹ ਵਨਨੈਸ ਹੈ। ਉਹਦੇ ਅੰਦਰ ਮਾਈਂਡ ਮੈਨੇਜਮੈਂਟ ਜਿਹੜੀ ਹੈ, ਮਾਈਂਡ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਕਿ ਕਿਵੇਂ ਆਪਣੇ ਮਨ ਨੂੰ ਸੱਚ ਨਾਲ ਜੋੜ ਕੇ ਰੱਖਣਾ, ਕੁਦਰਤ ਨਾਲ ਜੋੜ ਕੇ ਰੱਖਣਾ, ਪਰਮਾਤਮਾ ਨਾਲ ਜੋੜ ਕੇ ਰੱਖਣਾ, ਸਮਾਜ ਨਾਲ ਜੋੜ ਕੇ ਰੱਖਣਾ, ਆਪਣੇ ਰਿਸ਼ਤਿਆਂ ਨਾਲ ਜੋੜ ਕੇ ਰੱਖਣਾ, ਆਪਣੇ ਆਲੇ ਦੁਆਲੇ ਵਿਚਰੀ ਹੋਈ ਕੁਦਰਤ ਨਾਲ ਜੋੜ ਕੇ ਰੱਖਣਾ। ਹਵਾ, ਪਾਣੀ, ਧਰਤੀ, ਪਤੀ, ਜੋ ਗੁਰੂ ਸਾਹਿਬ ਨੇ ਮਾਂ ਦਾ ਮਾਤਾ ਪਿਤਾ ਤੇ ਗੁਰੂ ਦਾ ਦਰਜਾ ਦਿੱਤਾ, ਉਹਨੂੰ ਐਵੇਂ ਥੋੜ੍ਹਾ ਦਿੱਤਾ। ਕੋਈ ਕਵਿਤਾ ਥੋੜ੍ਹਾ ਗੁਰੂ ਸਾਹਿਬ ਦੀ ਵੀ ਮਾਤਾ ਪਿਤਾ ਤੇ ਗੁਰੂ ਕਹਿਤਾ। ਉਹਨਾਂ ਦੇ ਅੰਦਰ ਪ੍ਰੇਮ ਦਾ ਰਿਸ਼ਤਾ ਉਹਦੇ ਨਾਲ ਸਾਡਾ ਉਹਦਾ ਸ਼ਰਧਾ ਦਾ, ਪ੍ਰੇਮ ਦਾ ਰਿਸ਼ਤਾ ਹੋਣਾ ਉਹ ਜ਼ਰੂਰੀ ਹੈ। ਲੇਕਿਨ ਕਿੰਨੇ ਲੋਕ, ਕਿੰਨੇ ਕੁ ਤੁਸੀਂ ਸੋਚ ਕੇ ਦੇਖੋ ਆਪਣੇ ਆਪ, ਤੁਸੀਂ ਕਿੰਨੇ ਹਵਾ ਪ੍ਰਤੀ, ਕਿੰਨੇ ਪਾਣੀ ਪ੍ਰਤੀ, ਕਿੰਨੇ ਧਰਤੀ ਪ੍ਰਤੀ ਪ੍ਰੇਮ ਦਾ ਜਿਹੜਾ ਸਾਡੇ ਅੰਦਰ ਫੀਲਿੰਗ ਆਉਂਦੀ ਹੈ, ਨਹੀਂ ਹੈ। ਅਸੀਂ ਕਿਉਂਕਿ ਅਸੀਂ ਮੈਚ ਵਿੱਚ ਸਕਦੇ ਹਾਂ। ਮਤਾ ਹੋਵੇ ਦੂਜਿਆਂ ਨੂੰ ਜ਼ਿਆਦਾ ਮਤਾ ਦੇਣਾ, ਆਪਣੇ ਆਪ ਨੂੰ ਤੇ ਪਿਓ ਨਾਲ ਪ੍ਰੇਮ ਪਿਆਰ ਦੇ ਵਿੱਚ ਰਵਾਂ, ਉਹ ਮਾਈਂਡ ਮੈਨੇਜਮੈਂਟ ਹੈ। ਪੰਜਵਾਂ ਇਹਦੇ ਹੁੰਦਾ ਕਿ ਜੇ ਤੁਹਾਨੂੰ ਮਦਦ ਦੀ ਲੋੜ ਪੈ ਗਈ ਹੈ, ਕਿਸੇ ਟੈਕਸੀ ਦੀ ਲੋੜ ਪੈ ਗਈ ਹੈ, ਕਿਸੇ ਸਪੈਸ਼ਲਿਸਟ ਦੀ ਡਾਕਟਰ ਦੀ ਲੋੜ ਹੈ, ਤਾਂ ਮੈਨੂੰ ਨੌਲੇਜ ਹੋਣਾ ਚਾਹੀਦਾ ਕਿ ਮੈਂ ਕਿਹੜੇ, ਮੈਂ ਆਪਣੀ ਬਿਮਾਰੀ मैं आप मेरे बीमार होऊंगा तो मैंने पता होना चाहिए कि मेरी जिंदगी बीमारी है, मेरे आगे वाले बीमारी वाले बंदे हैं, उन्होंने बीमार है की लोड़ किसी को जानो जे आले दुआले ਤੁਹਾਡੇ नहीं ਹੈਗਾ ਤਾਂ ਮੈਂ ਆਲਰੇਡੀ ਕਦੀ ਵੀ ਆਪਾਂ ਕਰ ਰਹੇ ਹਾਂ ਕਿ ਸਾਡੇ ਆਲੇ ਦੁਆਲੇ ਦੀ ਟ੍ਰੇਨਡ ਮੈਨ ਪਾਵਰ ਨਹੀਂ ਹੋਣੀ ਚਾਹੀਦੀ ਹੈ ਜਿਹੜੀ 90% ਬਿਮਾਰੀਆਂ ਨੂੰ ਉੱਥੇ ਹੀ ਡੀਲ ਕਰ ਲਵੇ ਜਿੱਥੇ ਹੈਗੀਆਂ। 10% ਲੋਕਾਂ ਨੂੰ ਸਪੈਸ਼ਲਿਸਟ ਦੀ ਐਕਸਪਰਟ ਜਾਂ ਆਉਣ ਦੀ ਲੋੜ ਪਵੇ ਉਹ ਐਕਸਟ੍ਰੀਮ ਸਿਚੁਏਸ਼ਨ ਇਹ ਕੋਈ ਆਪਾਂ ਜਿਹੜੀ ਆ ਉਹ ਇਹ 5 ਚੀਜ਼ਾਂ ਟ੍ਰੇਨਡ ਪੁਲਿਸ ਕਰ ਜਾਂਦਾ। ਫੂਡ ਸਭ ਤੋਂ ਇੰਪੋਰਟੈਂਟ ਹੈ, ਫੂਡ ਲੈਣ ਤੋਂ ਬਾਅਦ ਤੀਜੀ ਗੱਲ ਹੈਗੀ ਆ ਉਹ ਡਾਕਟਰ ਸਾਹਿਬ ਆਵਾਜ਼ ਖਰਾਬ ਹੋਣ, ਡਾਕਟਰ ਸਾਹਿਬ ਆਵਾਜ਼ ਰੁਕਣ ਲੱਗ ਗਈ, ਖਰਾਬ ਹੋਣ ਲੱਗ ਗਈ। ਚਲ ਮੈਂ ਬਾਹਰ ਜਾਣਾ ਤੇ ਉਹਦੇ ਅੰਦਰ ਜਿਹੜਾ ਹੈਗਾ ਹੁਣ ਦੇਖੋ ਠੀਕ ਹੈ, ਠੀਕ ਹੈ ਜੀ, ਹਾਂਜੀ ਹਾਂਜੀ ਠੀਕ ਹੈ ਜੀ। ਅੱਛਾ ਉਹ ਜਿਹੜੀ ਪੰਜ ਚੀਜ਼ਾਂ ਨੇ, ਇਹ ਪੰਜੇ ਚੀਜ਼ਾਂ ਯਾਦ ਰੱਖਣੀਆਂ ਨੇ। ਇਹਨੂੰ ਕੱਲੇ ਨੂੰ ਤੋੜ ਕੇ ਇਹਨੂੰ ਵੀ ਕੱਲੇ ਨੂੰ ਵਰਤਾਂਗੇ ਤਾਂ ਸਿੱਟਾ ਨਹੀਂ ਮਿਲੇਗਾ ਸਾਨੂੰ। ਇਹਨਾਂ ਪੰਜਾਂ ਨੂੰ ਵੀ ਇਕੱਠੇ ਵਰਤਣਾ ਪਏਗਾ ਇੱਕ ਪੈਕੇਜ ਦੇ ਤੌਰ ਤੇ। ਇਹ ਨਹੀਂ ਸੋਚਣਾ ਕਿ ਮੈਂ ਇੱਕ ਚੀਜ਼ ਵਰਤਣਾ ਤੇ ਦੂਜੀ ਛੱਡਦਾ, ਦੂਜੀ ਵਰਤਣਾ ਤੀਜੀ ਛੱਡਦਾ ਨਾ। ਇਹ ਪੰਜਾਂ ਨੂੰ ਕਿਤੇ ਨਾ ਕਿਤੇ ਹਰ ਮਰੀਜ਼ ਦੇ ਵਿੱਚ ਹੀ, ਹਰ ਮਰੀਜ਼ 'ਚ ਹੀ ਦੇਖਣਾ ਪਏਗਾ ਕਿ ਇਹ ਪੰਜੇ ਇੱਕ ਗੱਲਾਂ ਜਿਹੜੀਆਂ ਨੇ ਉਸ ਮਰੀਜ਼ ਦੇ ਉਹਦੇ 'ਚ ਫਿੱਟ ਬੈਠਦੀਆਂ ਕਿ ਨਹੀਂ ਬੈਠਦੀਆਂ ਪੂਰੀਆਂ। ਉਹ ਖੁਰਾਕ ਵੀ ਠੀਕ ਖਾ ਰਿਹਾ ਹੋਵੇ, ਉਹ ਦਵਾ ਪੌਦੇ ਵੀ ਠੀਕ ਵਰਤ ਰਿਹਾ ਹੋਵੇ, ਉਹ ਫਿਜ਼ੀਕਲ ਐਕਟੀਵਿਟੀ ਵੀ ਠੀਕ ਕਰ ਰਿਹਾ ਹੋਵੇ, ਉਹ ਮਾਈਂਡ ਮੈਨੇਜਮੈਂਟ ਵੀ ਉਹਦੀ ਠੀਕ ਹੋਵੇ, ਉਹਦੇ ਪ੍ਰਤੀ ਵੀ ਉਹਨੂੰ ਕੁਝ ਟਿਪਸ ਦੇਣੀਆਂ ਨੇ। ਮਤਲਬ ਜੇ ਉਦਾਹਰਨ ਦੇ ਤੌਰ ਤੇ ਸਿਰ ਦੁਖਦਾ ਆ ਜਿਹੜਾ
ਹੁਣ ਸਿਰ ਦੁਖਦੇ ਦੀਆਂ ਸਿਰ ਦੁਖਦਾ ਜਿਹੜਾ ਹੈ ਉਹ ਬੜੀ ਛੋਟੀ ਜਿਹੀ ਬਿਮਾਰੀ ਹੈ, ਬਹੁਤ ਵੱਡੀ ਵੀ ਹੈ। ਜਿਹਦਾ ਦੁਖਦਾ ਹੁੰਦਾ ਉਹਨੂੰ ਪੁੱਛਣ ਵਾਲੀ ਗੱਲ ਹੁੰਦੀ ਹੈ। ਲੇਕਿਨ ਸਿਰ ਦਰਦ ਹਟਾਉਣ ਵਾਸਤੇ ਜਦੋਂ ਅਸੀਂ ਗੋਲੀ ਖਾਂਦੇ ਹਾਂ, ਕੋਈ ਪੇਨ ਕਿਲਰ, ਉਹ ਸਭ ਤੋਂ ਨਿਸ਼ਚਿਤ ਤਰੀਕਾ ਹੈ। ਕਿਉਂਕਿ ਜਦੋਂ ਗੋਲੀ ਖਾਣ ਲੱਗ ਜਾਓਗੇ ਤੁਸੀਂ, ਜੇ ਤੁਸੀਂ ਹਫ਼ਤਾ ਗੋਲੀ ਖਾ ਲਈ ਤਾਂ 8ਵੇਂ ਦਿਨ ਤੁਹਾਡਾ ਸੀਟ ਮੰਗੇਗਾ, ਕਿਉਂਕਿ ਉਹਦੀ ਆਦਤ ਪੈ ਜਾਏਗੀ। ਉਹਦੇ ਲਈ ਕੁਝ ਬਹੁਤ ਸਿੰਪਲ ਜਿਹੀਆਂ ਟਿਪਸ ਯੂਜ਼ ਕਰ ਸਕਦੇ ਹਾਂ ਆਪਾਂ। ਔਰ ਉਹ ਟਿਪਸ ਦੇ ਅੰਦਰ ਕਾਫੀ ਟਿਪਸ ਨੇ ਮਾਈਂਡ ਨਾਲ ਦੇ ਨੇ ਕਿ ਮਾਈਂਡ ਨੂੰ ਥੋੜਾ ਸਾਈਡ ਕਰ ਦੋ, ਦਰਦ ਨਾਲ ਦੀ ਠੀਕ ਹੋ ਜਾਂਦੀ ਹੈ। ਪੇਨ ਸਿਰ ਦਰਦ ਜਿੰਨੀ ਜਲਦੀ ਆਉਂਦੀ ਹੈ ਉਨੀ ਜਲਦੀ ਚਲੀ ਜਾਂਦੀ ਹੈ। ਤਾਂ ਉਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਉਹ ਟਿਪਸ ਕੀ ਦੇਣੀਆਂ ਨੇ। ਜੇ ਸਿਰ ਦੁਖਦਾ ਤਾਂ ਟਿਪਸ ਕੀ ਦੇਣੀਆਂ ਨੇ, ਜੇ ਬੰਦਾ ਚਿੰਤਾ ਤੋਂ ਪੀੜਤ ਹੈ ਤਾਂ ਉਹਨੂੰ ਟਿਪਸ ਕੀ ਦੇਣੀਆਂ ਨੇ, ਜੇ ਡਿਪਰੈਸ਼ਨ ਤੋਂ ਪੀੜਤ ਹੈ ਤਾਂ ਉਹਨੂੰ ਟਿਪਸ ਕੀ ਦੇਣੀਆਂ ਨੇ। ਉਹ ਟਿਪਸ ਦੀ ਆਪਾਂ ਗੱਲ ਸਮੇਂ ਸਮੇਂ ਸਿਰ ਕਰਦੇ ਰਹਾਂਗੇ ਕਿ ਜਿਹੜਾ ਬੰਦਾ ਚਿੰਤਾ ਤੋਂ ਪੀੜਤ ਹੈ, ਡਿਪਰੈਸ਼ਨ ਤੋਂ ਪੀੜਤ ਹੈ, ਅਨੀਂਦਰੇ ਤੋਂ ਪੀੜਤ ਹੈ, ਸਿਰ ਦਰਦ ਤੋਂ ਪੀੜਤ ਹੈ, ਜਾਂ ਉਹਦੀ ਸਰੀਰ ਦੁਖਦਾ ਰਹਿੰਦਾ, ਆਮ ਹੱਡ ਪੈਰ ਟੁੱਟਦੇ ਰਹਿੰਦੇ ਆ, ਉਹ ਤੋਂ ਜਾਂ ਥਕਾਵਟ ਬਹੁਤ ਜਲਦੀ ਹੁੰਦੀ ਹੈ, ਉਹਦੇ ਲਈ ਨਿੱਕੀਆਂ ਨਿੱਕੀਆਂ ਟਿਪਸ ਨੇ ਜਿਹੜੀਆਂ ਕਿ ਆਪਾਂ ਦੇ ਦਾਂਗੇ ਤਾਂ ਬੰਦਾ ਉਸ ਚੱਕਰ ਤੋਂ ਨਿਕਲ ਜਾਏਗਾ, ਬਜਾਏ ਇਸ ਗੱਲ ਦੀ ਕਿ ਬੰਦਾ ਉਹ ਦਵਾਈਆਂ ਦੇ ਚੱਕਰ ਪੈ ਜਾਵੇ। ਤੇ ਜੇ ਆਪਾਂ ਨੂੰ ਬੰਦੇ ਨੂੰ 5 ਗੱਲਾਂ ਤੇ ਉੱਪਰ ਜਿਹਨੂੰ ਕਹਿੰਦੇ ਉਹਨੂੰ ਐਮਪਾਵਰ ਕਰਨਾ, ਅੰਗਰੇਜ਼ੀ ਉਹਨੂੰ ਕਹਿੰਦਾ ਐਮਪਾਵਰਮੈਂਟ, ਕਿ ਅਸੀਂ ਉਹਨਾਂ ਨੂੰ ਯੋਗ ਬਣਾਉਣਾ ਹੈ ਉਹਨਾਂ ਸਾਰੇ ਆਪਣੇ ਆਲੇ ਦੁਆਲੇ ਵਸਦੇ ਸਮਾਜ ਨੂੰ, ਕਿ ਉਹ ਇਹਨਾਂ 5 ਚੀਜ਼ਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਆਪਣੇ ਜੀਵਨ ਦਾ ਹਿੱਸਾ ਬਣਾ ਲੈਣ, ਤਾਂ ਕਿ ਉਹਨੂੰ ਉਹ ਜਦੋਂ ਹੀ ਲੋੜ ਪਵੇ ਆਪਣੇ ਤੇ ਵਰਤਣ, ਆਪਣੇ ਪਰਿਵਾਰ ਤੇ ਵਰਤਣ, ਆਪਣੇ ਆਲੇ ਦੁਆਲੇ ਵਸਦੇ ਸਮਾਜ ਤੇ ਵਰਤਣ। ਇੱਕ ਇਹੋ ਜਿਹੀ ਮੂਵਮੈਂਟ ਚਲਾਉਣੀ, ਇਹੋ ਜਿਹਾ ਸੱਭਿਆਚਾਰ ਖੜਾ ਕਰਨਾ ਜਿਹਦੇ ਅੰਦਰ ਹਸਪਤਾਲਾਂ ਦੀ, ਡਾਕਟਰਾਂ ਦੀ, ਮਾਹਰਾਂ ਦੀ ਲੋੜ ਜਿਹੜੀ ਹੈ ਉਹ ਘੱਟ ਕੇ ਬਹੁਤ ਸੀਮਿਤ ਰਹਿ ਜਾਵੇ। ਸਿਰਫ ਐਕਸਟ੍ਰੀਮ ਸਿਚੁਏਸ਼ਨ ਜਦੋਂ ਅੱਤ ਦੀ ਕੋਈ ਗੱਲ ਹੋ ਗਈ ਉਹਦੇ ਵਾਸਤੇ, ਜਿਹੜੀ ਆਮ ਮਾੜੀ ਮਾੜੀ ਗੱਲ ਤੇ ਹਸਪਤਾਲਾਂ ਦੇ ਅੰਦਰ ਤੁਰੇ ਰਹਿਣਾ ਤੇ ਹਸਪਤਾਲਾਂ ਦੇ ਗੇੜੇ ਮਾਰਦੇ ਰਹਿਣਾ ਤੇ ਟੈਸਟ ਕਰਵਾਉਂਦੇ ਰਹਿਣਾ, ਐਵੇਂ ਮਤਲਬ ਸਨਕ ਪੁਣੇ ਚੋਂ ਹੀ ਸਾਰਾ ਕੁਝ ਚੱਲੀ ਜਾਂਦਾ, ਉਸ ਕਲਚਰ ਤੋਂ, ਉਸ ਸੱਭਿਆਚਾਰ ਤੋਂ ਆਪਾਂ ਬਾਹਰ। ਇਸ ਕਿਸਮ ਦੇ ਜਿਹੜੇ ਸਾਰੇ ਉਹਦੇ ਅੰਦਰ ਆਪਾਂ ਕੰਮ ਕਰਨੇ ਆ ਤੇ ਉਹਦੇ ਆਪਾਂ ਗੱਲ ਕਰਦੇ ਰਹਾਂਗੇ ਕਿ ਕਿਵੇਂ ਕਿਵੇਂ ਕਰਨੇ ਆ। ਉਹਦੇ ਅੰਦਰ ਆਪਾਂ ਰੱਖਾਂਗੇ ਇਹ ਅਸੂਲ ਕਿ ਜਿਹੜੇ ਤਾਂ ਸਿੰਪਲ ਜਿਹੇ ਕੇਸਿਸ ਨੇ, ਇੱਕ ਅੱਧੀ ਦਵਾਈ ਖਾਂਦੇ ਆ ਕੋਈ ਗੱਲ ਨਹੀਂ, ਉਹ ਮੈਂ ਨਾਲ ਦੱਸੂਗਾ ਉਹ ਦਵਾਈ ਕਿੱਦਾਂ ਛਡਾਉਣੀ ਹੈ, ਸ਼ੂਗਰ ਦੀਆਂ ਦਵਾਈਆਂ ਕਿੱਦਾਂ ਛਡਾਉਣੀਆਂ ਨੇ, ਬੀਪੀ ਦੀ ਕਿੱਦਾਂ ਛਡਾਉਣੀ ਹੈ। ਪਰ ਜਿਹੜੇ ਕੰਪਲੀਕੇਟਡ ਕੇਸਿਸ ਹੋਣਗੇ ਮਲਟੀਪਲ ਦਵਾਈਆਂ ਵਾਲੇ, ਉਹਦੇ ਵਾਸਤੇ ਫਿਰ ਸਾਡਾ ਆਨਲਾਈਨ ਸਿਸਟਮ ਹੈ ਉਹ ਉਹੀ ਅਡਾਪਟ ਕਰਨਾ ਪਏਗਾ, ਕਿਉਂਕਿ ਕੰਪਲੀਕੇਟਡ ਵਾਲੇ ਕੇਸਿਸ ਜਿਹੜੇ ਨੇ ਉਹ ਬੜੇ ਔਖੇ ਹੁੰਦੇ ਆ ਦਵਾਈਆਂ ਦੇ ਚੱਕਰ ਪੜਨਾ, ਕਿਉਂਕਿ ਅੱਜ ਕੱਲ੍ਹ ਲੋਕ ਇੰਨੇ ਉਲਝ ਗਏ ਹੋਏ ਆ, 10-10 12-12 ਦਵਾਈਆਂ ਖਾ ਰਹੇ ਆ, ਔਰ ਇੰਨੇ ਡਰੇ ਹੁੰਦੇ ਆ ਕਿ ਜੇ ਮੈਂ ਫਲਾਣੀ ਦਵਾਈ ਨਾ ਖਾਧੀ ਤਾਂ ਮੈਂ ਤਾਂ ਮਰ ਗਿਆ ਅਗਲੇ ਦਿਨ। ਉਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਹੈ ਉਸ ਵਰਤਾਰੇ 'ਚ ਹੋਰ ਕੋਈ ਹੱਲ ਨਹੀਂ ਹੈ। ਉਹਦੇ 'ਚ ਇੱਕ ਵਾਰੀ ਆਪਾਂ ਨੂੰ ਹੀ ਰੱਖਣਾ ਪਏਗਾ ਵੀ ਉਹ ਸਾਡੇ ਆਨਲਾਈਨ ਵਾਲੇ ਸਿਸਟਮ ਪਾ ਦਿਓ ਉਹਨੂੰ, ਤੇ ਅਸੀਂ ਫਿਰ ਉਹ ਗਾਈਡ ਕਰਾਂਗੇ। ਅਸੀਂ 2 ਮਹੀਨੇ ਦਾ ਪੈਕੇਜ ਦਿੰਦੇ ਹਾਂ, ਉਹਦੇ 'ਚ ਅਸੀਂ ਫਾਈਲ ਬਣਾ ਲੈਂਦੇ ਹਾਂ ਪੂਰੀ। ਉਹ ਫਾਈਲ ਜਦੋਂ ਬਣ ਜਾਂਦੀ ਹੈ ਤਾਂ ਫਿਰ ਅਸੀਂ ਉਹ ਸਟੈਪ ਬਾਈ ਸਟੈਪ ਜਿਹੜੀ ਗਾਈਡ ਕਰ ਦਿੰਦੇ ਹਾਂ ਤੇ ਉਹਦੇ 'ਚ ਉਹ ਚੱਕਰ 'ਚੋਂ ਨਿਕਲ ਜਾਂਦੇ ਆ, ਸਾਰੇ ਨਿਕਲ ਜਾਂਦੇ ਆ, ਲਗਭਗ ਸਾਰੇ ਨਿਕਲ ਜਾਂਦੇ ਆ। ਜਿਹੜੀਆਂ 2-3 ਬਿਮਾਰੀਆਂ ਜਿਹੜੀਆਂ ਜੇ ਆਪਾਂ ਨੂੰ ਪੂਰੀ ਤਰ੍ਹਾਂ ਆਪਣੇ ਜਿਹਨੂੰ ਕਹਿੰਦੇ ਆ ਰੇਂਜ 'ਚ ਨਹੀਂ ਆ ਰਹੀਆਂ, ਉਹ ਵੀ ਹੌਲੀ ਹੌਲੀ ਆ ਜਾਣਗੀਆਂ। ਕੈਂਸਰ ਨਹੀਂ ਆ ਰਹੇ ਜੇ ਪੂਰੀ ਤਰ੍ਹਾਂ ਰੇਂਜ 'ਚ, ਕੈਂਸਰ ਦੇ ਉਹਦਾ ਮਤਲਬ ਇਹ ਨਹੀਂ ਕੈਂਸਰ ਕੁਛ ਕਰਨਾ ਨਹੀਂ ਆਪਾਂ ਨੇ। ਕੈਂਸਰ ਵਾਲੇ ਬੰਦੇ ਨੂੰ ਆਪਾਂ ਬੜੇ ਕੌਨਫੀਡੈਂਸ ਨਾਲ ਨਹੀਂ ਕਹਿ ਸਕਦੇ ਵੀ ਤੂੰ ਕੱਲੀ ਡਾਈਟ ਨਾਲ ਠੀਕ ਹੋ ਜਾਏਗਾ ਤੇ ਹੋਰ ਦਵਾਈ ਨਾ ਕਰ, ਇਹ ਗੱਲ ਕੈਂਸਰ ਵਾਲੇ ਨੂੰ ਨਹੀਂ ਕਹਿ ਸਕਦੇ। ਸਿਮਿਲਰਲੀ ਆਪਣੇ ਗਾਲ ਬਲੈਡਰ ਦੀਆਂ ਪੱਥਰੀਆਂ ਨੇ, ਉਹਦੇ ਬਾਰੇ ਵੀ ਇਹ ਨਹੀਂ ਕਹਿ ਸਕਦੇ ਕਿ ਤੇਰਾ ਕੱਲੀ ਡਾਈਟ ਨਾਲ ਗਾਲ ਤੇ ਤੇਰੀਆਂ ਪੱਥਰੀਆਂ ਨਿਕਲ ਜਾਣਗੀਆਂ। ਇੱਕ ਦੂਜੀ ਬਿਮਾਰੀ ਇਹ ਹੋ ਗਈ, ਤੇ ਇੱਕ ਦੋ ਬਿਮਾਰੀਆਂ ਹੋਰ ਲੈ ਕੇ ਨਿਕਲਣਗੀਆਂ ਜਿਹਨਾਂ ਬਾਰੇ ਆਪਾਂ ਅੱਗੇ ਗੁਰਦਿਆਂ ਵਾਲੇ ਜਿਹੜੇ ਨੇ, ਡਾਇਲਸਿਸ ਵਾਲੇ ਨੇ, ਡਾਇਲਸਿਸ ਵਾਲਿਆਂ ਨੂੰ ਵੀ ਇੱਕਦਮ ਅਸੀਂ ਦਵਾਈ ਬੰਦ ਨਹੀਂ ਕਰਾ ਸਕਦੇ। ਬਾਕੀ ਲਗਭਗ ਸਾਰੀਆਂ ਬਿਮਾਰੀਆਂ ਦੀ ਦਵਾਈ ਜਿਹੜੀ ਹੈ ਉਹ ਮਹੀਨਾ 2 ਮਹੀਨੇ ਹੱਦ 3 ਮਹੀਨੇ ਦੇ ਵਿੱਚ ਦਵਾਈ ਚਲੀ ਜਾਂਦੀ ਹੈ। ਸਿਰਫ ਉਹ ਬੰਦੇ ਰਹਿ ਜਾਂਦੇ ਆ ਜਿਹੜੇ ਕਿ ਜੋ ਤੁਹਾਡੀ ਗੱਲ ਨੂੰ 100% ਨਹੀਂ ਫੋਲੋ ਕਰਦੇ, ਉਹ ਕੋਈ 30% ਫੋਲੋ ਕਰ ਰਿਹਾ ਹੁੰਦਾ, ਕੋਈ 40% ਕਰ ਰਿਹਾ ਹੁੰਦਾ, ਫਿਰ ਉਸ ਹਿਸਾਬ ਨਾਲ ਹੀ ਉਹਨੂੰ ਸਿੱਖਿਆ ਮਿਲਦਾ। ਉਹਦੇ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਊਗਾ। ਜੇ ਬੰਦਾ 40% ਕਰ ਰਿਹਾ ਤਾਂ ਫਿਰ ਉਸ ਦਾ ਵੀ ਉਨਾ ਹੀ ਮਿਲਦਾ ਉਹਨੂੰ। ਉਹ ਕਿਤੇ ਨਾ ਕਿਤੇ ਉਹ ਇਹ ਸਾਰਾ ਏਦਾਂ ਚੱਲੇਗਾ। ਉਹਦੇ 'ਚ ਆਪਾਂ 10 ਹਫ਼ਤਿਆਂ 'ਚ ਆਪਣਾ ਜਿਹੜਾ ਉਹ ਕੰਪਲੀਟ ਹੋ ਜਾਏਗਾ। 10 ਹਫ਼ਤਿਆਂ ਤੋਂ ਬਾਅਦ ਫਿਰ ਆਪਾਂ ਉਹ ਰੱਖ ਲਾਂਗੇ। ਤੁਹਾਡੇ ਸਵਾਲ ਆ ਜਾਣਗੇ, ਉਸ ਤੋਂ ਬਾਅਦ ਬਹੁਤ ਸਾਰੇ ਤੁਹਾਡੇ ਕੋਲ ਮਰੀਜ਼ ਆਉਣਗੇ, ਪੁਰਾਣੇ ਮਰੀਜ਼ ਦਾ ਆਪਾਂ ਆਇਆ ਹੈ ਤੇ ਅਸੀਂ ਕਿਵੇਂ ਕਰੀਏ ਪੁਰਾਣੇ, ਉਹ ਫਿਰ ਆਪਾਂ ਉਹ ਜਾਰੀ ਰੱਖਾਂਗੇ। ਇਹ ਮੋਟੀ ਮੋਟੀ ਪਲੈਨਿੰਗ ਜਿਹੜੀ ਆ ਉਹ ਆਪਾਂ ਏਦਾਂ ਕਰ ਲੈਂਦੇ ਹਾਂ।
ਹੁਣ ਮੇਰੇ ਖਿਆਲ 'ਚ ਆਪਾਂ ਥੋੜੇ ਸਵਾਲ ਜਵਾਬ ਲੈ ਲੈਣੇ ਆ ਤੁਹਾਡੇ ਹਾਂ ਹੁਣ ਡਾਕਟਰ ਸਾਹਿਬ ਇੱਕ ਮੈਸੇਜ ਆ ਰਿਹਾ ਜੀ 5 ਨੁਕਤੇ ਜਦੋਂ ਬਾਹਰ ਆਏ ਆ ਨਾ ਉਹ ਸੀ ਉਹ 5 ਨੁਕਤੇ ਇੱਕ ਵਾਰੀ ਰਿਪੀਟ ਕਰ ਦਿਓ 5 ਉਹ ਨੋਟ ਕਰ ਲੈਣਗੇ। ਉਹ ਪੰਜ ਨੇ। ਤਾਂ ਡਾਈਟ ਸਭ ਤੋਂ ਇੰਪੋਰਟੈਂਟ, ਸਭ ਤੋਂ ਟੌਪ ਤੇ ਰੱਖਣੀ ਹੈ ਖੁਰਾਕ। ਖੁਰਾਕ ਕਿਹੜੀ ਖਾਣੀ ਹੈ, ਕਿਵੇਂ ਖਾਣੀ ਹੈ, ਕਿਸ ਤਰ੍ਹਾਂ ਸਾਰੀ ਉਹਦੀ ਉਗਾਉਣ ਤੋਂ ਲੈ ਕੇ ਪ੍ਰੋਸੈਸ ਕਰਨ ਤੋਂ ਲੈ ਕੇ ਰਸੋਈ 'ਚ ਜਾਣ ਤੋਂ ਲੈ ਕੇ ਖਾਣ ਤੱਕ ਦੀ ਸਾਰੀ ਜਿਹੜੀ ਕਲਾ ਹੈ ਉਹ ਖੁਰਾਕ ਦੀ ਕਲਾ ਹੈ, ਉਹ ਸਿੱਖਣੀ। ਅਸੀਂ ਫੂਡ ਦਾ ਆਰਟ ਆਫ ਫੂਡ, ਅਸੀਂ ਫੂਡ ਦਾ ਆਰਟ ਸਿਖਾਉਣਾ ਲੋਕਾਂ ਨੂੰ। ਤੇ ਉਹ ਆਰਟ ਆਫ ਫੂਡ ਕੀ ਹੈ, ਉਹ ਆਰਟ ਆਫ ਫੂਡ ਸਿਖਾਉਣਾ ਨਹੀਂ ਸਿੱਖਣਾਗੇ ਲੋਕਾਂ ਤੋਂ। ਬਹੁਤ ਸਾਰੇ ਤੁਹਾਨੂੰ ਐਸੇ ਪ੍ਰਕਿਰਿਆ 'ਚ ਉਹ ਲੋਕ ਮਿਲਣਗੇ ਜਿਹੜੇ ਤੁਹਾਡੇ ਨਾਲ ਜ਼ਿਆਦਾ ਵੱਧ ਜਾਣਦੇ ਆ। ਹਮੇਸ਼ਾ ਆਪਣੇ ਆਪ ਨੂੰ ਕਦੀ ਵੀ ਉੱਪਰ ਨਹੀਂ ਸਮਝਣਾ। ਕੋਈ ਵੀ ਇੱਕ ਵਿਅਕਤੀ ਜਿਹੜਾ ਉਹਦਾ ਗਿਆਨ ਜਿਹੜਾ ਉਹ ਉਹਨੂੰ ਗਾਉਂਦਾ। ਉਹ ਬਹੁਤ ਸਾਰੀਆਂ ਗੱਲਾਂ ਮੈਂ ਮਰੀਜ਼ਾਂ ਤੋਂ ਸਿੱਖ ਰਿਹਾ। ਬਹੁਤ ਸਾਰੇ ਮਰੀਜ਼ ਆਉਂਦੇ ਆ, ਆ ਜਾਂਦੇ ਆ। ਤਾਂ ਉਹ ਇਹ ਹਮੇਸ਼ਾ ਹੀ ਮਨ ਓਪਨ ਰੱਖਣਾ। ਜਿਹੜਾ ਲਰਨਿੰਗ ਹੁੰਦਾ ਟੂ ਵੇ ਪ੍ਰਕਿਰਿਆ ਹੁੰਦੀ ਹੈ। ਜੇ ਅਸੀਂ ਲੋਕਾਂ ਨਾਲ ਗੱਲਾਂ ਕਰਾਂਗੇ ਤੁਹਾਨੂੰ ਇਹੋ ਜਿਹੇ ਬਜ਼ੁਰਗ ਮਿਲਣਗੇ, ਇਹੋ ਜਿਹੇ ਬੰਦੇ ਮਿਲਣਗੇ, ਇਹੋ ਜਿਹੀਆਂ ਬੀਬੀਆਂ ਮਿਲਣਗੀਆਂ ਜਿਹੜੀ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਆ ਜਾਣਗੀਆਂ। ਤਾਂ ਉਹ ਅਸੀਂ ਜਿਹੜਾ ਉਹ ਵਿਕਸਿਤ ਕਰਨਾ ਇੱਕ ਫੂਡ ਦਾ ਖੁਰਾਕ ਦੀ ਕਲਾ, ਆਰਟ ਆਫ ਫੂਡ ਗਰੋ ਕਰਨ ਤੋਂ ਲੈ ਕੇ ਖਾਣ ਤੱਕ ਦੀ ਉਸ ਦੀ ਕਲਾ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਉਹਦੇ ਨਾਲ ਜੁੜੇ ਨੇ ਦੁਆ ਪੌਦੇ। ਇਹ ਸਾਡੇ ਆਲੇ ਦੁਆਲੇ 100 ਦੇ ਲਗਭਗ ਦੁਆ ਪੌਦੇ ਨੇ ਜਿਹੜੇ ਸਾਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣੇ। ਅਸੀਂ ਉਹ 100 ਦੁਆ ਪੌਦਿਆਂ ਦਾ ਗਿਆਨ ਹੋਣਾ ਚਾਹੀਦਾ, ਮੈਨੂੰ ਪਛਾਣ ਹੋਣੀ ਚਾਹੀਦੀ ਹੈ, ਮੇਰੇ ਘਰ 'ਚ ਲੱਗੇ ਹੋਣੇ ਚਾਹੀਦੇ ਆ। ਤੇ ਉਹਨਾਂ ਨੂੰ ਘਰ 'ਚ ਲਾਉਣਾ ਵੀ ਹੈ, ਉਹਦਾ ਸੱਭਿਆਚਾਰ ਵੀ ਬਣਾਉਣਾ, ਲੋਕਾਂ ਨੂੰ ਇਨਕਰੇਜ ਵੀ ਕਰਨਾ ਹੈ। ਤੇ ਉਹ ਵੱਧ ਤੋਂ ਵੱਧ ਲੋਕ ਜਿਹੜੇ ਨੇ ਦੁਆ ਪੌਦੇ ਲਾਉਣ, ਫਰੂਟ ਪਲਾਂਟਸ ਲਾਉਣ, ਪੱਤੇਦਾਰ ਸਬਜ਼ੀਆਂ ਲਾਉਣ ਘਰ। ਉਹ ਸਾਰਾ ਉਹਦਾ ਸੱਭਿਆਚਾਰ ਡਿਵੈਲਪ ਕਰਨਾ ਦੁਆ ਪੌਦਿਆਂ ਦਾ। ਤੀਜਾ ਹੈ ਫਿਜ਼ੀਕਲ ਐਕਟੀਵਿਟੀ ਜਾਂ ਐਕਸਰਸਾਈਜ਼। ਇਹ ਸਰੀਰ ਨੂੰ ਕੜਿਆਈ ਨਾਲ ਵਰਤਣਾ, ਕੱਲਾ ਕੱਲਾ ਜੋੜ ਹਿਲਾਉਣਾ, ਉਹਦੇ ਤੇ ਇਕੱਲੇ ਜੋੜ ਦੇ ਉੱਪਰ ਸਰੀਰ ਦੇ ਉੱਪਰ ਬਹੁਤ ਹੀ ਕਹਿੰਦੇ ਵਿਗਿਆਨਿਕ ਢੰਗ ਦੇ ਨਾਲ ਇੰਨਾ ਕੁ ਉਹਦੇ ਤੇ ਸਟ੍ਰੈਸ ਪਾਉਣਾ, ਇੰਨਾ ਕੁ ਉਹਦੇ ਤੇ ਜ਼ੋਰ ਪਾਉਣਾ ਕਿ ਉਹ ਤਗੜੇ ਹੋ ਜਾਣ। ਕਿਉਂਕਿ ਜਿੰਨਾ ਅਸੀਂ ਜ਼ੋਰ ਪਾਵਾਂਗੇ ਉਨਾ ਹੀ ਸਰੀਰ ਅੰਦਰੋਂ ਉਹਨੂੰ ਤਕੜਾ ਕਰ ਦਿੰਦਾ। ਸਰੀਰ ਨੂੰ ਕੁਦਰਤ ਤਾਂ ਹੀ ਤਕੜਾ ਕਰਦੀ ਹੈ ਜੇ ਅਸੀਂ ਮੰਗਾਂਗੇ ਤਾਂ। ਕੁਦਰਤ ਸਿਰਫ ਮੰਗਿਆ ਦਿੰਦੀ ਹੈ, ਕੁਦਰਤ ਮੰਗੇ ਦੇ ਨਾਲ ਦਿੰਦੀ ਨਹੀਂ ਹੈ। ਜੇ ਅਸੀਂ ਜ਼ੋਰ ਵਾਲਾ ਕੰਮ ਕਰਾਂਗੇ ਤਾਂ ਇਹਦਾ ਮਤਲਬ ਕੀ ਹੈ, ਅਸੀਂ ਕੁਦਰਤ ਤੋਂ ਮੰਗ ਰਹੇ ਹਾਂ ਕਿ ਮੈਨੂੰ ਪਾਵਰ ਚਾਹੀਦੀ ਹੈ, ਮੈਨੂੰ ਜ਼ੋਰ ਚਾਹੀਦਾ। ਜੇ ਅਸੀਂ ਬੈਠੇ ਹਾਂ, ਵਿਹਲੇ ਬੈਠੇ ਹਾਂ, ਵਿਹਲੇ ਬੈਠਾ ਬੰਦਾ ਤਾਂ ਫਿਰ ਕੁਝ ਮੰਗ ਹੀ ਨਹੀਂ ਰਿਹਾ। ਉਹ ਤਾਂ ਬੈਠਾ ਤੰਗੀ ਢਾਹ ਕੇ ਜਦੋਂ ਕੁਦਰਤ ਜਿਹੜਾ ਰਹਿੰਦੀ ਹੈ ਮਾੜੀ ਮੋਟੀ ਪੱਠਿਆਂ ਜਾਣ ਤਰ੍ਹਾਂ ਉਹ ਵੀ ਕਰ ਦਿੰਦੀ ਹੈ। ਉਹ ਸਿੱਧ ਹੋ ਚੁੱਕਿਆ ਕਿ ਜੇ ਵਿਹਲੇ ਇੱਕ ਬੰਦੇ ਨੂੰ ਵਿਹਲਾ ਛੱਡ ਦਿਓ, ਕੁਝ ਨਾ ਕਰਾਓ ਤਾਂ 40% 2 ਹਫ਼ਤਿਆਂ 'ਚੋਂ 40% ਉਹਦੀ ਤਾਕਤ ਉੱਡ ਜਾਂਦੀ ਹੈ। ਉਹਦੇ ਹਾਰਟ ਦੀ ਤਾਕਤ ਵੀ 40% ਉੱਡ ਜਾਂਦੀ ਹੈ, ਫੇਫੜਿਆਂ ਦੀ ਵੀ ਉੱਡ ਜਾਂਦੀ ਹੈ, ਪੱਠਿਆਂ ਦੀ ਵੀ ਉੱਡ ਜਾਂਦੀ ਹੈ, ਸਿਰਫ ਵਿਹਲੇ ਬੈਠਣ ਨਾਲ। ਇਸ ਕਰਕੇ ਵਿਹਲੇ ਬੈਠਣਾ ਜਿਹੜਾ ਬਹੁਤ ਵੱਡਾ ਪਾਪ ਹੈ, ਕੁਦਰਤ ਦੇ ਖਿਲਾਫ, ਆਪਣੇ ਆਪ ਦੇ ਖਿਲਾਫ, ਤੇ ਜਿਹੜਾ ਕੁਦਰਤ ਦਾ ਨਿਯਮ ਉਹਦੇ ਖਿਲਾਫ। ਤੇ ਕੁਦਰਤ ਜਿਹੜੀ ਹੈ ਉਹ ਨਿਯਮਾਂ ਤਹਿਤ ਚੱਲਦੀ ਹੈ। ਕੁਦਰਤ ਕੋਈ ਏਦਾਂ ਹੌਚ ਪੌਚ ਨਹੀਂ ਹੈਗੀ। ਕੁਦਰਤ ਆਪਣੇ ਬਣਾਏ ਹੋਏ ਨਿਯਮਾਂ ਤਹਿਤ ਚੱਲਦੀ ਹੈ। ਉਹ ਨਿਯਮਾਂ ਦਾ ਜਿਹੜਾ ਅਸੀਂ ਉਲੰਘਣ ਨਹੀਂ ਕਰਨਾ। ਉਹਦੇ ਜਿਹੜਾ ਇੱਕ ਨਿਯਮ ਹੈ ਕਿ ਸਰੀਰ ਨੂੰ ਕੜਿਆਈ ਨਾਲ ਵਰਤੋ, ਢਾਈ ਨਾਲ ਵਰਤੋ। ਇਹ ਹੋ ਗਿਆ ਜੀ ਤੁਹਾਡਾ। ਚੌਥਾ ਆ ਗਿਆ ਤੁਹਾਡਾ ਮਾਈਂਡ ਮੈਨੇਜਮੈਂਟ। ਸਾਡਾ ਮਨ ਜਿਹੜਾ ਉਹ ਸੱਚ ਤੇ ਖੜਾ ਹੋਣਾ ਚਾਹੀਦਾ। ਸਾਡੇ ਮਨ ਨੂੰ ਪਛਾਣ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਸਮਾਜ ਦਾ ਹਿੱਸਾ। ਮੇਰੀ ਹੋਂਦ ਮੇਰੇ ਸਮਾਜ ਨਾਲ, ਮੇਰੇ ਪਰਿਵਾਰ ਨਾਲ, ਮੇਰੀ ਹੋਂਦ ਮੇਰੇ ਆਲੇ ਦੁਆਲੇ ਕੁਦਰਤ ਨਾਲ ਹੈ, ਹੋਰ ਜੀਵ ਜੰਤੂਆਂ ਨਾਲ ਹੈ, ਪੌਦਿਆਂ ਨਾਲ ਹੈ, ਸੂਖਮ ਜੀਵਾਂ ਨਾਲ ਹੈ, ਸਾਰੇ ਧਰਤੀ ਤੇ ਵਸਦੀ ਨੇਚਰ ਨਾਲ ਹੈ। ਇਹ ਧਰਤੀ ਤੇ ਵਸਦੀ ਨੇਚਰ ਦਾ ਰਿਸ਼ਤਾ ਜਿਹੜਾ ਉਹ ਕਸਮੋਸ ਨਾਲ ਹੈ, ਬ੍ਰਹਿਮੰਡ ਨਾਲ ਹੈ, ਬ੍ਰਹਿਮੰਡ ਦਾ ਰਿਸ਼ਤਾ ਪਰਮਾਤਮਾ ਨਾਲ ਹੈ। ਤੇ ਪਰਮਾਤਮਾ ਤੋਂ ਲੈ ਕੇ ਥੱਲੇ ਮੇਰੇ ਤੱਕ ਜਿਹੜਾ ਇੱਕ ਲਿੰਕ ਬਣਿਆ ਹੋਇਆ, ਚੇਨ ਬਣਿਆ ਹੋਇਆ, ਕੜੀ ਬਣੀ ਹੋਈ ਹੈ। ਉਹ ਜਦੋਂ ਰਿਸ਼ਤੇ ਉਸ ਸੱਚ 'ਚ ਅਸੀਂ ਵਿਚਰਾਂਗੇ, ਉਹ ਸੱਚ 'ਚ ਵਿਚਰਨ ਲਈ ਤਾਂ ਹੀ ਪਾਠ ਕਰਦੇ ਹਾਂ, ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ, ਕੀਰਤਨ ਕਰਦੇ ਹਾਂ। ਸਾਰਾ ਕੁਝ ਕਾਹਦੇ ਵਾਸਤੇ ਹੈ ਕਿ ਸਾਡਾ ਮਨ ਜਿਹੜਾ ਬਾਰ-ਬਾਰ ਭਟਕਦਾ, ਸਾਡਾ ਮਨ ਬਾਰ-ਬਾਰ ਮੈਂ ਤੇ ਆ ਜਾਂਦਾ, ਸਾਡਾ ਮਨ ਬਹੁਤ ਜਿਹੜਾ ਨਿੱਜਵਾਦ ਤੇ ਆ ਜਾਂਦਾ। ਉਹ ਫਿਰ ਜਿਹੜਾ ਫਿਰ ਉਹਨੂੰ ਯਾਦ ਕਰਾਉਂਦੇ ਆ ਕਿ ਨਹੀਂ ਭਾਈ, ਤੇਰੀ ਨਿੱਜ ਦੀ ਕੋਈ ਔਕਾਤ ਨਹੀਂ ਹੈ, ਤੇਰੀ ਔਕਾਤ ਸਮੂਹ ਨਾਲ ਹੈ, ਸਮੂਹ ਨਾਲ ਹੈ। ਅੱਜ ਤੁਸੀਂ ਦੇਖੋ, ਅੱਜ ਆਪਣੇ ਆਲੇ ਦੁਆਲੇ ਕਿੰਨਾ ਸਿੱਧ ਹੋ ਗਿਆ ਨਾ ਕਿ ਸਮੂਹ ਇਕੱਠਾ ਹੈ ਤਾਂ ਕੀ ਕੁਛ ਹੋ ਸਕਦਾ। ਤੇ ਇਕੱਲੇ ਅਸੀਂ ਕਿਵੇਂ ਦੁਖੀ ਹੋ ਕੇ ਨਸ਼ੇ ਕਰ ਰਹੇ ਸੀਗੇ, ਕਿਵੇਂ ਦੁਖੀ ਹੋ ਕੇ ਜਿਹੜਾ ਸੀਗਾ ਅਸੀਂ ਕਮਿਊਜ਼ ਹੋ ਕੇ ਬੈਠੇ ਸੀਗੇ। ਹੁਣ ਸਮੂਹ ਇਕੱਠਾ ਹੋ ਗਿਆ ਤਾਂ ਅਸੀਂ ਸੰਘਰਸ਼ ਕਰ ਰਹੇ ਹਾਂ, ਲੜ ਰਹੇ ਹਾਂ ਆਪਣੇ ਹੱਕਾਂ ਦੀ ਖਾਤਰ। ਤੋਂ ਇਹ ਜਿਹੜਾ ਸਮੂਹ ਦੀ ਤਾਕਤ ਹੁੰਦੀ ਹੈ, ਬਹੁਤ ਵੱਡੀ ਤਾਕਤ ਹੁੰਦੀ ਹੈ। ਸਮੂਹ ਜਿਹੜਾ ਹੈ ਆਪਣੇ ਆਲੇ ਦੁਆਲੇ ਜਿੰਨਾ ਸਮੂਹ ਹੈ, ਚਾਹੇ ਮੇਰਾ ਪਰਿਵਾਰ ਮੇਰਾ ਸਭ ਤੋਂ ਛੋਟਾ ਸਮੂਹ ਹੈ, ਮੇਰਾ ਮਹੱਲਾ ਮੇਰਾ ਉਸ ਤੋਂ ਵੱਡਾ ਸਮੂਹ ਹੈ, ਮੇਰਾ ਪਿੰਡ ਮੇਰਾ ਉਸ ਤੋਂ ਵੱਡਾ ਸਮੂਹ ਹੈ, ਮੇਰਾ ਜ਼ਿਲ੍ਹਾ, ਤਹਿਸੀਲ, ਸਟੇਟ, ਕੰਟਰੀ ਤੇ ਮਨੁੱਖਤਾ, ਇਹ ਸਾਰੇ ਸਮੂਹ ਦਾ ਅਸੀਂ ਹਿੱਸਾ। ਉਹ ਸਮੂਹ ਜਿਹੜਾ ਹੁੰਦਾ ਤਾਕਤਵਰ ਹੁੰਦਾ। ਇਸ ਮਾਨਸਿਕ ਸਥਿਤੀ 'ਚ ਬਚਣਾ ਤੇ ਉਹਦੇ ਲਈ
ਕੀ ਤਰੀਕੇ ਅਪਣਾਉਣੇ ਆ ਮਾਈਂਡ ਨੂੰ ਹੈਲਦੀ ਰੱਖਣ ਦੇ, ਪੋਜ਼ੀਟਿਵ ਰੱਖਣ ਦੇ, ਕ੍ਰੀਏਟਿਵ ਰੱਖਣ ਦੇ। ਤੇ ਪੰਜਵਾਂ ਹੈਗਾ ਕਿ ਜੇ ਹੈਲਪ ਚਾਹੀਦੀ ਹੈ ਤਾਂ ਮੈਂ ਹੈਲਪ ਕਿੱਥੋਂ ਲੈਣੀ ਹੈ, ਤੇ ਜੇ ਮੇਰੇ ਆਲੇ ਦੁਆਲੇ ਉਹ ਉੱਦਾਂ ਦਾ ਢਾਂਚਾ ਨਹੀਂ ਹੈਗਾ ਤਾਂ ਅਸੀਂ ਉਹ ਖੜਾ ਕਰਨਾ ਜਿੱਦਾਂ ਦੀ ਕੋਸ਼ਿਸ਼ ਅਸੀਂ ਹੁਣ ਕਰ ਰਹੇ ਹਾਂ, ਕਿ ਆਪਣੇ ਆਲੇ ਦੁਆਲੇ ਢਾਂਚਾ ਖੜੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਐਸਾ ਸੱਭਿਆਚਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਉੱਦਾਂ ਦੀ ਮੈਨ ਪਾਵਰ ਹੋਵੇ ਜਿਹੜੀ ਆਸੇ ਪਾਸੇ ਲੋਕਾਂ ਨੂੰ ਗਾਈਡ ਕਰ ਸਕੇ ਕਿ ਕਿਵੇਂ ਸਿਹਤਮੰਦ ਹੈ। ਇਹ 5 ਤਰੀਕੇ ਜਿਹੜੇ ਨੇ ਉਹ ਆਪਾਂ ਹੋਲਿਸਟਿਕ ਹੈਲਥ ਕੇਅਰ, ਇਹਦਾ ਪੰਜਾਬੀ ਦੇ ਅੰਦਰ ਕੋਈ ਬਹੁਤਾ ਵਧੀਆ ਲਫ਼ਜ਼ ਮੈਨੂੰ ਮਿਲਿਆ ਨਹੀਂ ਹੈ। ਹੋਲਿਸਟਿਕ ਨੂੰ ਪਾਪੂਲਰ ਕਰ ਲਓ, ਸਾਰਿਆਂ ਨਾਲੋਂ ਵਧੀਆ ਹੋਲਿਸਟਿਕ ਹੈਲਥ ਕੇਅਰ। ਹੋਲਿਸਟਿਕ ਦਾ ਹੋਲ ਦਾ ਮਤਲਬ ਹੁੰਦਾ ਪੂਰਨਤਾ, ਸੰਪੂਰਨ, ਮਿਲ ਜੁਲ ਕੇ ਇਕੱਠੇ। ਇਹ 5 ਤਰੀਕੇ ਇਕੱਠੇ ਕਰਦੀ ਹੈ, ਜਦੋਂ ਆਪਾਂ 5 ਤਰੀਕਿਆਂ ਨੂੰ ਇਕੱਠੇ ਕਰ ਦਾਂਗੇ ਤਾਂ ਸਿਹਤ ਜਿਹੜੀ ਮਿਲੇਗੀ। ਇਹ ਅੱਡ ਜਿਹੜੀ ਹੈ ਉਹਦੇ ਜਿਹੜੀ ਅੱਡ ਕਰਕੇ ਸੋਚਾਂਗੇ ਤਾਂ ਨਹੀਂ ਸਾਨੂੰ ਸਮਝ ਆਉਣੀ। ਜੇ 5 ਨੂੰ ਇਕੱਠੇ ਕਰਕੇ ਵਰਤਾਂਗੇ ਤਾਂ ਅੱਛੀ ਸਿਹਤ ਮਿਲੇਗੀ, ਤੇ ਜੇ ਬਿਮਾਰ ਨਹੀਂ ਹੈਗੇ ਤਾਂ ਬਿਮਾਰ ਨਹੀਂ ਹੋਵਾਂਗੇ, ਤੇ ਜੇ ਹੈਗੀਆਂ ਤਾਂ ਠੀਕ ਹੋ ਜਾਣਗੇ। ਇਹ ਮੋਟਾ ਮੋਟਾ। ਧੰਨਵਾਦ ਜੀ ਡਾਕਟਰ ਸਾਹਿਬ। ਹਾਂਜੀ, ਸਵਾਲ ਜਵਾਬ ਵੀ ਆਪਾਂ ਕਰ ਲਈਏ। ਤੇ ਡਾਕਟਰ ਸਾਹਿਬ ਇਹ ਸੀਗਾ ਕਿ ਜੇ ਪਰਸਨਲ ਤਾਂ ਫਿਰ ਉਹ ਬੜਾ ਲੰਬਾ ਪੈ ਜਾਂਦਾ, ਜਿਵੇਂ ਇੱਕ ਬਿਮਾਰੀ ਕਿਉਂਕਿ ਟ੍ਰੇਨਿੰਗ ਕੈਂਪ ਆ, ਇਹ ਇੱਕ ਤਰੀਕੇ ਦੇ ਨਾਲ ਸੈਸ਼ਨ ਨੂੰ ਚਲਾਇਆ ਜਾਵੇ, ਇਹ ਦੇਖ ਲਓ ਕਿਵੇਂ ਚਲਾਇਆ ਕਰਨਾ। ਕਿੱਦਾਂ ਜਿਵੇਂ ਕਿ ਕਈ ਵਾਰ ਜਦੋਂ ਫਿਰ ਲੋਕ ਇਸ ਵਿੱਚ ਜੁੜ ਜਾਂਦੇ ਆ, ਇਹ ਟ੍ਰੇਨਿੰਗ ਕੈਂਪ ਆਪਣਾ ਜੇ ਪਰਸਨਲ ਇੱਕ ਬੰਦਾ ਬਿਮਾਰੀ ਬਾਰੇ ਆਪਣੀ ਪੁੱਛਦਾ ਰਹੂਗਾ, ਪਰਸਨਲ ਬਿਮਾਰੀ ਬਾਰੇ ਆਪਣਾ ਪਰਸਨਲ ਬਾਰੇ ਦੀ ਗੱਲ ਡਿਟੇਲ ਸਮਝਣੀ ਪੈਂਦੀ ਹੈ ਨਾ, ਹਾਂ ਉਹ ਵੀ ਹਾਂ ਉਹ ਇੱਥੇ ਮੈਂ ਕਹਿੰਦਾ ਵੀ ਕਈ ਵਾਰੀ ਕਈਆਂ ਨੇ ਪੁੱਛਣਾ ਹੁੰਦਾ ਨਾ। ਆਪਾਂ ਇਹ ਗੱਲ ਕਰ ਸਕਦੇ ਹਾਂ ਵੀ ਸ਼ੂਗਰ ਦਾ ਇਲਾਜ ਕਿਵੇਂ ਕਰਨਾ ਹੈ, ਉਹਦੀ ਗੱਲ ਅਲੱਗ ਕਰ ਸਕਦੇ ਹਾਂ। ਬੀਪੀ ਦਾ ਇਲਾਜ ਕਿਵੇਂ ਕਰਨਾ ਉਹਦੀ ਗੱਲ ਕਰ ਸਕਦੇ ਹਾਂ। ਉਹ ਜਾਨੀ ਟੌਪ ਜਦੋਂ ਮਰੀਜ਼ ਕਹੇ ਵੀ ਮੇਰਾ ਇਲਾਜ ਇੱਥੇ ਕਰੋ, ਤਾਂ ਮੇਰਾ ਉਹਦਾ ਇਲਾਜ ਨਹੀਂ ਇੱਥੇ ਹੋਣਾ, ਉਹਦੇ ਲਈ ਸਭ ਕੁਝ ਡਿਟੇਲ ਚਾਹੀਦੀ ਹੁੰਦੀ ਹੈ। ਹਾਂ, ਇਸ ਕਰਕੇ ਉਹ ਕੋਈ ਵੀ ਹਾਂਜੀ ਜਿਹੜੇ ਵੀਰ ਜੁੜੇ ਹੋਏ ਆ ਉਹ ਪੌਣੇ ਘੰਟੇ ਦਾ ਕੰਮ ਹੁੰਦਾ ਕੱਲੇ ਮਰੀਜ਼ ਨੂੰ ਦੇਖਣਾ। ਹਾਂਜੀ ਹਾਂਜੀ, ਇਸ ਕਰਕੇ ਉਹ ਕੈਂਪ ਇੱਥੇ ਸੰਭਵ ਨਹੀਂ ਹੋਏਗਾ। ਉਹਦੇ ਲਈ ਉਹੀ ਜੇ ਕੋਈ ਬੰਦਾ ਏਦਾਂ ਆਉਣਾ ਚਾਹੁੰਦਾ, ਤੁਹਾਨੂੰ ਕਹੋਗੇ ਉਹ ਤੁਸੀਂ ਆਨਲਾਈਨ ਜਾਂ ਆ ਕੇ ਮਿਲ ਲੈਣ ਜਾਂ ਆਨਲਾਈਨ ਲੈ ਲੈਣ। ਸਾਰੇ ਵੀਰਾਂ ਨੂੰ ਬੇਨਤੀ ਵੀ ਆਪਾਂ ਜਿਹੜਾ ਟ੍ਰੇਨਿੰਗ ਕੈਂਪ ਰੱਖਿਆ ਹੋਇਆ ਕਿ ਸਿਖਾਉਣਾ, ਇਹਦਾ ਮਤਲਬ ਹੀ ਇਹ ਆ। ਇਸ ਕਰਕੇ ਅਸੀਂ ਸਮੇਂ ਦਾ ਧਿਆਨ ਰੱਖਣਾ, ਜਿਹੜੀ ਗੱਲ ਹੋ ਚੁੱਕੀ ਹੁੰਦੀ ਆ ਜਾਂ ਹੋਰ ਆ ਉਹਨੂੰ ਆਪਣਾ ਟਾਈਮ ਦਾ ਅਸੀਂ ਬੱਚਤ ਕਰਨੀ ਆ। ਇੱਕ ਸਤਿ ਸ੍ਰੀ ਅਕਾਲ ਤੇ ਧੰਨਵਾਦ, ਇਹ ਜੇ ਤੁਸੀਂ ਵਿੱਚ ਜੁੜੇ ਹੋ ਤਾਂ ਇਹ ਸਾਰਾ ਕੁਛ ਵਿੱਚ ਹੀ ਆ ਗਿਆ। ਇਹ ਟਾਈਮ ਆਪਾਂ ਜ਼ਰੂਰ ਬਚਾਉਣਾ ਗਾ, ਕਿ ਸਤਿ ਸ੍ਰੀ ਅਕਾਲ ਨਹੀਂ ਤੇ ਧੰਨਵਾਦ ਵੀ ਹਾਂ ਸਿੱਧੀ ਗੱਲ ਕਰੋ ਬਸ। ਤੇ ਜਿਹੜੇ ਵੀਰ ਜੁੜੇ ਹੋਏ ਜਿਹਨੇ ਗੱਲ ਕਰਨੀ ਚਾਹੁੰਦੇ ਉਹ ਹੈਂਡ ਰੇਜ ਕਰ ਸਕਦੇ ਆ, ਆਪਾਂ ਨੂੰ ਟਾਈਮ ਦੇਵਾਂਗੇ ਤੇ ਕਿਰਪਾ ਕਰਕੇ ਥੋੜੇ ਸਮੇਂ ਦੇ ਵਿੱਚ ਹੀ ਹਨਾ ਸ਼ਾਰਟ। ਹਾਂਜੀ, ਚਰਨ ਸਿੰਘ ਬੈਰੋ ਮੈਂ ਤੁਹਾਨੂੰ ਅਨਮਿਊਟ ਕਰ ਰਿਹਾ, ਤੁਸੀਂ ਤੁਹਾਡੇ ਫੋਨ ਤੇ ਆਉਂਦਾ ਹੋਊਗਾ ਆਪਸ਼ਨ, ਤੁਸੀਂ ਤੇ ਕਲਿੱਕ ਕਰੋ ਫਿਰ ਤੁਸੀਂ ਅਨਮਿਊਟ ਹੋਵੋਗੇ। ਹਾਂਜੀ, ਅਨਮਿਊਟ ਕਰ ਲਿਆ ਜੀ। ਹਾਂਜੀ, ਬੋਲੋ ਜੀ, ਗੱਲ ਕਰੋ ਜੀ ਸ਼ਾਰਟ ਦੇ ਵਿੱਚ। ਮੈਂ ਨਾ ਪਹਿਲੀ ਗੱਲ ਤਾਂ ਜਿਹੜੇ 5 ਪੁਆਇੰਟ ਦੱਸੇ ਆ, ਵਧੀਆ ਖੁਰਾਕ, ਦਵਾ ਪੌਦੇ, ਤੇ ਤੀਜਾ ਮੈਨੂੰ ਨਹੀਂ ਪਤਾ ਲੱਗਾ ਕੀ ਬੋਲਿਆ ਤੀਜਾ, ਡਾਕਟਰ ਸਾਹਿਬ ਦੱਸਣ ਮੈਨੂੰ। ਸਰੀਰਕ ਕੰਮ ਜਾਂ ਵਰਜਿਸ਼। ਠੀਕ ਹੈ ਜੀ, ਵਰਜਿਸ਼। ਤੇ ਡਾਕਟਰ ਸਾਹਿਬ ਮੈਂ ਨਾ ਆਪ ਵੈਸੇ ਕੁਦਰਤੀ ਪ੍ਰਥਾ ਕੁਝ ਕਰ ਰਿਹਾ, ਦਵਾ ਪੌਦੇ ਕਿਹੜੇ ਕਿਰਪਾ ਕਰਕੇ ਲਿਖਾ ਦਿਓਗੇ? ਉਹ ਦਵਾ ਪੌਦੇ ਸੈਸ਼ਨ ਵੱਖਰਾ ਕਰਾਂਗੇ ਆਪਾਂ। ਠੀਕ ਹੈ, ਧੰਨਵਾਦ ਜੀ ਬਾਈ, ਇੰਨਾ ਸੀ, ਧੰਨਵਾਦ। ਮਿਹਰਬਾਨੀ। ਹਾਂਜੀ, ਕੁਲਵੀਰ ਢਿੱਲੋਂ ਪਟਿਆਲਾ, ਤੁਸੀਂ ਅਨਮਿਊਟ ਕਰੋ ਜੀ। ਤੁਹਾਨੂੰ ਆਪਸ਼ਨ ਆ ਜਾ ਤੁਹਾਡੀ ਤੋਂ, ਮੈਂ ਇੱਧਰੋਂ ਆਪਸ਼ਨ ਦਿੰਦਾ, ਤੁਹਾਡੇ ਮੋਬਾਈਲ ਤੇ ਆਪਸ਼ਨ ਆ ਜਾਂਦੇ ਸੀ, ਉੱਤੇ ਸੈਲਫ ਤੇ ਜਾ ਕੇ ਅਨਮਿਊਟ ਕਰ ਲਿਆ ਕਰੋ ਮੋਬਾਈਲ ਤੇ, ਤਾਂ ਫਿਰ ਤੁਸੀਂ ਅਨਮਿਊਟ ਹੋ ਪਾਓਗੇ। ਗੁਰਚਰਨ ਸਿੰਘ ਨੂਰਪੁਰੀਆ। ਹਾਂਜੀ ਹੈਲੋ, ਹਾਂਜੀ ਡਾਕਟਰ ਸਾਹਿਬ ਜੀ। ਜੀ ਡਾਕਟਰ ਸਾਹਿਬ ਜੀ, ਅੱਜ ਤੋਂ 10-15 ਦਿਨ ਹੋ ਗਏ ਨੇ ਜੀ, ਸਰੀਰ ਟੁੱਟਦਾ ਭੱਜਦਾ ਬਹੁਤ ਪਿਆ ਜੀ। ਕਈ ਵਾਰੀ ਬੁਖਾਰ ਤਾਂ ਲੱਥ ਜਾਂਦਾ ਹੈ ਤੇ ਕਈ ਵਾਰੀ ਬੁਖਾਰ ਆਪਣੇ ਆਪ ਹੀ ਚੜ ਜਾਂਦਾ ਜੀ। ਉਹ ਅੱਜ ਕੱਲ੍ਹ ਨਾ ਵਾਇਰਲ ਬੜੀ ਰਹਿੰਦੀ ਹੈ ਜੀ। ਉਹ ਜਿਹਦਾ ਵਾਇਰਲ ਅੱਜ ਕੱਲ੍ਹ ਨਾ ਵਾਇਰਲ ਫੈਲ ਗਿਆ ਦੁਬਾਰੇ। ਅੱਛਾ, ਵਾਇਰਲ ਫੀਵਰ ਜਿਹੜੇ ਨੇ ਇਹਨਾਂ ਤੋਂ ਕੋਈ ਡਰਨ ਡਰਨ ਦੀ ਲੋੜ ਨਹੀਂ ਹੁੰਦੀ। ਇਹ ਮੌਸਮ ਜਦੋਂ ਬਦਲਦਾ ਤਾਂ ਫੈਲਦੇ ਹੀ ਫੈਲਦੇ ਆ, ਜਦੋਂ ਸਰਦੀ ਆਉਂਦੀ ਉਦੋਂ ਫੈਲਦੇ ਆ, ਤੇ ਜਦੋਂ ਸਰਦੀ ਜਾਂਦੀ ਫਿਰ ਫੈਲਦੇ ਆ। ਜਿਹੜਾ ਹੁਣ ਫੈਲਿਆ ਇਹ ਕਾਫੀ ਸਪੀਡ ਹੈ, 10-10 ਦਿਨ ਚੱਲ ਰਿਹਾ। ਉਹਦੇ ਅੰਦਰ ਜਿਹੜੇ ਨੇ ਕਾਫੀ ਜ਼ਿਆਦਾ ਹੱਡ ਪੈਰ ਟੁੱਟਦੇ ਆ, ਜੋੜ ਦੁਖਦੇ ਆ, ਤੁਹਾਡੇ ਪੇਟ ਵੀ ਖਰਾਬ ਹੁੰਦਾ, ਲੈਟਰਿਨ ਲੁਟਰਨ ਵੀ ਲੱਗ ਜਾਂਦੀਆਂ। ਤਾਂ ਉਹਦੇ ਅੰਦਰ 3 ਡੇ ਲਿਕੁਇਡ ਡਾਈਟ, 3 ਡੇ ਲਿਕੁਇਡ ਡਾਈਟ, ਮੈਂ ਦੁਬਾਰਾ ਰਿਪੀਟ ਕਰ ਦੇਣਾ, 3 ਡੇ ਲਿਕੁਇਡ ਡਾਈਟ ਲੈਣੀ ਹੈ। ਉਹ ਠੋਸ ਖਾਣਾ ਬੰਦ ਕਰ ਦੇਣਾ। ਠੋਸ ਖਾਣਾ ਬੰਦ ਕਰਕੇ ਪਹਿਲੇ ਦਿਨ
24 ਘੰਟੇ ਲਈ ਸਿਰਫ ਤੇ ਸਿਰਫ ਕੱਲੇ ਲਿਕੁਇਡ ਤੇ ਚਲੇ ਜਾਣਾ। ਉਹ ਲਿਕੁਇਡ 3 ਤਰ੍ਹਾਂ ਦੇ ਲਿਕੁਇਡ ਨੇ, ਫਰੂਟ ਜੂਸਸ ਯਾਨੀ ਕਿ ਜੂਸਸ ਨੇ, ਨਾਰੀਅਲ ਪਾਣੀ ਹੈ ਤੇ ਕਾੜੇ ਨੇ। ਉਹ ਜੂਸ ਠੀਕ ਹੈ। ਤੁਸੀਂ ਬਦਲ ਕੇ ਜੂਸ ਆਪਾਂ ਬਦਲ ਕੇ ਵੀ ਲੈ ਸਕਦੇ ਹਾਂ। ਜੂਸ ਜ਼ਰੂਰੀ ਨਹੀਂ ਇੱਕੋ ਹੀ ਲਈ ਜਾਣਾ। ਇਹ ਹੁਣ 3 ਚੀਜ਼ਾਂ ਹੋ ਗਈਆਂ ਨਾ, ਤਿੰਨਾਂ ਦੇ 4-4 ਗਲਾਸ ਮੋਟੇ ਜਿਹੇ ਲਾ ਕੇ ਚੱਲੋ। 12 ਗਲਾਸ ਹੋ ਗਏ। 12 ਤੋਂ ਇਸ ਤੋਂ ਵੱਧ ਪੀਤਾ ਵੀ ਨਹੀਂ ਜਾਂਦਾ ਦਿਨ 'ਚ। 12 ਤੋਂ ਲੈ ਕੇ 16 ਗਲਾਸ ਹੁੰਦੇ ਆ। 3 ਜਾਂ 4 ਵਾਰੀ ਇਹ ਸਾਈਕਲ ਕਰਨਾ। ਜਿਹੜੇ ਕਾੜੇ ਨੇ, ਕਾੜਿਆਂ ਚੋਂ ਇੱਕ ਤਾਂ ਹਲਦੀ ਦਾ ਕਾੜਾ ਲੈ ਸਕਦੇ ਆਪਾਂ 2 ਵਾਰੀ। ਤਾਂ ਕੋਈ ਵੀ ਕਾੜਾ 2 ਵਾਰੀ ਤੋਂ ਵੱਧ ਨਹੀਂ ਲੈਣਾ ਦਿਨ 'ਚ। ਤੇ ਜਦੋਂ ਵੀ ਕਾੜਾ ਦੂਜੀ ਵਾਰੀ ਲੈਣਾ ਉਹ ਵੀ 7-8 ਘੰਟੇ ਦੇ ਵਕਫੇ ਨਾਲ ਲੈਣਾ। ਮੰਨ ਲਓ ਸਵੇਰੇ ਆਪਾਂ ਹਲਦੀ ਦਾ ਪਹਿਲਾਂ ਲਿੱਤਾ, ਫਿਰ ਆਪਾਂ ਗਲੋ ਦਾ ਲੈ ਲਿੱਤਾ, ਫਿਰ ਤੁਲਸੀ ਦਾ ਲੈ ਲਿੱਤਾ। ਏਦਾਂ ਬਦਲ ਕੇ ਕਾੜੇ ਆਪਾਂ ਲੈ ਲੈਣੇ ਆ। ਵਾਇਰਲ ਵਾਸਤੇ ਕਾੜੇ ਜਿਹੜੇ ਹੁੰਦੇ ਆ, ਤਾਂ ਤੁਲਸੀ ਤੋਂ ਇਹਦਾ ਹਲਦੀ ਦਾ ਕਾੜਾ ਬਹੁਤ ਅੱਛਾ ਹੈ। ਹਲਦੀ ਦੇ ਕਾੜੇ ਦੀ ਜਿਹੜੀ ਹੈ ਉਹ ਅੱਧੇ ਚਮਚੇ ਦੀ ਹਲਦੀ ਦਾ ਕਾੜਾ ਬਣ ਜਾਂਦਾ, ਬੜਾ ਸੋਹਣਾ। ਉਹਦੀ ਹਲਦੀ ਜਦੋਂ ਵੀ ਕਾੜਾ ਬਣਾਉਣਾ, ਕਾਲੀ ਮਿਰਚ ਜ਼ਰੂਰ ਪਾਉਣੀ ਹੈ ਨਾਲ, ਤੇ ਘੀ ਪਾ ਕੇ ਪੀਣਾ। ਹਲਦੀ ਦਾ ਕਾੜਾ ਘੀ ਪਾ ਕੇ ਪੀਣਾ, ਅੱਧਾ ਚਮਚਾ ਘੀ ਪਾ ਕੇ। ਤੇ ਬਾਕੀ ਕਾੜੇ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਉਹ ਆਪਾਂ ਕਾਲੀ ਮਿਰਚ ਤਾਂ ਸਾਰਿਆਂ 'ਚ ਪਾ ਸਕਦੇ ਟੇਸਟ ਵਾਸਤੇ, ਲੇਕਿਨ ਜਿਹੜਾ ਨਿੰਬੂ ਪਾ ਕੇ ਪੀ ਸਕਦੇ ਹਾਂ, ਸ਼ੱਕਰ ਤੇ ਗੁੜ ਪਾ ਸਕਦੇ ਹਾਂ ਉਹਦੇ 'ਚ। ਤਾਂ ਉਹ ਬਾਕੀ ਤੁਲਸੀ ਦਾ ਬਣਾ ਸਕਦੇ ਹਾਂ ਕਾੜਾ, ਗਲੋ ਦਾ ਬਣਾ ਸਕਦੇ ਹਾਂ ਆਪਾਂ ਕਾੜਾ, ਇੱਕ ਮਿਕਸ ਟਾਈਪ ਕਾੜਾ ਬਣਾ ਸਕਦੇ ਹਾਂ ਆਪਾਂ। ਉਹਦੇ ਅੰਦਰ ਆਪਾਂ ਸਾਰੀਆਂ ਜਿਹੜੀਆਂ 4-5 ਚੀਜ਼ਾਂ ਹੁੰਦੀਆਂ ਘਰ 'ਚ, ਜੀਰਾ, ਅੱਧਾ ਚਮਚਾ ਜੀਰਾ, ਅੱਧਾ ਚਮਚਾ ਅਜਵਾਇਣ, ਅੱਧਾ ਚਮਚਾ ਸੌਂਫ, 2 ਛੋਟੀਆਂ ਇਲਾਚੀਆਂ, 2 ਲੌਂਗ ਤੇ ਥੋੜੀ ਜਿਹੀ ਦਾਲਚੀਨੀ, ਇਹ ਸਾਰਾ ਕੁਝ ਪਾ ਕੇ ਇਹ ਮਿਕਸ ਟਾਈਪ ਕਾੜਾ ਵੀ ਬਣਾ ਸਕਦੇ ਹਾਂ। ਤੋ ਕਾੜਾ ਹੋ ਗਿਆ, ਨਾਰੀਅਲ ਪਾਣੀ ਹੋ ਗਿਆ ਤੇ ਜੂਸ ਹੋ ਗਿਆ। ਜੇ ਕੋਈ ਚੀਜ਼ ਨਾ ਮਿਲੇ ਜਾਂ ਨਾ ਸਵਾਦ ਲੱਗੇ ਤਾਂ ਉਹਦੀ ਥਾਂ ਦੂਜੀ ਚੀਜ਼ ਨੂੰ ਜ਼ਿਆਦਾ ਕਰ ਦਿਓ। ਉਹ ਲਿਕੁਇਡ ਤੇ ਰਹਿਣਾ ਬਸ 24 ਘੰਟੇ, ਇਕੱਲੇ ਲਿਕੁਇਡ ਲੈਣੇ, ਕੋਈ ਠੋਸ ਚੀਜ਼ ਨਹੀਂ ਲੈਣੀ। ਤਾਂ ਤੁਸੀਂ ਪਾਓਗੇ ਕਿ ਇੱਕ ਦਿਨ 'ਚ ਹੀ ਤੁਹਾਨੂੰ ਕਾਫੀ ਫਰਕ ਪੈ ਜਾਏਗਾ। ਦੂਜੀ ਗੱਲ, ਉਸ ਤੋਂ ਅਗਲੇ ਦਿਨ ਪੌਣਾ ਕੁ ਦਿਨ 2-3 ਵਜੇ ਤੱਕ ਫਿਰ ਲਿਕੁਇਡ ਡਾਈਟ ਤੇ ਰਹੋ, ਤੇ ਸ਼ਾਮ ਜੇ ਨੂੰ ਜਾ ਕੇ ਥੋੜੇ ਜਿਹੇ ਫਲ ਜਾਂ ਸਬਜ਼ੀ ਖਾ ਲਓ, ਸਿਰਫ ਕੱਚਾ ਸਬਜ਼ੀ ਜਾਂ ਸਲਾਦ ਖਾ ਲਓ, ਜਾਂ ਦੋਨੋਂ ਅਗਰ ਪਿਛੜ ਖਾ ਲਓ। ਥੋੜਾ ਪਹਿਲਾਂ ਫਰੂਟ ਖਾ ਲਓ, ਫਿਰ ਸਲਾਦ ਖਾ ਲਓ। ਤੇ ਤੀਜੇ ਦਿਨ ਜਾ ਕੇ ਫਿਰ ਅੱਧਾ ਦਿਨ ਤੇ ਇਹੀ ਰੱਖਣਾ। ਪਹਿਲਾਂ ਸਵੇਰੇ ਲਿਕੁਇਡ ਡਾਈਟ ਲਿੱਤੀ, ਫਿਰ ਫਲ ਜਾਂ ਸਬਜ਼ੀਆਂ ਸਲਾਦ ਖਾ ਲਈ। ਰਾਤ ਨੂੰ ਸੌਣ ਲੱਗਿਆ ਥੋੜੀ ਜਿਹੀ ਖਿਚੜੀ, ਪਤਲੀ ਜਿਹੀ ਖਿਚੜੀ, ਮਿਲਟ ਖਾ ਰਹੇ ਹੋ ਤਾਂ ਮਿਲਟ ਦੀ ਖਿਚੜੀ ਬਣਾ ਲਓ, ਨਹੀਂ ਮਿਲਟ ਖਾ ਰਹੇ ਤਾਂ ਚੌਲਾਂ ਦੀ ਤੇ ਮੋਠ ਦੀ ਖਿਚੜੀ ਬਣਾ ਲਓ, ਜਾਂ ਮੂੰਗੀ ਮਸਰੀ ਦੀ ਬਣਾ ਲਓ। ਇਹ 3 ਦਿਨਾਂ ਦੀ ਲਗਭਗ ਕਾਫੀ ਮਸਲਾ ਹੱਲ ਹੋ ਜਾਂਦਾ। ਚੌਥੇ ਦਿਨ ਆਪਾਂ ਡਾਈਟ ਜਿਹੜੀ ਹਲਕੀ ਫੁਲਕੀ ਜਿਹੜੀ ਹੈ ਨੋਰਮਲ ਕਰ ਸਕਦੇ। ਤੇ ਡਾਕਟਰ ਸਾਹਿਬ ਜੀ, ਛਾਤੀ ਦੀ ਵੀ ਜਿਵੇਂ ਨਾ ਜਾਮ ਜੀ ਖਾਂਸੀ ਆਉਂਦੀ ਤੇ ਹੈਗੀ ਆ, ਉਹਦੇ ਲਈ ਪਰ ਮਤਲਬ ਕੁਛ ਵੀ ਨਹੀਂ ਹੁੰਦਾ ਜੀ ਉਹਦੇ। ਇੱਕ ਟਾਈਮ ਗਰਾਰੇ, ਇੱਕ ਜਾਂ 2 ਟਾਈਮ ਗਰਾਰੇ, 1 ਗਲਾਸ ਪਾਣੀ 'ਚ ਪੌਣਾ ਚਮਚ ਨਮਕ, ਅੱਧਾ ਚਮਚ ਹਲਦੀ ਪਾ ਕੇ ਗਰਾਰੇ ਕਰਨੇ ਆ, ਤੇ ਭਾਫ ਲੈਣੀ ਹੈ। ਭਾਫ ਜ਼ਿਆਦਾ ਛਾਤੀ ਜਾਮ ਹੈ ਤਾਂ 2 ਵਾਰੀ ਲੈ ਲਓ, ਤੇ ਜੇ ਘੱਟ ਛਾਤੀ ਜਾਮ ਹੈ ਤਾਂ 1 ਵਾਰੀ ਲੈ ਲਓ। ਭਾਫ ਭਾਫ ਕੇ ਨਿਬੂਲਾਈਜ਼ਰ ਵਾਲੀ ਜਿਹੜੀ ਹੈ? ਨਹੀਂ, ਭਾਫ ਤੁਸੀਂ ਜਿਹੜੀ ਆਮ ਡੱਬੇ ਨਾਲ ਲੈਣੀ, ਡੱਬਾ ਮਿਲਦਾ ਮਾਰਕੀਟ ਦੇ 100-150 ਰੁਪਏ ਦਾ, ਉਹ ਡੱਬਾ ਜਿਹੜਾ ਮਿਲਦਾ ਸਿੱਧਾ ਲੱਗ ਜਾਂਦਾ ਬਿਜਲੀ ਵਾਲੇ ਪੁਆਇੰਟ ਨਾਲ। ਭਾਫ ਬਹੁਤ ਸੋਹਣੀ ਬਣਾਉਂਦਾ, ਉਹਦੀ ਭਾਫ ਲੈ ਲੈਣੀ। ਠੀਕ ਹੈ, ਠੀਕ ਹੈ, ਓਕੇ, ਜ਼ਿਆਦਾ ਕੁਛ ਧੰਨਵਾਦ। ਕਿਸੇ ਨੂੰ ਅਗਰ ਛਾਤੀ ਦੀ ਜ਼ਿਆਦਾ ਤਕਲੀਫ ਹੈ, ਦਮੇ ਵਾਲਾ ਹੁੰਦੀ ਹੈ ਆਮ ਤੌਰ ਤੇ, ਬਾਕੀਆਂ ਨੂੰ ਨਹੀਂ ਹੁੰਦੀ, ਤਾਂ ਬਹੁਤਿਆਂ ਦਾ ਤਾਂ ਇੰਨੇ 'ਚ ਹੀ ਸਰ ਜਾਏਗਾ। ਨਹੀਂ ਤਾਂ ਫਿਰ ਕਿਸੇ ਡਾਕਟਰ ਦੀ ਖਾ ਲਓ ਛਾਤੀ ਆਪਣੀ, ਜ਼ਿਆਦਾ ਤਾਂ ਨਹੀਂ ਤਕਲੀਫ ਹੈਗੀ। ਨਹੀਂ, ਛਾਤੀ ਉਦਾਂ ਤਾਂ ਸਾਫ਼ ਹੈ, ਵਧੀਆ, ਪਰ ਖਾਂਸੀ ਜੀ ਨਾ ਸੁੱਕੀ ਬਸ ਕੋਈ ਗੱਲ ਨਹੀਂ। ਉਹ ਬਾਕੀ ਜਿਹੜੀਆਂ ਆਮ ਛਾਤੀ ਦੀਆਂ ਗੋਲੀਆਂ ਦਵਾਈਆਂ ਨੇ ਨਾ, ਜਿਵੇਂ ਮੁਲਤਾਨੀ ਕੁੱਕਾ ਹੋ ਗਿਆ, ਥੋੜ੍ਹੀਆਂ ਦੇਸੀ ਦਵਾਈਆਂ ਟਾਈਪ ਖੰਘ ਦੀਆਂ ਦਵਾਈਆਂ ਅਵੇਲੇਬਲ ਹੈਗੀਆਂ ਨੇ ਮਾਰਕੀਟ। ਠੀਕ ਹੈ, ਠੀਕ ਹੈ। ਹਰਬਲ ਟਾਈਪ ਉਹ ਕੋਈ ਨਾ ਕੋਈ ਹਾਂਜੀ, ਖਾਸੀ ਹਾਂਜੀ, ਦਵਾਈ ਲੈ ਲਓ ਉੱਥੇ ਦੇਸੀ ਦਵਾਈਆਂ ਦੀ ਦੁਕਾਨ ਤੇ, ਜੇ ਕਿਸੇ ਪਸਾਰੀ ਤੋਂ ਜਾ ਕੇ ਠੀਕ ਹੈ, ਠੀਕ ਹੈ, ਉਹ ਵੀ ਨਾਲ ਲਈ ਜਾ ਸਕਦੀ ਹੈ। ਜ਼ਿਆਦਾ ਹੀ ਹੋਵੇ ਤਾਂ ਬਹੁਤੀ ਵਾਰੀ ਤਾਂ ਲੋੜ ਨਹੀਂ ਪੈਂਦੀ। ਠੀਕ ਹੈ, ਧੰਨਵਾਦ। ਹਾਂਜੀ, ਸੁਰਿੰਦਰ ਜੀ, ਤੁਹਾਨੂੰ ਮੈਂ ਅਨਮਿਊਟ ਕਰਦਾ। ਤੁਹਾਡੇ ਮੋਬਾਈਲ ਤੇ ਆਪਸ਼ਨ ਆਇਆ, ਉੱਤੇ ਕਲਿੱਕ ਕਰ ਲਓ, ਫਿਰ ਤੁਸੀਂ ਅਨਮਿਊਟ ਹੋਵੋਗੇ। ਹਾਂਜੀ, ਕਰੋ ਜੀ ਗੱਲ ਸ਼ਾਰਟ। ਸਰ, ਜਿਹੜੇ ਆਪਣੇ 5 ਤਰ੍ਹਾਂ ਦੇ ਮਿਲਟਸ ਨੇ, ਅਨਾਜ, ਕੁਦਰਾ ਤੇ ਐਕਸਟਰਾ, ਕੀ ਸਰ ਆਪਾਂ ਉਹਨਾਂ ਨੂੰ ਭੁੰਨ ਕੇ ਵੀ ਖਾ ਸਕਦੇ ਹਾਂ? ਨਹੀਂ, ਭੁੰਨਣਾ ਨਹੀਂ ਹੈ ਉਹਨਾਂ ਨੂੰ, ਤੁਸੀਂ ਉਹਨਾਂ ਨੂੰ ਸਿਰਫ ਭਿਉਣਾ ਹੈ। ਦੇਖੋ, ਕੋਈ ਵੀ ਚੀਜ਼ ਜਦੋਂ ਭਿਉਂ ਠੀਕ ਹੈ ਦਾਂਗੇ ਜੀ। ਆਪਾਂ, ਭੁੰਨ ਦਾਂਗੇ ਆਪਾਂ, ਤਾਂ ਉਹ ਡੈਡ ਹੋ ਗਈ। ਆਪਾਂ ਉਹਨੂੰ ਡੈਡ ਨਹੀਂ ਕਰਨਾ, ਕੋਸ਼ਿਸ਼ ਕਰਨੀ ਹੈ ਭਿਉਂ ਲਓ। ਭਿਉਂ ਕੇ ਸਗੋਂ ਉਲਟਾ ਉਹਦੇ ਅੰਦਰ ਜਿਹੜੀ ਪਾਵਰ ਹੁੰਦੀ ਹੈ ਉਹ ਵੱਧ ਜਾਂਦੀ ਹੈ। ਭਿਉਂ ਕੇ ਫਿਰ ਉਹਨੂੰ ਚੌਲਾਂ ਵਾਂਗੂ ਬਣਾ ਠੀਕ ਹੈ, ਲੈਣਾ, ਬਸ ਖਿਚੜੀ ਟਾਈਪ ਬਣਾ ਲਓ, ਉਹ ਸਾਨੂੰ ਵਧੀਆ ਰਹਿੰਦਾ। ਠੀਕ ਹੈ, ਥੈਂਕ ਯੂ ਸਰ, ਥੈਂਕ ਯੂ ਜੀ। ਹਾਂਜੀ, ਗੁਰਜੋਤ ਜੀ, ਗਲੈਕਸੀ। ਹੈਲੋ ਡਾਕਟਰ ਸਾਹਿਬ ਜੀ। ਹਾਂਜੀ,
ਬੋਲੋ ਜੀ। ਹਾਂਜੀ ਸਰ, ਮੈਨੂੰ ਗਲੇ 'ਚ ਬਹੁਤ ਜ਼ਿਆਦਾ ਕਫ ਰਹਿੰਦੀ ਹੈ ਜੀ, ਤੇ ਅਲਰਜੀ ਟਾਈਪ ਰਹਿੰਦਾ, ਕਦੇ ਠੀਕ ਹੋ ਜਾਂਦਾ ਤੇ ਗਲ 'ਚ ਏਦਾਂ ਲੱਗਦਾ ਕੁਝ ਫਸਿਆ ਵਾ ਜੀ, ਤੇ ਭੁੱਖ ਨਹੀਂ ਲੱਗਦੀ ਜੀ। ਨਹੀਂ ਕਾਫੀ ਦੇਰ ਤੋਂ ਹੈ ਕਿ ਹੁਣੇ ਹੋਇਆ? ਇਹ 3 ਕੁ ਮਹੀਨੇ ਤੋਂ ਹੋਇਆ ਜੀ ਇੱਕਦਮ। ਦਵਾਈ ਦੀ ਤਕਲੀਫ ਤਾਂ ਨਹੀਂ, ਸਾਹ ਸੂ ਤਾਂ ਨਹੀਂ ਹੈ? ਹੈ ਜੀ? ਸਾਹ ਤਾਂ ਨਹੀਂ ਹੈ? ਸਾਹ? ਸਾਹ ਦੀ ਬਿਮਾਰੀ ਤਾਂ ਨਹੀਂ ਹੈ? ਨਹੀਂ, ਉਹ ਇੱਕ ਆਯੁਰਵੈਦਿਕ ਡਾਕਟਰ ਨੂੰ ਦਿਖਾਇਆ ਤੀ ਜੀ, ਉਹ ਕਹਿੰਦੇ ਰੇਸ਼ਾ ਜੰਮਿਆ ਹੋਇਆ ਹੈ। ਰੇਸ਼ਾ ਜੰਮੇ ਤੋਂ ਉਹਦੇ ਲਈ ਤਰੀਕਾ ਇਹ ਹੈ ਵੀ ਇੱਕ ਗਰਾਰੇ ਕਰਨ ਦੀ ਆਦਤ ਪਾਓ ਸਵੇਰੇ, ਸਵੇਰੇ ਵੇਲੇ ਗਰਾਰੇ ਜਿਵੇਂ ਤਾਂ ਨਮਕ ਤੇ ਹਲਦੀ ਵਾਲੇ, ਰਾਤ ਨੂੰ ਭਾਫ ਲਾਓ। ਇੱਕ ਗੋਲੀਆਂ ਠੀਕ ਹੈ। 2 ਆਉਂਦੀਆਂ, ਇੱਕ ਸੈਪਟਲਿਨ ਦੀ ਗੋਲੀ ਆਉਂਦੀ, ਸੈਪਟਲਿਨ ਹਰਬਲ ਸੈਪਲਿਨ? ਸੈਪਟਲਿਨ ਹਿਮਾਲਿਆ ਦੀ ਸੈਪਟਲਿਨ ਹੈ, ਹਾਂਜੀ SEPTILIN, ਸੈਪਟਲਿਨ ਦੀ ਗੋਲੀ ਹਿਮਾਲਿਆ ਦੀ ਹੈ। 2 ਗੋਲੀਆਂ ਸਵੇਰੇ ਸ਼ਾਮੀ 15 ਦਿਨ, ਇੱਕ ਹਾਂਜੀ ਸ਼ੀਸ਼ੀ 60 ਗੋਲੀਆਂ ਦੀ ਸ਼ੀਸ਼ੀ ਹੁੰਦੀ ਹੈ, 15 ਦਿਨ ਹਾਂਜੀ 2 ਗੋਲੀਆਂ ਕਰਕੇ ਖਾਣੀਆਂ ਨੇ, ਇੱਕ ਸ਼ੀਸ਼ੀ, ਤੇ ਅਗਲੀ ਇੱਕ ਸ਼ੀਸ਼ੀ 1 ਮਹੀਨੇ ਚ ਖਾਣੀ ਹੈ ਸੁਬਹ ਸ਼ਾਮ। ਬਸ ਇਹਦੇ ਨਾਲ ਠੀਕ ਹੈ ਮਤਲਬ ਠੀਕ। ਐਲਰਜੀ ਠੀਕ ਹੋ ਜੂਗੀ ਜੀ ਨਾਲ? ਲੂਜੀ ਕੋਈ ਨਹੀਂ ਹੁੰਦੀ, ਤੁਸੀਂ ਐਲਰਜੀ ਦਾ ਵੈਸੇ ਠੀਕ ਹੋ ਜਾਣੀ ਹੈ। ਨਾਲ ਡਾਈਟ ਹੀ ਠੀਕ। ਬਦਲ ਲੈਣੀ ਹੈ, ਡਾਈਟ ਨਾਲ ਦੇ ਖਾਣੀ ਹਾਂਜੀ, ਮੈਂ ਮਿਲਟ ਲੈ ਰਿਹਾ ਜੀ 1 ਹਫ਼ਤੇ ਤੋਂ। ਹੈ। ਡਾਈਟ ਦੇ ਨਾਲ ਹੈ ਜੋ ਕੁਝ ਮੈਂ ਬੋਲ ਰਿਹਾ, ਡਾਈਟ ਅੰਡਰਸਟੂਡ ਹੈ ਵੀ ਡਾਈਟ ਨਾਲ ਲੈਣੀ ਹੈ। ਤੇ ਆਪਣਾ ਆਮਲੇ ਦਾ ਜੂਸ ਲੈ ਸਕਦਾ ਜੀ? ਲੈ ਲਓ ਜੀ, ਆਮਲੇ ਦਾ ਜੂਸ ਪਸੰਦ ਹੈ, ਕੋਈ ਗੱਲ ਨਹੀਂ। ਤੇ ਦਹੀਂ ਖਾਣ ਨਾਲ ਨਾ, ਜਿੱਦਾਂ ਪਲਾਂਟ ਬੇਸ ਦਹੀਂ ਬਣਾ ਰਿਹਾ ਜੀ, ਉਹਦੇ ਨਾਲ ਜ਼ਿਆਦਾ ਹੋ ਜਾਂਦਾ ਜੀ। ਨਹੀਂ ਐਨੀਮਲ ਫੂਡ ਜਿਹੜਾ ਐਨੀਮਲ ਪ੍ਰੋਟੀਨਸ ਖਾਣੇ ਨਹੀਂ ਬੰਦ ਕਰ ਦਿਓ। ਪਲਾਂਟ ਬੇਸਡ ਹੈ ਜੀ ਦਹੀਂ, ਆਪਣਾ ਮੂੰਗਫਲੀ ਦਾ ਦੁੱਧ ਦਾ, ਉਹ ਬਣਾ ਲਿਆ ਕਰੋ, ਉਹਦੇ ਨਾਲ ਜ਼ਿਆਦਾ ਹੋ ਜਾਂਦੇ ਜੀ ਖਾਣੇ ਨਾਲ। ਤੇ ਜ਼ਿਆਦਾ ਹੁੰਦੀ ਨਾ ਖਾਓ, ਜਿਹੜੇ ਤੇ ਸਰੀਰ ਨੂੰ ਸੂਟ ਨਹੀਂ ਕਰ ਰਹੀ, ਬੜਾ ਕੁਝ ਸੂਟ ਨਹੀਂ ਕਰਦਾ। ਕੋਈ ਫਲ ਨਹੀਂ ਸੂਟ ਕਰੇਗਾ, ਕਿਸੇ ਨੂੰ ਕੋਈ ਸਲਾਦ ਨਹੀਂ ਸੂਟ ਕਰੇਗੀ, ਜਿਹੜੀ ਚੀਜ਼ ਸੂਟ ਨਹੀਂ ਕਰ ਰਹੀ ਬੰਦ ਕਰ ਦੇਣੀ ਉਹ। ਠੀਕ ਹੈ ਧੰਨਵਾਦ। ਆਪਣਾ ਸਰੀਰ ਦੇਖਣਾ, ਜਦੋਂ ਸਰੀਰ ਚੱਲਦਾ ਤਾਂ ਲਓ, ਨਹੀਂ ਚੱਲਦਾ ਤਾਂ ਉਸ ਚੀਜ਼ ਨੂੰ ਬੰਦ ਕਰਕੇ ਉਹ ਜਾਂ ਤੱਕ ਹੋਰ ਚੀਜ਼ ਲੈ ਲਓ। ਡਾਕਟਰ ਸਾਹਿਬ, ਇੱਕ ਮੈਨੂੰ ਲੱਗਦਾ ਵੀ ਇਹਦੇ ਵਿੱਚ ਆਪਾਂ ਨੂੰ ਫਿਰ ਕੋਈ ਇਹ ਥੋੜਾ ਜਿਹਾ ਰੂਲ ਬਣਾਉਣਾ ਪਊਗਾ ਹਨਾ, ਜਿਵੇਂ ਆਪਾਂ ਸੋਚਦੇ ਹਾਂ ਕਿ ਜਿਹੜੇ ਨੇ ਸਿੱਖਣਾ ਟ੍ਰੇਨਿੰਗ ਜਿਨ੍ਹਾਂ ਨੇ ਲੈਣੀ ਆ, ਤੇ ਉਹ ਕੋਈ ਸਵਾਲ ਕਰਿਆ ਕਰਨ ਡਾਕਟਰੀ ਤੌਰ ਤੇ, ਕੋਈ ਇਸ ਤਰ੍ਹਾਂ ਦਾ ਬਣੂ ਜਾਂ ਇਹ ਐਂ ਸਿੰਪਲ ਜਿਹੜੀ ਬਿਮਾਰੀਆਂ ਦਾ ਉਹ ਸਿੰਪਲ ਜਵਾਬ ਤਾਂ ਹੁਣ ਮੈਂ ਜਵਾਬ ਦੇ ਰਿਹਾ, ਸਿੰਪਲ ਬਿਮਾਰੀਆਂ ਦਾ ਜਵਾਬ ਦੇ ਦਾਂਗੇ ਆਪਾਂ। ਠੀਕ ਹੈ ਜੀ, ਠੀਕ ਹੈ ਜੀ। ਸਿੰਪਲ ਦਾ ਸਾਰਾ ਬਾਕੀ ਸਾਰਿਆਂ ਤੇ ਵੀ ਲਾਗੂ ਹੋ ਜੂਗੀ ਨਾ। ਹਾਂਜੀ ਹਾਂਜੀ, ਉਹ ਸਾਰੇ ਸਮਝ ਲਿਆ ਕਰਨਗੇ ਗੱਲ ਨੂੰ। ਜਿਹੜੀ ਕੰਪਲਿਕੇਟਡ ਹੈ ਉਹ ਕੇਸ ਹੋਏਗਾ, ਉਹ ਔਖਾ ਹੋਊਗਾ ਡੀਲ ਕਰਨਾ। ਠੀਕ ਹੈ ਜੀ, ਠੀਕ ਹੈ। ਉਹ ਦੂਜੇ ਵੀਰ ਆ ਜਿਹੜੇ ਉਹ ਸਮਝ ਕੇ ਨੋਟ ਕਰਦੇ ਨੇ, ਜਦੋਂ ਕੋਈ ਮਰੀਜ਼ ਲਿਖਦਾਗਾ ਉਹ ਦੱਸਦਾ ਤਾਂ ਉਹਨੂੰ ਤੁਸੀਂ ਨੋਟ ਕਰ ਲਿਆ ਕਰੋ। ਸਾਰੇ ਰੇਸ਼ੇ ਵਾਲਿਆਂ ਵਾਸਤੇ ਇਹੀ ਹੈ, ਸਾਰੇ ਜਿੰਨੇ ਰੇਸ਼ੇ ਵਾਲੇ ਬੰਦੇ ਨੇ ਜਿਹਨਾਂ ਨੂੰ ਪੁਰਾਣਾ ਰੇਸ਼ੇ ਦੀ ਬਿਮਾਰੀ ਹੈ, ਸਾਈਨੋਸਾਈਟਿਸ ਕਹਿੰਦੇ ਅੰਗਰੇਜ਼ੀ ਚ ਇਹਨੂੰ, ਸਾਈਨੋਸਾਈਟਿਸ ਵਾਲੇ ਸਾਰਿਆਂ ਦੀ ਇਹੀ ਇਲਾਜ ਹੈ। ਠੀਕ ਹੈ। ਸਵੇਰੇ ਗਰਾਰੇ ਕਰੋ, ਸ਼ਾਮ ਨੂੰ ਭਾਫ ਲਓ, 2 ਚੀਜ਼ਾਂ ਹੋ ਗਈਆਂ। ਤੀਜੀ ਗੱਲ ਜਿਹੜੀ ਹੈ ਉਹ ਡਾਈਟ ਨਾਲ ਲੈਣੀ, ਡਾਈਟ ਸਭ ਤੋਂ ਅੰਡਰਸਟੂਡ ਹੈ ਵੀ ਡਾਈਟ ਨਾਲ ਬਦਲਣੀ ਹੈ। ਉਹ ਡਾਈਟ ਦਾ ਜਿਹੜੇ ਅਸੂਲ ਨੇ ਉਹ ਆਪਾਂ ਜੇ ਦੱਸਦੇ ਹਾਂ, ਉਹ ਅਗਲੀ ਵਾਰੀ ਕਰ ਲਾਂਗੇ ਡਾਈਟ ਦੇ ਅਸੂਲਾਂ ਤੇ। ਤਾਂ ਡਾਈਟ ਖਾਣੀ ਹੈ, ਤੇ ਨਾਲ ਸੈਪਲਿਨ ਦੀਆਂ ਗੋਲੀਆਂ 1 ਮਹੀਨਾ ਇੱਕ ਸ਼ੀਸ਼ੀ ਜਿਹੜੀ ਹੈ 2 ਕਰਕੇ ਖਾ ਲੈਣੀ, ਇੱਕ ਸ਼ੀਸ਼ੀ ਇੱਕ ਕਰਕੇ ਖਾ ਲੈਣੀ ਹੈ। ਠੀਕ ਹੈ, ਇਹਦੇ ਨਾਲ ਠੀਕ ਹੋ ਜਾਂਦਾ। ਠੀਕ। ਹਾਂਜੀ ਰਵੀਜੋਤ ਜੀ, ਜੀ ਅਨਮਿਊਟ ਕਰੋ ਜੀ, ਤੁਹਾਨੂੰ ਆਪਸ਼ਨ ਆਇਆ ਤੇ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਹਾਂਜੀ, ਹਾਂ ਸਤਿ ਸ਼੍ਰੀ ਅਕਾਲ। ਅੱਛਾ, ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਜਿਹੜੇ ਆਪਾਂ ਮਿਲਟਸ ਦਿੰਦੇ ਰეკਮੈਂਡ ਕੀਤੇ ਹੈ, ਉਹਨਾਂ ਦੀ ਪ੍ਰੋਟੀਨ ਵੈਲਿਊ ਆਪਾਂ ਉਹਨੂੰ ਕਿੱਦਾਂ ਕਰਦੇ ਆ? ਪਹਿਲੀ ਗੱਲ ਤਾਂ ਬੇਟਾ ਇਹ ਸ਼ਬਦਾਵਲੀ ਹੈ, ਸ਼ਬਦਾਵਲੀ ਵਰਤਣੀ ਬੰਦ ਕਰ ਦਿਓ। ਇਹ 'ਚ ਪ੍ਰੋਟੀਨ ਕਿੰਨੇ, ਇਹ 'ਚ ਫੈਟ ਕਿੰਨਾ, ਇਹ 'ਚ ਵਿਟਾਮਿਨ ਕਿੰਨਾ, ਇਹ ਸਾਰੀ ਸ਼ਬਦਾਵਲੀ ਆਊਟਡੇਟਡ ਹੋ ਚੁੱਕੀ ਹੈ। ਇਹਦੀ ਕੋਈ ਵੈਲਿਊ ਨਹੀਂ ਹੈ, ਕਿਉਂਕਿ ਹਰ ਫੂਡ ਜਿਹੜਾ ਉਹ ਪ੍ਰੋਟੀਨ ਦਾ ਬਣਦਾ ਹੈ। ਜੀਵਨ ਹੁੰਦਾ ਹੀ ਪ੍ਰੋਟੀਨ ਦਾ ਬਣਿਆ ਹੋਇਆ। ਈਵਨ ਸੂਖਸ਼ਮ ਜੀਵ ਜਿਹੜੇ ਉਹ ਵੀ ਪ੍ਰੋਟੀਨ ਦੇ ਹੀ ਬਣਦੇ ਆ। ਸੋ ਪ੍ਰੋਟੀਨ ਸਭ ਹੁੰਦੇ ਆ। ਜਿਹੜਾ ਇਹਨਾਂ ਨੇ ਹਾਈ ਪ੍ਰੋਟੀਨ ਦਾ ਫੰਡਾ ਪਾ ਰੱਖਿਆ ਉਹ ਵੈਸੇ ਗਲਤ ਸਿੱਧ ਹੋ ਚੁੱਕਿਆ। ਪ੍ਰੋਟੀਨ ਜਿਹੜੇ ਨੇ ਹਾਈ ਪ੍ਰੋਟੀਨ ਦਾ ਡਾਈਟ ਮਤਲਬ ਐਨੀਮਲ ਪ੍ਰੋਟੀਨ, ਤੇ ਐਨੀਮਲ ਪ੍ਰੋਟੀਨ ਹਾਰਮਫੁਲ ਨੇ ਬਾਡੀ ਲਈ। ਇਹ ਗੱਲ ਪ੍ਰੂਵ ਹੋ ਗਈ ਹੈ ਕਿ ਐਨੀਮਲ ਪ੍ਰੋਟੀਨ ਜਿਹੜਾ ਬੰਦਾ ਖਾਏਗਾ ਅੱਜ ਦੇ ਯੁੱਗ ਦੇ ਅੰਦਰ ਉਹ ਆਪਣੇ ਆਪ ਨੂੰ ਬਿਮਾਰ ਕਰੇਗਾ। ਕਿਉਂਕਿ ਸਾਡੇ ਜਿਹੜੀ ਸਰੀਰ ਦੀ ਜਿਹੜੀ ਬਿਮਾਰੀਆਂ ਦੀ ਬੰਦੂਕ ਹੈ ਉਹ ਐਨ ਭਰੀ ਪਈ ਹੈ, ਲੋਡ ਹੋਈ ਪਈ ਹੈ। ਹਵਾ ਵੀ ਗੰਦੀ ਹੈ, ਪਾਣੀ ਵੀ ਗੰਦਾ, ਭੋਜਨ ਵੀ ਗੰਦਾ, ਟੌਕਸਿਕ ਹੈ। ਉਹ ਟੌਕਸਿਨ ਨਾਲ ਭਰਿਆ ਹੋਇਆ ਸਰੀਰ ਹੈ ਸਾਡਾ ਇਸ ਵੇਲੇ। ਤੇ ਉਹ ਕਹਿੰਦੇ ਜਿਹੜਾ ਉਸ ਬੰਦੂਕ ਭਰੀ ਹੋਈ ਹੈ ਗੋਲੀਆਂ ਨਾਲ, ਤੇ ਉਹਦਾ ਟ੍ਰਿਗਰ ਕੌਣ ਦੱਬ ਰਿਹਾ? ਉਹ ਕਰਦੇ ਨੇ ਐਨੀਮਲ ਪ੍ਰੋਟੀਨ। ਜੇ ਤੁਸੀਂ ਐਨੀਮਲ ਪ੍ਰੋਟੀਨ ਨਹੀਂ ਖਾਓਗੇ ਤਾਂ ਉਹ ਬੰਦੂਕ ਭਰੀ ਭਰਾਈ ਰਹਿ ਜਾਂਦੀ ਹੈ, ਤੇ ਉਹ ਹੌਲੀ ਹੌਲੀ ਖਾਲੀ ਕਰਨਾ ਸ਼ੁਰੂ ਕਰਦਾ ਸੀ ਫਿਰ ਉਹਨੂੰ। ਤਾਂ ਉਹ ਇਹ ਪ੍ਰੂਵ ਹੋ ਗਈ ਗੱਲ ਕਿ ਹੁਣ ਜਿਹੜਾ ਹੈ ਅੱਜ ਦਾ ਮਨੁੱਖ ਹੈ, ਇਹ ਐਨੀਮਲ ਪ੍ਰੋਟੀਨ ਅਗਰ ਛੱਡ ਦੇਵੇ ਤਾਂ ਬਿਮਾਰ ਹੋਣਾ ਬੰਦ ਹੋ ਜਾਂਦਾ। ਉਹ ਇਹ ਧਾਰਨਾ ਨਹੀਂ ਦੇਣੀਆਂ ਸਾਡੇ ਪੁਰਾਤਨ ਲੋਕ ਵੀ ਖਾਂਦੇ ਸੀ, ਪੁਰਾਣਾ ਕਰਦੇ ਸੀ। ਉਹ ਪੁਰਾਤਨ ਲੋਕਾਂ ਵੇਲੇ ਹਵਾ ਬਹੁਤ ਸਾਫ਼ ਸੀ, ਪਾਣੀ ਬੜਾ ਸਾਫ਼ ਸੀਗਾ, ਭੋਜਨ ਦੀ ਜ਼ਹਿਰ ਨਹੀਂ ਸੀ। ਉਹ ਪੁਰਾਤਨ ਮਨੁੱਖ ਹੋਰ ਸੀਗਾ। ਅੱਜ ਦੇ ਮਨੁੱਖ ਨੂੰ ਐਨੀਮਲ ਪ੍ਰੋਟੀਨ ਮਨਾ ਨੇ।
एनिमल प्रोटीन मत खाओ, एनिमल प्रोटीन खाओगे तो बीमार होंगे होंगे। आपका दूध पीना है, ना अंडा खाना, ना मीट खाना, कुछ नहीं खाना है, लोड़ नहीं है, जरूरत नहीं है। ਇਹਦੇ ਬੜਾ ਸਰੀਰ ਬਹੁਤ ਖੁਸ਼ ਰਹਿੰਦਾ, ਬੜਾ ਖੁਸ਼ ਰਹਿੰਦਾ। ਡੀਟੌਕਸੀਫਿਕੇਸ਼ਨ ਉਹ ਸਬਜ਼ੀਆਂ ਤੇ ਫਲਾਂ ਨਾਲ ਡੀਟੌਕਸੀਫਾਈ ਕਰ ਲੈਂਦਾ ਆਪਣੇ ਆਪ ਨੂੰ, ਉਹ ਜ਼ਹਿਰ ਤੋਂ ਵੀ ਹੌਲੀ ਹੌਲੀ ਕੱਢਣ ਲੱਗ ਜਾਂਦਾ। ਤੇ ਜਿਹੜਾ ਤੁਹਾਡੀ ਬੰਦੂਕ ਭਰੀ ਭਰਾਈ ਰਹਿ ਜਾਂਦੀ ਹੈ, ਫਿਰ ਉਹਦਾ ਟ੍ਰਿਗਰ ਨਹੀਂ ਦੱਬ ਸਕਦਾ ਕੋਈ ਵੀ, ਟ੍ਰਿਗਰ ਸਿਰਫ ਐਨੀਮਲ ਪ੍ਰੋਟੀਨ ਦੱਬਦੇ ਆ। ओके ठीक है। हाँ जी नीरू जी। ਹਾਂਜੀ ਡਾਕਟਰ ਸਾਹਿਬ, ਇਸ ਤਰ੍ਹਾਂ ਕਿ ਮੈਨੂੰ ਸ਼ਾਮ ਨੂੰ ਨਾ ਗੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ। ਦੁੱਧ ਤੇ ਚਾਹ ਪੀਣਾ ਬੰਦ ਕਰ ਦੋ। ਡਾਕਟਰ ਸਾਹਿਬ, ਮੈਂ ਦੁੱਧ ਚਾਹ ਮਤਲਬ ਕੋਈ ਸੇਂਦਾ ਨਮਕ ਖਾ ਰਹੇ ਹਾਂ, ਚੀਨੀ ਬਿਲਕੁਲ ਛੋੜ ਦਿੱਤੀ ਦੀ ਹੈ। ਮੈਂ ਦੁੱਧ ਚਾਹ ਦੀ ਗੱਲ ਕਰ ਰਿਹਾ, ਪਹਿਲਾਂ ਤਾਂ ਦੋ ਦੱਸੋ ਵੀ ਛੱਡਿਆ ਹੋਇਆ ਕਿ ਨਹੀਂ ਛੱਡਿਆ ਹੋਇਆ। ਹਾਂਜੀ ਹਾਂਜੀ, ਦੁੱਧ ਵੀ ਛੱਡਿਆ ਦਾ, ਚਾਹ ਵੀ ਛੱਡੀ ਦੀ, ਕਾਫੀ ਵੀ, ਕੁਝ ਐਨੀਮਲ ਪ੍ਰੋਟੀਨ ਕੋਈ ਨਹੀਂ ਲੈ ਰਹੀ। ਨਹੀਂ ਲੈ ਰਹੇ, ਫਿਰ ਵੀ ਗੈਸ ਬਣ ਰਹੀ ਹੈ। ਔਰ ਸਵੇਰੇ ਹਾਂਜੀ, ਉਹ ਗੈਸ ਸ਼ਾਮ ਨੂੰ ਬਣਦੀ ਹੈ। ਸਵੇਰੇ ਅਸੀਂ ਉਹ ਫਰੂਟਸ ਹੀ ਖਾਂਦੇ ਹਾਂ, ਜੂਸ ਔਰ ਫਰੂਟਸ। ਮਤਲਬ ਜ਼ਿਆਦਾਤਰ ਦਿਨ ਦੇ ਵਿੱਚ ਮੇਰੇ 2 ਜਾਂ 3 ਚਪਾਤੀਆਂ ਪੂਰੇ ਦਿਨ ਚ ਹੁੰਦੀਆਂ, ਜ਼ਿਆਦਾ ਫਰੂਟਸ ਔਰ ਜੂਸ ਔਰ ਸਲਾਦ ਹੀ ਖਾਂਦੇ ਹਾਂ। ਹਾਂਜੀ ਚਪਾਤੀ ਕਾਹਦੀ ਖਾਂਦੇ ਹੋ? ਹਾਂਜੀ ਚਪਾਤੀ ਕਾਹਦੀ ਖਾਂਦੇ ਹੋ, ਕਣਕ ਦੀ ਹੈ? ਹਾਂਜੀ ਨਹੀਂ ਡਾਕਟਰ ਸਾਹਿਬ, ਹੁਣ ਤਾਂ ਕਣਕ ਦੀ ਖਾ ਰਹੀ ਹਾਂ, ਵਿੱਚ ਮੈਂ ਮਿਲਟਸ ਦੀ ਵੀ ਖਾਂਦੀ ਸੀ, ਤਾਂ ਵੀ ਮੈਨੂੰ ਪ੍ਰੋਬਲਮ ਆਉਂਦੀ ਸੀ ਗੈਸ। ਕਣਕ ਬੰਦ ਕਰ ਦੋ, ਕਣਕ ਵੀ ਬੰਦ ਕਰ ਲਓ। ਇਹ ਦੇਖੋ ਸੋਚ ਕੇ ਵੀ ਕਈ ਲੋਕਾਂ ਨੂੰ ਨਾ ਸਲਾਦ ਜ਼ਿਆਦਾ ਖਾਣੀ ਫਿੱਟ ਨਹੀਂ ਬੈਠਦੀ। ਜੇ ਤੁਹਾਨੂੰ ਏਦਾਂ ਲੱਗਦਾ ਕਿ ਸਲਾਦ ਖਾ ਕੇ ਗੈਸ ਬਣ ਰਹੀ ਹੈ, ਤੇ ਸਲਾਦ ਵੱਲ ਵੀ ਥੋੜਾ ਸੋਚ ਕੇ ਦੇਖ ਲਓ, ਨਹੀਂ ਤਾਂ ਚਪਾਤੀ ਕਣਕ ਦੀ ਬੰਦ ਕਰ ਦਿਓ। ਨਹੀਂ ਡਾਕਟਰ ਸਾਹਿਬ, ਜਦੋਂ ਚਪਾਤੀ ਕਣਕ ਦੀ ਬੰਦ ਕੀਤੀ ਸੀ, ਮਿਲਟਸ ਦੀ ਵੀ ਚਾਲੂ ਕੀਤੀ ਸੀ, ਤਾਂ ਵੀ ਮੇਰੀ ਸ਼ਾਮ ਦੇ ਟਾਈਮ ਗੈਸ ਬਣਦੀ ਹੈ 5-6 ਵਜੇ। ਸਲਾਦ ਜਾਂ ਫਰੂਟ ਥੋੜਾ ਘਟਾ ਕੇ ਦੇਖੋ, ਜਾਂ ਸਲਾਦ ਦੀ ਕੋਈ ਪਰਟੀਕੂਲਰ ਆਈਟਮ ਗੈਸ ਕਰ ਰਹੀ ਹੋਣੀ ਆ। ਇਹ ਵੀ ਦੇਖ ਲਿਓ ਨਿਗਾਹ ਮਾਰ ਕੇ ਵੀ ਕਿਹੜੀ ਚੀਜ਼ ਖਾਣ ਤੋਂ ਬਾਅਦ ਗੈਸ ਜ਼ਿਆਦਾ ਬਣਦੀ ਹੈ। ਬਹੁਤ ਲੋਕਾਂ ਨੂੰ ਸਲਾਦ ਜਾਂ ਫਰੂਟ ਦੀ ਕੋਈ ਪਰਟੀਕੂਲਰ ਆਈਟਮ ਸੂਟ ਨਹੀਂ ਕਰਦੀ ਹੁੰਦੀ। ਅੱਛਾ ਜੀ। ਜੇ ਉਹ ਹੈਗੀ ਹੈ ਤਾਂ ਉਹ ਸਲਾਦ ਤੇ ਫਰੂਟ ਦੀ ਮਾਤਰਾ ਘਟਾ ਦਿਓ, ਜਾਂ ਉਹ ਆਈਟਮ ਕੱਢ ਦਿਓ ਤੇ ਨਾਲ ਮਿਲਟਸ ਵਧਾ ਦਿਓ। ਠੀਕ ਹੈ ਜੀ, ਠੀਕ ਹੈ, ਠੀਕ ਹੋ ਜਾਏਗੀ ਗੈਸ। ਠੀਕ ਹੈ, ਥੈਂਕ ਯੂ। ਐਕਸਰਸਾਈਜ਼ ਕਰਦੇ ਹੋ ਥੋੜੀ ਬਹੁਤੀ? ਅਨਮਿਊਟ ਹੋ ਗਏ, ਅਨਮਿਊਟ ਕਰ ਲਓ ਜੀ ਇੱਕ ਵਾਰੀ ਨੀਰੂ ਜੀ। ਐਕਸਰਸਾਈਜ਼ ਜ਼ਰੂਰ ਕਰਿਆ ਕਰੋ। ਅੱਛਾ ਜੀ ਡਾਕਟਰ ਸਾਹਿਬ, ਨੀਂਦ ਵੀ ਨਹੀਂ ਆਉਂਦੀ। ਨੀਂਦ ਕਿਉਂ ਨਹੀਂ ਆਉਂਦੀ? ਕਾਰਨ ਉਹਦਾ ਪਤਾ ਨਹੀਂ, ਨੀਂਦ ਮਤਲਬ ਘੱਟ ਆਉਂਦੀ ਹੈ ਬਹੁਤ। ਦੇਖੋ, ਤਾਂ ਨੀਂਦ ਬਾਰੇ ਚਿੰਤਾ ਕਰਨੀ ਬੰਦ ਕਰੋ। ਨੀਂਦ ਨਹੀਂ ਆਉਂਦੀ, ਆਪੇ ਆਏਗੀ। ਨੀਂਦ ਨੂੰ ਛੱਡ ਦਿਓ, ਨੀਂਦ ਬਾਰੇ ਸੋਚਣਾ ਬੰਦ ਕਰ ਦਿਓ। ਨੀਂਦ ਬਾਰੇ ਸੋਚ, ਹਾਏ ਨਹੀਂ ਆਈ, ਉਹ ਹਾਏ ਨਹੀਂ ਕਰਨਾ। ਪਰ ਨਹੀਂ ਆਈ ਤਾਂ ਨਾ, ਖਸਮਾਂ ਨੂੰ ਖਾਵੇ, ਨਹੀਂ ਆਈ ਤਾਂ ਆਪੇ ਆ ਜਾਏਗੀ। ਠੀਕ ਹੈ ਜੀ, ਠੀਕ ਹੈ। ਸੋਚਣਾ ਬੰਦ ਕਰ ਦਾਂਗੇ ਤਾਂ ਬਹੁਤੀ ਹੋਣ ਲੱਗ ਜਾਂਦੀ, ਫਿਰ ਆਉਣ ਲੱਗ ਜਾਂਦੀ। ਜਦੋਂ ਨੀਂਦ ਬਾਰੇ ਚਿੰਤਾ ਕਰਦੇ ਆ ਨਾ, ਨੀਂਦ ਨਹੀਂ ਆਈ, ਪਤਾ ਨਹੀਂ ਕੀ ਪਹਾੜ ਗਿਰ ਜਾਏਗਾ। ਐਸਾ ਕੁਝ ਨਹੀਂ, ਪਹਾੜ ਨਹੀਂ ਗਿਰਦਾ। ਅੱਛਾ ਜੀ, ਠੀਕ ਹੈ। ਗੋਲੀ ਨਾ ਖਾਓ, ਨੀਂਦ ਦੀ ਗੋਲੀ ਨਾ ਖਾਓ। ਤੇ ਬਾਕੀ ਸਰੀਰ ਨੂੰ ਥੋੜਾ ਥਕਾਇਆ ਕਰੋ, ਸ਼ਾਮ ਨੂੰ ਸੈਰ ਸੂਰ ਕਰ, ਕੋਈ ਉਹ ਕਰਿਆ ਕਰੋ ਆਪਣੇ ਆਪ ਨੂੰ। ਡਾਕਟਰ ਸਾਹਿਬ, ਘਰ ਦਾ ਕੰਮ ਚਲਾਇਆ ਦਾ ਸਾਰਾ ਦਿਨ, ਬੜੀ ਐਕਸਰਸਾਈਜ਼ ਹੁੰਦੀ ਰਹਿੰਦੀ ਹੈ। ਚਲ ਫਿਰ ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਪੁੱਛਣੀ ਸੀ। ਤੁਸੀਂ ਦੱਸਿਆ ਸੀ ਕਿ ਜਿਹੜੇ ਡਾਇਲਿਸਿਸ ਹੋ ਰਹੇ ਪੇਸ਼ੈਂਟ, ਉਹਨਾਂ ਦੀ ਤੁਸੀਂ ਕੋਈ ਮਤਲਬ ਨਹੀਂ ਹੈ ਰਿਜ਼ਲਟ ਅੱਛੇ ਕੋਈ ਇਤਨੇ? ਰਿਜ਼ਲਟ ਅੱਛੇ ਨਹੀਂ ਹੈ ਡਾਕਟਰ ਸਾਹਿਬ, ਆਵਾਜ਼ ਨਹੀਂ ਆ ਰਹੀ। ਇਹ ਨਹੀਂ ਕਹਿ ਸਕਦੇ ਵੀ ਉਹ ਮੈਂ ਕਿਹਾ ਸੀਗਾ। ਹਾਂਜੀ ਹਾਂਜੀ ਡਾਕਟਰ ਸਾਹਿਬ, ਐਸੇ ਹਾਂਜੀ ਮੈਂ ਹੀ ਕਿਹਾ ਸੀਗਾ ਕਿ ਉਹਨਾਂ ਨੂੰ ਕਿੰਨਾ ਕੌਨਫੀਡੈਂਸ ਨਾਲ ਆਪਣੀ ਬਾਕੀ ਬਿਮਾਰੀਆਂ 'ਚ ਗੱਲ ਕਰ ਸਕਦੇ ਆ, ਉਹਨਾਂ ਕੌਨਫੀਡੈਂਸ ਨਾਲ ਉਹਨਾਂ ਬਾਰੇ ਉਹਦੀ ਗੱਲ ਨਹੀਂ ਕਰ ਸਕਦੇ। ਇਹ ਤਿੰਨ ਬਿਮਾਰੀਆਂ ਜਿਹੜੀਆਂ ਨੇ, ਜਿਵੇਂ ਕੈਂਸਰ ਹੋ ਗਿਆ, ਗਲ ਬਲੈਡਰ ਦੀ ਪੱਥਰੀ ਹੋ ਗਈ, ਜਾਂ ਗੁਰਦੇ ਵਾਲੇ ਜਿਹੜੇ ਡਾਇਲਿਸਿਸ ਵਾਲੇ ਮਰੀਜ਼ ਹੋ ਗਏ, ਇਹਨਾਂ ਦੀ ਗੱਲ ਡਾਕਟਰ ਸਾਹਿਬ, ਜੇ ਡਾਇਲਿਸਿਸ ਨਹੀਂ ਹੋ ਰਿਹਾ ਪਰ ਉਦਾਂ ਕਿਡਨੀ ਦੀ ਪ੍ਰੋਬਲਮ ਹੈ, ਸੀਕੇਡੀ ਦੀ ਪ੍ਰੋਬਲਮ ਹੈ, ਉਹ ਠੀਕ ਹੋ ਜਾਂਦੇ। ਜੇ ਡਾਇਲਿਸਿਸ ਨਹੀਂ ਹੋਇਆ ਜਿਹਨਾਂ ਦੇ, ਉਹ ਫਿਰ ਗੁਰਦੇ ਦੁਆਰਾ ਕੰਮ ਕਰਨ ਲੱਗ ਜਾਂਦੇ। ਠੀਕ ਹੈ। ਜਿੱਦਾਂ ਡਾਕਟਰ ਸਾਹਿਬ, ਮੇਰੇ ਹਸਬੈਂਡ ਦੇ 4.6 ਕ੍ਰੀਟੀਨਾਈਨ। ਨਹੀਂ, ਕੋਈ ਨਹੀਂ, ਉਹਨੂੰ ਤੁਸੀਂ ਜਾਂ ਤਾਂ ਦਿਖਾ ਜਾਓ ਆ ਕੇ ਇੱਕ ਵਾਰੀ, ਜਾਂ ਆਨਲਾਈਨ ਲੈ ਲਓ। ਆਨਲਾਈਨ ਡਾਕਟਰ ਸਾਹਿਬ ਲੈ ਲਾਂਗੇ ਤੁਹਾਡੇ ਕੋਲ ਅਪਾਇੰਟਮੈਂਟ। ਆਨਲਾਈਨ ਲੈ ਲਓ, ਫਿਰ ਤੁਹਾਨੂੰ ਗਾਈਡ ਕਰ ਦਾਂਗੇ ਸਟੈਪ ਬਾਈ ਸਟੈਪ, ਉਹ ਠੀਕ ਹੋ ਜਾਊਗਾ। ਡਾਕਟਰ ਸਾਹਿਬ, ਉਹ ਵੀ ਸਵੇਰੇ ਮਤਲਬ ਕਿ ਉਹਨਾਂ ਦਾ ਵੀ ਸਿਰਫ ਲੰਚ ਕਰਦੇ ਆ, ਚਪਾਤੀ ਨਾ ਬ੍ਰੇਕਫਾਸਟ? ਉਹਦੀ ਡਿਟੇਲ ਪਲੈਨਿੰਗ ਕਰਾਂਗੇ ਉਹਦੀ ਆਪਾਂ, ਇਹ ਸੀਰੀਅਸ ਬਾਰੀ ਡਿਟੇਲ ਪਲੈਨਿੰਗ ਕਰਨੀ ਪੈਂਦੀ ਹੈ। ਓਕੇ, ਠੀਕ ਹੈ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਹਾਂਜੀ, ਪਰਮਲ ਸਿੰਘ ਘਰ ਦਾ ਅਨਮਿਊਟ ਕਰੋ ਜੀ। ਪਰਮਲ ਸਿੰਘ ਘਰ ਦਾ, ਹਾਂਜੀ सर। ਹਾਂਜੀ बोलो जी। सर, आप शुगर के लिए कुछ बता दीजिए।
ਸ਼ੂਗਰ ਲਈ ਸ਼ੂਗਰ ਸ਼ੂਗਰ ਲਈ ਬੇਟਾ ਇੱਕ ਸਪੈਸ਼ਲ ਆਪਾਂ ਸੈਸ਼ਨ ਸ਼ੂਗਰ ਲਾਵਾਂਗੇ ਤੇ ਸੈਸ਼ਨ ਰੱਖਾਂਗੇ, ਉੱਤੇ ਉਹ ਸਾਰਾ Okay, ਸੁਣ ਲਿਓ। ਸ਼ੂਗਰ ਤੇ ਸੈਸ਼ਨ ਰੱਖਾਂਗੇ। ਬੰਦ ਕਰ ਦੇ, ਜਗਦੀਪ ਸਿੰਘ ਦਿਓਲ, ਕਰਦੇ ਗੱਡੀ ਕਰਨੀ ਅੰਦਰ। ਜਗਦੀਪ ਸਿੰਘ ਦਿਓਲ ਜੀ। ਹਾਂਜੀ ਡਾਕਟਰ ਸਾਹਿਬ, ਜਿੱਦਾਂ ਆਪਾਂ ਮਿਲਟਸ ਲੈਂਦੇ ਆ ਜੀ, ਤੇ ਉਹਦੇ ਨਾਲ ਆਪਾਂ ਜਿਵੇਂ ਮੱਕੀ ਦੀ, ਰਾਗੀ ਦੀ ਵਗੈਰਾ ਉੱਪਰ ਦੀ ਰੋਟੀ ਲੈ ਸਕਦੇ ਨਾਲ ਜੀ? ਹਾਂ ਕਦੀ ਕਦੀ ਲੈ ਸਕਦੇ, ਕਦੀ ਕਦੀ ਲੈ ਸਕਦੇ। ਕਣਕ ਵੀ ਖਾਣੀ ਹੋਵੇ, ਕਣਕ ਵੀ ਕੋਸ਼ਿਸ਼ ਕਰੋ, ਜੇ ਬਹੁਤ ਸੀਰੀਅਸਲੀ ਬਿਮਾਰ ਹੈ ਫਿਰ ਤਾਂ ਕਣਕ ਬਿਲਕੁਲ ਨਾ ਖਾਓ। ਜੇ ਕੋਈ ਆਮ ਜੀ ਬਿਮਾਰੀ ਹੈ ਜਾਂ ਫਿਰ ਕਣਕ ਦੀ ਸਾਤਵਿਕ ਰੋਟੀ ਦਾ ਕਨਸੈਪਟ ਹੈਗਾ, ਸਾਤਵਿਕ ਰੋਟੀ ਉਹਦੀ ਗੱਲ ਕਰਾਂਗੇ ਆਪਾਂ। ਕਣਕ ਦੀ ਸਾਤਵਿਕ ਰੋਟੀ ਬਣਾ ਕੇ ਖਾਈ ਜਾ ਸਕਦੀ ਹੈ। ਕਣਕ ਦੇ ਆਟਾ ਵੀ ਖਾਣਾ ਹੋਵੇ ਤਾਂ ਉਹ ਵੀ ਸਾਤਵਿਕ ਰੋਟੀ ਦੀ ਸ਼ਕਲ ਚ ਖਾਓ। ਸਾਤਵਿਕ ਰੋਟੀ ਕਿੱਦਾਂ ਬਣਾਉਣੀ ਉਹਦੀ ਕਰਾਂਗੇ ਗੱਲ। ਹਾਂਜੀ ਠੀਕ ਹੈ ਜੀ, ਥੈਂਕ ਯੂ। ਐਸਪੀ ਸਿੰਘ ਜੀ, ਐਸਪੀ ਸਿੰਘ ਜੀ ਤੁਸੀਂ ਅਨਮਿਊਟ ਕਰੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਡਾਕਟਰ ਸਾਹਿਬ। ਸਰ ਮੈਨੂੰ ਮੁਸ਼ਕਲ, ਸਰ ਮੇਰੇ ਹੱਥਾਂ ਦੇ ਪੋਟੇ ਸੁਣਦੇ ਆ ਜੀ, ਮਤਲਬ ਕਿ ਦਰਦ ਹੁੰਦੀ ਆ ਕਾਫੀ ਦਿਨਾਂ ਤੋਂ। ਦਵਾਈਆਂ ਮੈਂ ਖਾ ਲਈਆਂ ਤੇ ਕਹਿੰਦੇ ਕਿ ਮਾਈਗ੍ਰੇਨ ਕਰਕੇ ਨਾਲ ਇਹਦਾ ਕੋਈ ਸ਼ਾਰਟਕਟ ਆਨਸਰ ਨਹੀਂ ਹੋਣਾ, ਇਹ ਕੰਪਲਿਕੇਟਡ ਜਿਹਾ ਕੰਮ ਹੁੰਦਾ ਤੇ ਤੁਹਾਨੂੰ ਦਿਖਾਉਣਾ ਪਊਗਾ। ਇਹ ਆਨਲਾਈਨ ਮਿਲ ਸਕਦੀ ਹੈ ਜੀ? ਆਨਲਾਈਨ ਕਰ ਲੈ ਲਓ, ਆਨਲਾਈਨ ਲੈ ਲਓ, ਆਨਲਾਈਨ ਚ ਅਸੀਂ ਸਮਝ ਲੈਣੇ ਸਾਰਾ ਕੁਝ, ਵੀਡੀਓ ਕਾਲ ਕਰਕੇ ਨਾ ਪਹਿਲਾਂ ਗੱਲ ਨੂੰ ਸਮਝਦੇ ਚੰਗੀ ਤਰ੍ਹਾਂ। ਉਹ ਫਾਈਲ ਬਣ ਜਾਂਦੀ ਹੈ, ਫਿਰ ਸਾਰਾ ਕੁਝ ਪੇਪਰ ਤੇ ਆ ਜਾਂਦਾ, ਫਿਰ ਸਾਨੂੰ ਸਮਝ ਆ ਜਾਂਦੀ ਹੈ ਗੱਲ, ਕੋਈ ਗੱਲ ਨਹੀਂ, ਲੋੜ ਨਹੀਂ ਪੈਂਦੀ ਸਾਨੂੰ। ਸਰ ਇਹਦਾ ਪ੍ਰੋਸੀਜਰ ਕੀ ਆ? ਆਨਲਾਈਨ ਫੋਨ ਨੰਬਰ ਹੈ, ਫੋਨ ਨੰਬਰ 8284057878 8284 ਇੱਕ ਮਿੰਟ ਸਰ, ਇੱਕ ਮਿੰਟ ਜੀ, ਨੋਟ ਕਰ ਲੈਂਦੋ। ਹਾਂਜੀ 8284 ਹਾਂਜੀ ਜੀ 57878 5787। ਠੀਕ ਹੈ, ਥੈਂਕ ਯੂ ਸਰ, ਮੈਂ ਕਰਦਾ ਜੀ। ਓਕੇ। ਸੰਦੀਪ ਕੀ ਟਾਈਮ ਹੋ ਗਿਆ? ਹਾਂ 8:30 ਹੋ ਗਏ ਜੀ। ਕਰੀਏ ਬੰਦ ਕਰੀਏ। ਹਾਂਜੀ ਹਾਂਜੀ ਚਲੋ, ਹੈਂਡ ਰੇਜ ਵੀ ਖਤਮ ਹੋ ਚੁੱਕੇ ਨੇ ਜੀ। ਤੇ ਅਗਲਾ ਪ੍ਰੋਗਰਾਮ ਦੱਸ ਦਿਓ ਜੀ, ਕਿਸ ਤਰੀਕੇ ਨਾਲ ਕਰਿਆ ਕਰਨਾ, ਕਿਵੇਂ ਜੀ? ਥੋੜਾ ਬਹੁਤਾ ਉਹਦੇ ਪਹਿਲਾਂ ਸਾਰਾ ਜਿਹੜੇ ਨਵੇਂ ਬੰਦੇ ਨੇ ਆਉਣਾ ਤਾਂ ਅੱਜ ਦਾ ਉਹ ਦੇਖਿਆ ਹੋਵੇ ਉਹਨਾਂ ਨੇ, ਉਹਦੇ ਪਾ ਦਿਓ ਨਾ। ਹਾਂ ਜੋ ਜਿਹੜੇ ਨਵੇਂ ਨੇ ਕਿਸੇ ਨੇ ਜੁਆਇਨ ਕਰਨਾ, ਉਹ ਪਿਛਲਾ ਦੇਖ ਕੇ ਆਓ ਸੈਸ਼ਨ। ਹਾਂਜੀ ਜਿਹੜੀ ਗੱਲ ਇਹ ਵੀ ਆਪਾਂ ਫਿਰ ਆਪਣੇ ਸਵਾਲ ਲੈ ਕੇ ਆਓ। ਅਗਲੀ ਵਾਰੀ ਆਪਾਂ ਗੱਲ ਕਰਾਂਗੇ ਹੈਲਦੀ ਡਾਈਟ ਦੀ। ਡਾਈਟ ਸੱਤ ਖਾਣੇ ਦੀ ਪਲੈਨਿੰਗ ਕਿੱਦਾਂ ਕਰਨੀ ਹੈ। ਹਾਂਜੀ, ਸੱਤ ਖਾਣੇ ਦੀ ਪਲੈਨਿੰਗ ਕਿੱਦਾਂ ਕਰਨੀ ਹੈ। ਠੀਕ ਹੈ ਜੀ। 2 ਹੈਂਡ ਰੇਜ ਆਏ ਆ, ਸੁਣ ਲਗੇ ਜੀ? ਸੁਣ ਲਓ, ਸ਼ਾਰਟ ਜਿਹਾ ਕਰਕੇ, ਸ਼ਾਰਟ ਚ ਕਰ ਲਓ। ਹਾਂਜੀ ਹਾਂਜੀ ਹਾਂਜੀ, ਬਲਜਿੰਦਰ ਸਿੰਘ ਜੀ। ਸਰ ਜੀ ਆਣਾ ਜੀ, ਹਰਪ੍ਰੀਤ ਕੌਰ ਨਾ ਬਾਵਾ ਚਿਰ ਤੋਂ ਹੈਂਡ ਰੇਜ਼ ਕਰ ਰਿਹਾ ਜੀ। ਹੈਂਡ ਰੇਜ ਆਇਆ ਨਹੀਂ ਜੀ, ਉੱਪਰ ਨਹੀਂ ਆਇਆ ਜੀ ਹੈਂਡ ਰੇਜ। ਹਰਪ੍ਰੀਤ ਕੌਰ ਹੈ ਉਹ ਨਾ ਜੀ ਡਾਇਰੈਕਟ ਵੀਡੀਓ ਤੇ ਹੈਂਡ ਰੇਜ਼ ਕਰ ਰਹੇ ਆ। ਅੱਛਾ, ਉਹ ਐ ਪਤਾ ਨਹੀਂ ਲੱਗਦਾ। ਅੱਛਾ ਜੀ, ਅੱਛਾ। ਕਰੋ ਭੈਣ ਜੀ, ਤੁਸੀਂ ਅਨਮਿਊਟ ਕਰੋ, ਅਨਮਿਊਟ ਕਰੋ ਜੀ ਤੁਸੀਂ। ਹਾਂਜੀ ਬੋਲੋ ਜੀ। ਹੈਲੋ, ਹਾਂਜੀ ਬੋਲੋ ਜੀ, ਬੋਲੋ। ਹਾਂਜੀ ਸਰ, ਮੈਂ ਨਾ ਕਾਫੀ ਦੇਰ ਤੋਂ ਫੋਲੋ ਕਰ ਰਹੀ ਹਾਂ ਡਾਕਟਰ ਸਾਹਿਬ ਨੂੰ, ਤੇ ਮਿਲਟਸ ਲੈ ਰਹੀ ਹਾਂ 6-7 ਮਹੀਨੇ ਤੋਂ। ਮੇਰੀ ਚੈਸਟ ਪੇਨ ਹੁੰਦੀ ਹੈ ਕਦੀ ਕਦੀ, ਤੇ ਕਦੀ ਕਦੀ ਸਫੋਕੇਸ਼ਨ ਵੀ ਹੁੰਦੀ ਆ। ਹੁਣ ਜਿਵੇਂ ਮੈਂ ਫੀਲ ਕਰ ਰਹੀ ਹਾਂ ਕਿ ਇਹਦਾ ਸ਼ਾਰਟਕਟ ਆਨਸਰ ਨਹੀਂ ਹੋਣਾ ਕੋਈ ਵੀ। ਹਾਂਜੀ, ਸ਼ਾਰਟਕਟ ਆਨਸਰ ਨਹੀਂ ਹੋਣਾ ਇਹਦਾ ਕੋਈ ਵੀ। ਇਹਦਾ ਸਾਰੀ ਗੱਲ ਸਮਝਣੀ ਪੈਗੀ ਪਹਿਲਾਂ ਡਿਟੇਲ ਚ। ਤੁਸੀਂ ਆਨਲਾਈਨ ਲੈ ਲਓ ਜਾਂ ਦਿਖਾ ਜਾਓ। ਅੱਛਾ ਜੀ, ਸ਼ਾਰਟਕਟ ਆਨਸਰ ਦੇਣਾ। ਥੈਂਕ ਯੂ ਸਰ। ਚਲੋ ਠੀਕ ਹੈ ਡਾਕਟਰ ਸਾਹਿਬ। ਤੇ ਆਉਂਦੇ ਸਾਰੇ ਵੀਰਾਂ ਨੇ ਜਿਹੜਾ ਹੈਗਾ ਉਹ ਕਿਰਪਾ ਕਰਕੇ ਵੀਡੀਓ ਜਿਹਨਾਂ ਨੇ ਨਵਿਆਂ ਨੇ ਜੁੜਨਾ ਜਾਂ ਹੋਰ ਆਏ, ਕਿਰਪਾ ਕਰਕੇ ਜ਼ਰੂਰ 1-2 ਵਾਰ ਸੁਣ ਲਿਓ, ਇਹਦੇ ਨੋਟਸ ਬਣਾ ਲਿਓ, ਤਾਂ ਟ੍ਰੇਨਿੰਗ ਕੈਂਪ ਜੀ ਆਪਾਂ ਨੂੰ ਕਹਿੰਦੇ ਤੇ ਟ੍ਰੇਨਿੰਗ ਕੈਂਪ ਸੱਚਮੁੱਚ ਹੀ ਬਣ ਜਾਵੇ। ਸੋ ਇਹ ਜ਼ਰੂਰ ਧਿਆਨ ਰੱਖਣਾ ਸਾਰਿਆਂ ਨੇ। ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ YouTube ਤੇ ਪਾਵਾਂਗੇ, ਫੇਸਬੁੱਕ ਤੇ ਚਲਾਇਆ ਨੀਗਾ, ਲਾਈਵ ਮੈਸੇਜ ਆਇਆ ਸੀਗਾ। ਉਹ ਕਈ ਵਾਰੀ ਇਹ ਪ੍ਰੋਬਲਮ ਆਉਂਦੀ ਆ ਕਿ ਨੈਟ ਦੀ